सत श्री अकाल दोस्तों, मैं थोड़ा होस्ट ते दोस्त दलजीत अजनोहा। अज असी गल करांगे उस शख्सियत दे नाल जिहड़े बहुत ही गुणां दे समेल ने। असी अक्सर कोशिश करते हैं कि असी वो सैलीब्रिटी लाइए जो किसी एक व्यक्ति विशेष के नाल कोई एक क्वालिटी हो या दो गुण हो। अज जी शख्सियत को आप अपने दर्शकों की कचहरी के लैके आए हैं, रूबरू कर जा रहे हैं। वो शख्सियत बहुत ही गुणां का एक सुमेल है, एक मुजस्मा है, जिन्होंने असी अज अपने जोड़े स्रोतियां ते दर्शकों की कचहरी उन्होंने मंग ते ਆਪਾਂ ਉਹਨਾਂ ਦੇ ਕੋਲ ਆਏ ਆ, ਉਹਨਾਂ ਦੇ ਅੱਜ ਫਾਰਮ ਹਾਊਸ ਤੇ ਆਏ ਆ। ਤੇ ਉਹ ਜਿਹੜੀ ਸ਼ਖਸੀਅਤ ਆ, ਗੱਲ ਕਰਨ ਤੋਂ ਪਹਿਲਾਂ ਮੈਂ ਉਹਨਾਂ ਬਾਰੇ ਜਿਹੜਾ ਤਾਰਫ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਹੋ ਸਕਦਾ ਮੈਂ ਇਸ ਤਾਰਫ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਕੁਝ ਮਤਲਬ ਗੱਲ ਕੱਟ ਕਹਿ ਜਾਵਾਂ, ਪਰ ਤੁਸੀਂ ਉਹਨਾਂ ਦੀ ਜ਼ੁਬਾਨੀ ਅਸੀਂ ਗੱਲ ਕਰਾਂਗੇ ਜਹੇਦਾਰ ਇਕਬਾਲ ਸਿੰਘ ਜੀ ਲਾਲਪੁਰਾ। ਜਹੇਦਾਰ ਸ਼ਬਦ ਮੈਂ ਤਾਂ ਲਾਇਆ ਕਿਉਂਕਿ ਪੂਰਨ ਗੁਰਸਿੱਖ ਰੂਪ ਨੇ ਤੇ IPS ਅਧਿਕਾਰੀ ਰਿਟਾਇਰਡ DIG ਨੇ, ਤੇ ਅਸੀਂ ਉਹਨਾਂ ਦੇ ਨਾਲ ਵੱਖ-ਵੱਖ ਵਿਸ਼ਿਆਂ ਤੇ ਜਿੱਥੇ ਗੱਲ ਕਰਾਂਗੇ, ਨਾਲ ਦੀ ਨਾਲ ਉਹਨਾਂ ਦੇ ਪਰਿਵਾਰਕ ਜੀਵਨ ਬਾਰੇ, ਉਹਨਾਂ ਦੀ ਵਿੱਦਿਆ ਬਾਰੇ ਤੇ ਹੁਣ ਤੱਕ ਜਿਹੜੇ ਮੌਜੂਦਾ ਹਾਲਾਤ ਜਿਹੜੇ ਵੱਖ-ਵੱਖ ਵਿਸ਼ਿਆਂ ਤੇ ਵੀ ਗੱਲ ਕਰਾਂਗੇ, ਤਾਂ ਕਿ ਜਿਹੜੇ ਸਾਡੇ ਲੋਕ ਆ ਉਹਨਾਂ ਦੀ ਸੋਚ ਤੋਂ ਉਹਨਾਂ ਦੀ ਜਿਹੜੀ ਗੱਲਬਾਤ ਤੋਂ ਪ੍ਰਭਾਵਿਤ ਹੋ ਕੇ ਆਪਣੇ ਜੀਵਨ ਦੇ ਵਿੱਚ ਵੀ ਕੁਛ ਨਾ ਕੁਛ ਕਰ ਸਕਣ। ਇਕਬਾਲ ਸਿੰਘ ਜਿਹੜੇ ਜੀ, ਤੁਹਾਡੇ ਲਾਲਪੁਰਾ ਸਾਹਿਬ ਜਿਹੜਾ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਤੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਤੁਹਾਡੇ ਮੁਖਾਤਬ ਤੋਂ ਸ਼ਬਦ ਹੋ ਜਿਹੜੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਤੱਕ, ਆਵਾਮ ਤੱਕ ਪਹੁੰਚਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਾਹਿਬ ਹੁਕਮ ਕਰੋ। सर, मेरा नाम दलजीत सिंह अजनोहा मेरा पिंड है। असी गलती नाल जदों असी गल करते हैं उहदे विच मेरे जिहड़े होस्ट आ, असी कोशिश यही करते हैं लाइव दे विच आपां कदी भी किसी तो गलत गल ना कर सकीए। सरदार इकबाल सिंह जी ਜਿਹੜੇ ਸਾਡੇ ਲਾਲਪੁਰਾ ਦੇ ਨਾਮ ਦੇ ਨਾਲ ਆਪਾਂ ਇਹ ਵੀ ਜਾਣਾਂਗੇ ਕਿ ਲਾਲਪੁਰਾ ਕਿਵੇਂ ਪੜਿਆ। ਸਰ, ਤੁਸੀਂ ਜਿਹੜਾ ਆ ਪਹਿਲਾਂ ਸਾਡੇ ਦਰਸ਼ਕਾਂ ਨੂੰ ਆਪਣੇ ਪਰਿਵਾਰਕ ਪਿਛੋਕੜ ਬਾਰੇ ਜ਼ਰੂਰ ਦੱਸੋ ਜੀ। ਤੁਹਾਡਾ ਪਰਿਵਾਰਕ ਪਿਛੋਕੜ ਕੀ ਆ, ਤਾਂ ਕਿ ਜਿਹੜੇ ਸਾਡੇ ਲੋਕ ਉਸ ਸ਼ਖਸੀਅਤ ਨੂੰ ਜਿਵੇਂ ਅਕਸਰ ਦੇਖਿਆ ਜਾਂਦਾ ਹੋਣਹਾਰ ਗੁਰਵਾਨ ਕੇ ਚਿਕਨੇ ਪਾਤ, ਉਹਦੇ ਤਹਿਤ ਅਸੀਂ ਗੱਲ ਕਰਾਂਗੇ ਜਿਸ ਪਰਿਵਾਰ ਦੇ ਵਿੱਚ ਤੁਸੀਂ ਜਨਮ ਲਿਆ, ਅੱਜ ਇਸ ਮੁਕਾਮ ਤੇ ਪਹੁੰਚੇ, ਉਸ ਪਰਿਵਾਰ ਬਾਰੇ ਵੀ ਸਾਡੇ ਦਰਸ਼ਕਾਂ ਨੂੰ। ਮੇਰਾ ਰਹਾਇਸ਼ੀ ਪਿੰਡ ਜਿਹੜਾ ਹੈ ਉਹਦਾ ਨਾਮ ਲਾਲਪੁਰਾ, ਤੇ ਮੇਰੇ ਪਿਤਾ ਜੀ ਤੇ ਮਾਤਾ ਜੀ ਬਚਪਨ ਮਤਲਬ ਜਦੋਂ ਉਹ ਅੰਮ੍ਰਿਤਧਾਰੀ ਸਿੰਘ ਸੀਗੇ, ਇਸ ਕਰਕੇ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧਿਤ ਹੈ, ਤੇ ਖੇਤੀਬਾੜੀ ਦੇ ਨਾਲ ਜਿਹੜਾ ਹੈ ਉਹ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਤੇ ਉਹਨਾਂ ਦੇ ਜਿਹੜਾ ਉਸ ਪਾਸੇ ਉਹਨਾਂ ਦਾ ਬਹੁਤ ਜ਼ਿਆਦਾ ਰੁਝਾਨ ਸੀ ਪਿਤਾ ਜੀ ਦਾ। ਇਸ ਕਰਕੇ ਉਹਨਾਂ ਦੇ ਮਨ 'ਚ ਇਹ ਵੀ ਸੀ ਕਿ ਮੇਰੇ ਬੱਚੇ ਅੱਛੀ ਐਜੂਕੇਸ਼ਨ ਲੈਣ। ਔਰ ਅਸੀਂ 5 ਭਰਾ ਸੀ, 5 ਚੋਂ 3 ਇਸ ਸੰਸਾਰ ਤੋਂ ਚਲੇ ਗਏ। ਇੱਕ ਉਹਨਾਂ ਨੇ ਵੀ ਆਪਣੇ ਜੀਵਨ 'ਚ ਪ੍ਰਾਪਤੀਆਂ ਕੀਤੀਆਂ। ਮੈਂ ਤੇ ਮੇਰਾ ਛੋਟਾ ਬ੍ਰਦਰ ਅੱਜ ਕੱਲ੍ਹ ਚੀਫ ਇੰਜੀਨੀਅਰ ਹੈ ਸਰ ਹਰਪਾਲ ਸਿੰਘ, ਪੰਜਾਬ ਪੁਲਿਸ ਕਾਰਪੋਰੇਸ਼ਨ ਦੇ ਵਿੱਚ, ਹਾਊਸਿੰਗ ਕਾਰਪੋਰੇਸ਼ਨ ਦੇ ਵਿੱਚ। ਤੇ ਇਹ ਸਾਡੇ ਪਰਿਵਾਰ ਦਾ ਪਿਛੋਕੜ ਹੈਗਾ। ਤੇ ਵਿੱਦਿਆ ਮੈਂ ਪਹਿਲਾਂ ਤਾਂ ਆਪਣੇ ਇਹਨਾਂ ਸਕੂਲਾਂ ਤੋਂ ਹੀ ਪ੍ਰਾਪਤ ਕੀਤੀ ਹੈ, ਜਿਹੜੇ ਸਾਡੇ ਪੇਂਡੂ ਸਕੂਲ ਹੈਗੇ ਆ, ਆਪਣੇ ਪਿੰਡ ਤੋਂ, ਆਪਣੇ ਇਲਾਕੇ ਤੋਂ। ਉਸ ਤੋਂ ਬਾਅਦ ਮੇਰੀ ਅਗਲੀ ਐਜੂਕੇਸ਼ਨ DAV ਕਾਲਜ ਚੰਡੀਗੜ੍ਹ ਤੋਂ ਸੀਗੀ। DAV ਕਾਲਜ ਚੰਡੀਗੜ੍ਹ ਤੋਂ ਬਾਅਦ ਫਿਰ ਮੈਂ ਯੂਨੀਵਰਸਿਟੀ ਐਡਮਿਸ਼ਨ ਲਈ ਸੀਗੀ MA ਇੰਗਲਿਸ਼ ਕਰਨ ਵਾਸਤੇ। ਤੇ ਇਸੇ ਦੌਰਾਨ ਮੈਂ ਸਰਵਿਸ ਜਿਹੜੀ ਹੈ ਨਾ ਫਿਰ ਜੁਆਇਨ ਕੀਤੀ ਪੁਲਿਸ ਦੇ ਵਿੱਚ। ਔਰ ਉਸ ਤੋਂ ਪੁਲਿਸ ਸਰਵਿਸ ਦੇ ਵਿੱਚ ਮੌਕਾ ਮਿਲਿਆ ਜਿਹੜਾ ਵੱਖ-ਵੱਖ ਥਾਵਾਂ 'ਤੇ ਸਭ ਤੋਂ ਮੈਂ ਇਹਨੂੰ ਖੁਸ਼ਕਿਸਮਤੀ ਸਮਝ ਲਾਂ ਜਾਂ ਜੋ ਵੀ ਕੁਦਰਤ ਦਾ ਨੇਚਰ ਦਾ ਸੀਗਾ ਕਿ ਪੰਜਾਬ ਦਾ ਜੋ ਦੁਖਾਂਤ ਹੈ ਉਹਨੂੰ ਮੈਨੂੰ ਅੱਖੀਂ ਵੇਖਣ ਦਾ, ਪਿੰਡੇ 'ਤੇ ਹੰਡਾਉਣ ਦਾ ਤੇ ਉਹਦੇ ਨਾਲ ਜੂਝਣ ਦਾ ਜਾਂ ਉਹਦੇ ਨਾਲ ਉਹਨੂੰ ਕਾਬੂ ਕਰਨ ਦਾ ਜਾਂ ਉਹਨੂੰ ਅਸੀਂ ਵੱਖ-ਵੱਖ ਪਹਿਲੂਆਂ ਤੋਂ ਵਿਚਾਰਨ ਦਾ ਮੈਨੂੰ ਮੌਕਾ ਮਿਲਿਆ। ਤੇ ਮੈਂ 1977 ਤੋਂ ਲੈ ਕੇ 1997 ਤੱਕ 20 ਸਾਲ ਲਗਾਤਾਰ ਅੰਮ੍ਰਿਤਸਰ ਪੋਸਟਡ ਰਿਹਾ, ਜਿਹਦੇ 'ਚੋਂ 9 ਸਾਲ SPCAD ਅੰਮ੍ਰਿਤਸਰ ਰਿਹਾ 87 ਤੋਂ 96 ਤੱਕ। ਤੋਂ ਉਸ ਤੋਂ ਬਾਅਦ ਫਿਰ ਜ਼ਿਲ੍ਹਿਆਂ 'ਚ ਕਈ ਜ਼ਿਲ੍ਹਿਆਂ 'ਚ SSP ਰਿਹਾ, ਅੱਗੇ ਤਰੱਕੀ ਕੀਤੀ। ਕਈ ਪ੍ਰੋਬਲਮਾਂ ਵੀ ਜ਼ਿੰਦਗੀ 'ਚ ਆਈਆਂ, ਖਾਸ ਕਰਕੇ ਸਰਕਾਰ ਵੱਲੋਂ ਪ੍ਰੋਬਲਮ ਆਈਆਂ, ਕਰਪਟ ਐਲੀਮੈਂਟ ਵੱਲੋਂ ਪ੍ਰੋਬਲਮ ਆਈਆਂ। ਇਹ ਨਹੀਂ, ਲੋਕਾਂ ਨੇ ਹਮੇਸ਼ਾ ਸਾਥ ਦਿੱਤਾ ਹੈ ਔਰ ਲੋਕਾਂ ਦੀਆਂ ਦੁਆਵਾਂ ਨਾਲ ਜਿਹੜਾ ਇੱਥੇ ਤੱਕ ਜੀਵਨ 'ਚ ਪਹੁੰਚੇ ਆ। ਅੱਜ ਜੋ ਕੁਛ ਅਸੀਂ ਚਾਹੁੰਦੇ ਸੀ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕਰਨਾ, ਉਹਦੇ ਨਾਲੋਂ ਕਿਤੇ ਜ਼ਿਆਦਾ ਲੋਕਾਂ ਦਾ ਪਿਆਰ ਜਿਹੜਾ ਮਿਲਿਆ। ਤੇ ਮੈਂ ਸਮਝਦਾ ਵੀ ਸਭ ਤੋਂ ਵੱਡੀ ਬੰਦੇ ਦੀ ਕਮਾਈ ਇਹ ਹੈ ਕਿ ਮੇਰੇ ਬਜ਼ੁਰਗ ਮੈਨੂੰ ਅਸੀਸਾਂ ਦਿੰਦੇ ਹੋਣਗੇ
ਕਿ ਅਸੀਂ ਉਹਨਾਂ ਦੇ ਰਾਹ ਤੋਂ ਥਿੜਕੇ ਨਹੀਂ। ਮੇਰੀਆਂ ਆਉਣ ਵਾਲੀਆਂ ਨਸਲਾਂ ਨੂੰ ਜਦੋਂ ਮੇਰੇ ਬੱਚੇ ਛੋਟੇ ਸੀ ਤੇ ਵੇਖਦੇ ਸੀ ਕਿ ਪੁਲਿਸ ਅਫਸਰਾਂ ਦੇ ਬੱਚਿਆਂ ਕੋਲ ਕਾਰਾਂ ਹੈ, ਇਹ ਹੈ, ਉਹ ਹੈ, ਸਭ ਕੁਝ ਉਹਨਾਂ ਦੇ ਕੋਲ ਲੱਗਦਾ ਸੀ ਕਿ ਅਸੀਂ ਕਿਸੇ ਨਾ ਕਿਸੇ ਚੀਜ਼ ਤੋਂ ਮਰਹੂਮ ਰਹਿ ਗਏ। ਤੇ ਅੱਜ ਮੇਰੇ ਬੱਚੇ ਮੇਰੇ ਤੇ ਮਾਣ ਕਰਦੇ ਆ, ਮੇਰੇ ਪੋਤਰੇ ਪੋਤਰੀਆਂ ਦੋਤਰੇ, ਉਹ ਇਸ ਗੱਲ ਤੋਂ ਬੜੇ ਖੁਸ਼ ਹੁੰਦੇ ਆ ਕਿ ਜੇ ਕਿਧਰੇ ਮੇਰਾ ਦੇਸ਼ ਵਿਦੇਸ਼ ਨਾ ਲਿਆ ਜਾਂਦਾ ਤੇ ਸਤਿਕਾਰ ਨਾਲ ਲਿਆ ਜਾਂਦਾ। ਤੇ ਉਹ ਮੇਰੇ ਬੱਚੇ ਹੁਣ ਮੈਨੂੰ ਕਹਿੰਦੇ ਹੁੰਦੇ ਆ, ਮੇਰੇ ਬੇਟਾ ਤੇ ਬੇਟੀ, ਕਿ ਸਾਨੂੰ ਉਹ ਸਾਰੀਆਂ ਗੱਲਾਂ ਭੁੱਲ ਗਈਆਂ। ਸਾਨੂੰ ਹੁਣ ਇਹੋ ਹੀ ਗੱਲ ਚੰਗੀ ਲੱਗਦੀ ਹੈ ਜਦੋਂ ਤੁਹਾਡਾ ਨਾਂ ਲਈਦਾ ਤੇ ਲੋਕ ਸਾਨੂੰ ਸਤਿਕਾਰ ਦਿੰਦੇ ਆ, ਪਹਿਲ ਦਿੰਦੇ ਆ ਕਿ ਤੁਸੀਂ ਇੱਕ ਅੱਛੇ ਬਾਪ ਦੇ ਬੱਚੇ ਹੋ, ਅੱਛੀ ਮਾਂ ਦੇ ਬੱਚੇ ਹੋ, ਅੱਛੇ ਪਰਿਵਾਰ ਦੇ, ਅੱਛੇ ਸੰਸਕਾਰਾਂ ਵਾਲੇ ਹੋ। ਸੋ ਮੇਰੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ। ਸਰ ਤੁਸੀਂ ਬਹੁਤ ਵਧੀਆ ਤਫਸੀਲ ਨਾਲ ਦੱਸਿਆ, ਪਰ ਜਿਹੜੀ ਡਿਊਟੀ ਦੇ ਦੌਰਾਨ ਅਸੀਂ ਗੱਲ ਕੀਤੀ ਸੀਗੀ, ਉसी ਗੁਫ਼ਤਗੂ ਦੇ ਦੌਰਾਨ ਪਹਿਲਾਂ ਸਾਡੀ ਗੱਲ ਹੋਈ ਸੀ ਕਿ ਪੁਲਿਸ ਦੇ ਦੌਰਾਨ, ਕਿਉਂਕਿ ਸਾਡਾ ਸਵਾਲ ਸੀਗਾ ਵੀ ਤੁਸੀਂ ਪੁਲਿਸ ਕਦੋਂ ਜੁਆਇਨ ਕੀਤੀ ਤੇ IPS ਕੀਤੀ ਤੇ ਤੁਸੀਂ DIG ਦੇ ਬਹੁਤ ਤੋਂ ਰਿਟਾਇਰ ਹੋਏ ਹੋ। ਉਹਦੇ ਦੌਰਾਨ ਤੁਸੀਂ 1978 ਦੇ ਵਿੱਚ ਇੱਕ ਕਾਂਡ ਹੋਇਆ, 1984 ਦੇ ਵਿੱਚ, ਉਹ ਜਿਹੜਾ ਸਾਡੇ ਦਰਸ਼ਕਾਂ ਨੂੰ ਤਫਸੀਲ ਨਾਲ ਦੱਸੋ ਕਿਵੇਂ ਤੁਸੀਂ ਉਹਦੇ ਪ੍ਰਤੱਖ ਅਧਿਕਾਰੀ ਹੋ, ਤੁਸੀਂ ਉਹਨਾਂ ਨੂੰ ਡੀਲ ਵੀ ਕੀਤਾ ਇੱਕ ਅਧਿਕਾਰੀ ਵਜੋਂ ਤੇ ਉਹਦੀ ਜਾਂਚ ਵੀ ਕੀਤੀ, ਤੇ ਉਹਦੇ ਬਾਰੇ ਜਿਹੜਾ ਸਾਡੇ ਤਫਸੀਲ ਨਾਲ ਸਾਡੇ ਦਰਸ਼ਕਾਂ ਨੂੰ ਜ਼ਰੂਰ ਜੀ। ਦੇਖੋ, ਜਦੋਂ 1978 ਦਾ ਨਿਰੰਕਾਰੀ ਕਲੈਸ਼ ਹੋਇਆ, ਜਿੱਥੇ 13 ਸਿੰਘ ਤੇ 4 ਹੋਰ ਵਿਅਕਤੀ ਸ਼ਹੀਦ ਹੋਏ, ਉਹ ਜਿਹੜੇ ਆ ਉਹ ਘਟਨਾ ਨੂੰ ਰੋਕਿਆ ਜਾ ਸਕਦਾ ਸੀ, ਮੈਂ ਇਹ ਸਮਝਦਾ ਜੀ। ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਵਿਸਾਖੀ ਦਾ ਦਿਨ ਹੋਵੇ ਤੇ ਨਿਰੰਕਾਰੀਆਂ ਦਾ ਤੇ ਸਿੱਖਾਂ ਦਾ ਆਪਸੀ ਜਿਹੜਾ ਫਰਕ ਪੈ ਗਿਆ ਸੀ 1975 ਤੋਂ ਵੀ ਪਹਿਲਾਂ, ਤੇ ਇੱਕ ਦੂਜੇ ਦੇ ਸੰਤ ਕਰਤਾਰ ਸਿੰਘ ਹੋਰਾਂ ਨੇ ਵੀ ਇਹਨਾਂ ਨੂੰ ਬੰਨਿਆ ਸੀ, ਨਿਰੰਕਾਰੀਆਂ ਨੂੰ, ਜਿਹੜੇ 7 ਸਿਤਾਰੇ ਬਣਾਏ। ਉਸ ਤੋਂ ਪਹਿਲਾਂ ਘੁਮਾਣ 'ਚ ਵੀ ਝਗੜਾ ਹੋਇਆ ਸੀ, ਤੇ ਜਿਹੜੇ ਸਾਡੇ ਉਸ ਵੇਲੇ ਦੇ SSP ਸਾਹਿਬ ਅੰਮ੍ਰਿਤਸਰ ਸੀਗੇ, ਉਹ ਨਵੇਂ ਹੀ ਆਏ ਸੀ, ਉਹਨਾਂ ਨੂੰ ਸਾਦੇ ਨਹੀਂ ਹੋਏ ਸੀ। ਲੇਕਿਨ ਇਹੋ ਜਿਹੇ ਪ੍ਰੋਗਰਾਮ ਕਰਨ ਤੋਂ ਪਹਿਲਾਂ ਹੀ ਮਨਜ਼ੂਰੀਆਂ ਲੈ ਲਈਆਂ ਜਾਂਦੀਆਂ, ਮਨਜ਼ੂਰੀ ਵੀ ਉਹਨਾਂ ਤੋਂ ਆਉਣ ਤੋਂ ਪਹਿਲਾਂ ਹੀ ਲੈ ਲਈ ਗਈ ਸੀ। ਸੋ ਉਸ ਕਲੈਸ਼ ਨੂੰ ਜਦੋਂ ਵਿਸਾਖੀ ਵਾਲੇ ਦਿਨ ਉਹਨਾਂ ਨੂੰ ਉਸ ਅੰਮ੍ਰਿਤਸਰ ਦੇ ਵਿੱਚ ਪ੍ਰੋਸੈਸ਼ਨ ਕੱਢਣ ਦਾ ਤੇ ਉੱਥੇ ਸਮਾਗਮ ਕਰਨ ਦੀ ਜਿਹੜੀ ਆਗਿਆ ਦੇਣੀ, ਮੈਂ ਸਮਝਦਾ ਇਹ ਸਭ ਤੋਂ ਵੱਡੀ ਉਸ ਵੇਲੇ ਦੀ ਗਲਤੀ ਸੀ। ਉਸ ਤੋਂ ਬਾਅਦ ਜਦੋਂ ਇਹ ਜੱਥਾ ਚੱਲਿਆ, ਸਭ ਤੋਂ ਪਹਿਲਾਂ ਤਾਂ ਗੱਲ ਸੰਤ ਜਰਨੈਲ ਸਿੰਘ ਨੇ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਨੂੰ ਰੋਕਿਆ, ਜਾ ਕੇ ਦੱਸਿਆ ਜਿਹੜੇ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਉਸ ਵੇਲੇ ਭਾਸ਼ਣ ਦੇ ਰਹੇ ਸੀ ਵਿਸਾਖੀ ਤੇ ਆਮ ਤੌਰ ਤੇ ਉੱਥੇ ਸਮਾਗਮ ਹੁੰਦਾ। ਉਮਰਾ ਨੰਗਲ ਜੀ ਨੇ ਆਪਣੀ ਜ਼ਿੰਮੇਵਾਰੀ ਦਾ ਪੂਰੀ ਨਹੀਂ ਕੀਤੀ, ਕਿਉਂਕਿ ਉਹ ਪੰਜਾਬ ਦੇ ਉਸ ਵੇਲੇ ਦੇ ਮਾਲ ਮੰਤਰੀ ਸੀ, ਰੈਵਨਿਊ ਮਿਨਿਸਟਰ ਸੀਗੇ। ਜੇ ਉਹ ਚਾਹੁੰਦੇ ਤੇ DC ਤੇ SSP ਸਾਹਿਬ ਨੂੰ ਕਹਿ ਕੇ ਤੇ ਉਸੇ ਵੇਲੇ ਬੰਦ ਕਰਾ ਦਿੰਦੇ, ਉਹ ਕਹਿ ਦਿੰਦੇ ਕਿ ਨਹੀਂ ਬਈ ਇਹ ਬੰਦ ਕਰੋ, ਇਸ ਨਹੀਂ ਹੋ ਸਕਦਾ, ਜਾਂ ਉੱਥੇ ਅੱਛਾ ਪ੍ਰਬੰਧ ਕਰੋ। ਲੇਕਿਨ ਉਹ ਕਹਿਣ ਲੱਗੇ ਮੈਂ ਕੁਝ ਨਹੀਂ ਕਰ ਸਕਦਾ। ਉਸ ਵੇਲੇ ਤੱਕ ਪ੍ਰੋਸੈਸ਼ਨ ਖਤਮ ਹੋ ਚੁੱਕਾ ਸੀ। ਫਿਰ ਉਹ ਜਿਹੜੇ ਸੀ ਸਿੰਘ ਦਮਦਮੀ ਟਕਸਾਲ ਵਾਲੇ, ਉਹ ਅਜੀਤ ਨਗਰ ਗਏ, ਉੱਥੇ ਜਿਹੜੇ ਅਖੰਡ ਕੀਰਤਨੀ ਜਥੇ ਦਾ ਸਮਾਗਮ ਚੱਲ ਰਿਹਾ ਸੀਗਾ। ਉੱਥੇ ਉਹਨਾਂ ਨੇ ਜਾ ਕੇ ਦੱਸਿਆ ਕਿ ਸਾਨੂੰ ਮਿਲ ਕੇ ਚੱਲਣਾ ਚਾਹੀਦਾ। ਫਿਰ ਉਹ ਵਾਪਸ ਆ ਕੇ ਦਰਬਾਰ ਸਾਹਿਬ ਤੋਂ ਫਿਰ ਇਕੱਠੇ ਹੋ ਕੇ ਚੱਲੇ, ਤੇ ਕੋਤਵਾਲੀ ਤੋਂ ਅੱਗੇ ਉਹਨਾਂ ਨੂੰ ਰੋਕ ਲਿਆ ਸੀਗਾ। ਅਨੂਪ ਸਿੰਘ ਮਨਹਾਸ ਇੰਸਪੈਕਟਰ ਸੀ, ਸਿਟੀ ਇੰਸਪੈਕਟਰ ਅੰਮ੍ਰਿਤਸਰ। ਉਹ ਉਹਨਾਂ ਨੂੰ ਰੋਕ ਕੇ ਫੌਜਾ ਸਿੰਘ ਉਹਨਾਂ ਨੂੰ ਥਾਣੇ ਲੈ ਗਏ। ਥਾਣੇ ਲਿਜਾ ਕੇ ਤੇ ਉਹ ਜੇ ਨਾ ਹੋ ਜਾਂਦੇ ਤੇ ਕਲੈਸ਼ ਨਹੀਂ ਸੀ ਹੋਣਾ। ਲੇਕਿਨ ਉੱਥੇ DSP ਸਾਹਿਬ ਸੀ ਓਮ ਦੱਤ ਜੋਸ਼ੀ, ਉਦੋਂ ਹੁਣ ਤਾਂ ਉੱਥੇ ਕਮਿਸ਼ਨਰ ਬਣ ਗਿਆ। ਉਦੋਂ ਅਫਸਰ ਜਿਹੜੇ ਆ ਉਹਨਾਂ ਦੇ ਰੈਂਕ ਛੋਟੇ ਸੀ ਤੇ ਕਾਬਲੀਅਤ ਜ਼ਿਆਦਾ ਸੀ। ਹੁਣ ਅਫਸਰਾਂ ਦੇ ਰੈਂਕ ਵੱਡੇ ਆ ਤੇ ਕਾਬਲੀਅਤ ਜਿਹੜੀ ਹੈ ਨਾ ਉਹ ਲੋਕਾਂ ਦੇ ਸਾਹਮਣੇ ਹੈ। ਤੋ ਜੋਸ਼ੀ ਨੇ ਉਹਨਾਂ ਨੂੰ ਕਿਹਾ ਕਿ ਅਨੂਪ ਸਿੰਘ ਨੂੰ ਹੁਕਮ ਦਿੱਤਾ ਕਿ ਇਹਨਾਂ ਨੂੰ ਜਾਣ ਦੇ। ਉਹਨਾਂ ਦੇ ਕੋਲ ਰਵਾਇਤੀ ਜਿਹੜੀ ਆ ਸ੍ਰੀ ਸਾਹਿਬ ਜਾਂ ਜੋ ਆਪਣੀ ਅੰਮ੍ਰਿਤ ਵੇਲੇ ਜਿਹੜਾ ਸਾਡਾ ਛੋਟੀ ਸ੍ਰੀ ਸਾਹਿਬ ਹੁੰਦੀ ਆ, ਇਸ ਤੋਂ ਇਲਾਵਾ ਉਹਨਾਂ ਕੋਲ ਕੋਈ ਬਹੁਤ ਵੱਡੇ ਇਹ ਨਹੀਂ ਸੀ ਕਿ ਬੰਦੂਕਾਂ ਸੀ ਜਾਂ ਹਥਿਆਰ ਸੀ। ਇਹ ਜੱਥਾ ਸਿਰਫ ਸਿਮਰਨ ਕਰਦਾ ਹੀ ਉੱਥੇ ਪਹੁੰਚੇ। ਦੂਜੇ ਪਾਸਿਓਂ ਅਟੈਕ ਹੋਇਆ ਤੇ ਪੁਲਿਸ ਨੇ ਵੀ ਗੋਲੀ ਚਲਾਈ। 13 ਬੰਦੇ ਜਿਹੜੇ ਸਿੰਘ ਸ਼ਹੀਦ ਹੋ ਗਏ। ਉਸ 4 ਬੰਦਿਆਂ ਦੇ ਵਿੱਚੋਂ 2 ਤਾਂ ਨਿਰੰਕਾਰੀਆਂ ਦੇ ਬੰਦੇ ਮਰੇ ਤੇ 2 ਵਿਚਾਰੇ ਰਿਕਸ਼ੇ ਚਲਾਉਣ ਵਾਲੇ ਸੀ। ਕੁੱਲ 17 ਬੰਦੇ ਮਰ ਗਏ। ਉਦੋਂ
ਇੰਨਾ ਰੌਲਾ ਰੱਪਾ ਪੈ ਗਿਆ ਕਿ ਕਿਸੇ ਨੂੰ ਕੁਝ ਸਮਝ ਨਹੀਂ ਆਈ ਕਿ ਕੀ ਹੋਣਾ ਚਾਹੀਦਾ। ਤਾਂ ਉਹ ਜਦੋਂ ਤੱਕ ਇਹ ਗੱਲ ਮੁਕੱਦਮਾ ਦਰਜ ਹੋਇਆ, ਕੋਈ ਹਰ ਬੰਦੇ ਨੂੰ ਸ਼ੱਕ ਹੈ ਕਿ ਉਹਨੂੰ ਪੁਲਿਸ ਵਾਲੇ ਭਜਾ ਕੇ ਲੈ ਗਏ ਗੁਰਬਚਨ ਸਿੰਘ ਨੂੰ। ਇਹ ਸਾਰਾ ਉਸ ਵੇਲੇ ਹੋਇਆ ਰੌਲੇ ਰੱਪੇ 'ਚ, ਤੇ ਜੋ ਨਿਕਲ ਗਿਆ ਕਿਸੇ ਨੂੰ ਪਤਾ ਹੀ ਨਹੀਂ ਸੀ। ਅਨਅਵੇਅਰ ਪੁਲਿਸ ਫੜੀ ਗਈ। ਸੋ ਉਸਨੇ ਪਹਿਲਾਂ ਤਾਂ ਮੁਕੱਦਮਾ ਦਰਜ ਕਰਨ ਵਾਲੇ ਪਾਸੇ ਸੀ, ਬੰਦਿਆਂ ਨੂੰ ਬਚਾਉਣ ਵਾਲੇ ਪਾਸੇ ਸੀ, ਜ਼ਖਮੀ ਬੰਦੇ ਸੀ। ਖੈਰ ਜਦੋਂ ਇਹ ਇਸ ਤਰ੍ਹਾਂ ਦੀ ਘਟਨਾ ਵਾਪਰੀ ਔਰ ਉਹਦੀ ਤਫਤੀਸ਼ ਵਾਸਤੇ ਇੱਕ ਸਰਦਾਰ ਜਿੰਦਰ ਸਿੰਘ ਸੀਗੇ ਐਸਪੀ ਸਾਹਿਬ, ਤੇ ਉਹ ਬੜੇ 80 'ਚ ਰਿਟਾਇਰ ਹੋ ਗਏ। ਲੋਕਾਂ ਨੂੰ ਸ਼ਾਇਦ ਉਹਨਾਂ ਬਾਰੇ ਬਹੁਤਾ ਪਤਾ ਨਹੀਂ। ਬੜੇ ਗੁਰਮੁਖ ਔਰ ਇਮਾਨਦਾਰ ਆਦਮੀ ਸੀ। ਅਸੀਂ ਉਹਨਾਂ ਦੀ ਟੀਮ ਦੇ ਮੈਂਬਰ ਸੀ। ਬੜੇ ਅੱਛੇ ਅਫਸਰ ਹੋਰ ਵੀ ਸੀ ਮੈਂਬਰ, ਇਹ ਨਹੀਂ ਕਿ ਮੈਂ ਇਕੱਲਾ ਸੀ। ਬੜੇ ਉਹਨਾਂ ਦੇ ਜਿਹੜੇ ਸਰ ਇੰਦਰਜੀਤ ਸਿੰਘ ਸੀਗੇ, ਇਹਨਾਂ ਦੇ ਸਰ ਪਾਲ ਸਿੰਘ ਬਾਜਵਾ ਸੀ, ਸਰ ਆਤਮਦੇਵ ਸਿੰਘ ਸੀ। ਅੱਛੇ ਲੋਕ ਜਿਹੜੇ ਹੈ ਨਾ ਉਸ ਵੇਲੇ ਉਸ ਇਨਵੈਸਟੀਗੇਸ਼ਨ ਟੀਮ ਦੇ ਵਿੱਚ ਭਾਈਵਾਲ ਸੀਗੇ। ਔਰ ਲੇਕਿਨ ਮੁਕੱਦਮਾ ਅਨੂਪ ਸਿੰਘ ਦੀ ਜਿਹੜੀ ਹੈ ਨਾ ਇੱਕ ਗਵਾਹੀ ਤੇ ਕੁਝ ਹੋਰ ਲੋਕਾਂ ਦੀ ਗਵਾਹੀ ਤੇ ਅਨੂਪ ਸਿੰਘ ਨੇ ਦਾ ਬਿਆਨ ਰਿਕਾਰਡ ਕਰ ਲਿਆ, ਜਿਹਨੂੰ ਅਸੀਂ ਪੰਜਾਬੀ 'ਚ ਜਾਂ ਕਾਨੂੰਨ ਦੀ ਭਾਸ਼ਾ 'ਚ ਇਹ ਕਹਿੰਦੇ ਆ ਕਿ ਨਗੁਣੀਆਂ ਜਾਂ ਫਿਲਮਜ਼ੀ ਗਰਾਊਂਡ ਤੇ ਅਦਾਲਤ ਨੇ ਉਹਨੂੰ ਬਰੀ ਕਰ। ਅਦਾਲਤ ਜੇ ਇੱਕ ਗੱਲ ਵੇਖਣ ਵਾਲੀ ਹੈ ਕਿ 1978 ਤੋਂ ਲੈ ਕੇ 1980 ਤੱਕ ਜਦੋਂ ਤੱਕ ਇਹ ਫੈਸਲਾ ਅਦਾਲਤ 'ਚ ਨਹੀਂ ਹੋਇਆ, ਸਿੰਘਾਂ ਨੇ ਕੋਈ ਵੀ ਕਾਨੂੰਨ ਨਹੀਂ ਤੋੜਿਆ, ਕੋਈ ਵੀ ਨਿਰੰਕਾਰੀ ਕਤਲ ਨਹੀਂ ਹੋਇਆ, ਕੋਈ ਵੀ ਕਿਸੇ ਪਾਸੇ ਗੱਲ ਨਹੀਂ ਗਈ। ਉਹ ਹਮੇਸ਼ਾ ਸੰਤ ਜਰਨੈਲ ਸਿੰਘ ਹੋਰੀ ਵੀ ਤੇ ਸਾਰੇ ਇਸ ਪਾਸੇ ਉਹਨਾਂ ਦਾ ਰੁਝਾਨ ਸੀ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਸਜ਼ਾ ਕਰਾਈਏ। ਜੇ ਸਜ਼ਾ ਹੋ ਜਾਂਦੀ ਤੇ ਲੋਕਾਂ ਦੇ ਮਨ ਨੂੰ ਸ਼ਾਂਤ ਹੋ ਜਾਣਾ ਸੀਗਾ। ਅੱਜ ਵੀ 295 ਦੇ ਪਰਚੇ ਹੁੰਦੇ ਆ, ਇਹ ਉਦੋਂ ਵੀ ਹੋਣੇ ਚਾਹੀਦੇ ਸੀਗੇ, ਇਹ ਜਿਹੜੇ ਉਸ ਵੇਲੇ ਨਹੀਂ ਹੋਏ। ਦੂਜੀ ਗੱਲ ਹੈ ਕਿ ਜਦੋਂ ਬਰੀ ਹੋ ਗਿਆ ਫਿਰ ਅਪੀਲ ਨਹੀਂ ਕੀਤੀ ਕਿਸੇ ਨੇ। ਇਹ ਜਿਹੜੀ ਹੈ ਗਵਰਨਮੈਂਟ ਚੇਂਜ ਹੁੰਦੀ ਗਈ। ਫਰਵਰੀ ਤੱਕ ਤਾਂ 18 ਫਰਵਰੀ 80 ਤੱਕ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਉਸ ਤੋਂ ਬਾਅਦ ਪ੍ਰੈਜ਼ੀਡੈਂਟ ਰੂਲ ਆ ਗਿਆ। ਫਿਰ ਜੂਨ ਦੇ ਵਿੱਚ ਆ ਕੇ ਕਾਂਗਰਸ ਦੀ ਸਰਕਾਰ 80 'ਚ ਬਣ ਗਈ। ਲੇਕਿਨ ਉਸ ਤੋਂ ਇਹ ਜਿਹੜਾ ਨਾਂ ਇਹਨਾਂ ਦਾ ਅਪੀਲ ਕਰਨੀ ਔਰ ਉਹਦੇ ਨਾਲ ਜਿਹੜੀ ਹੈ ਫਿਰ ਮੈਂ ਸਮਝਦਾ ਕਿ ਜਿਵੇਂ ਕਹਿੰਦੇ ਹੁੰਦੇ ਤੰਗ ਆਦਮ ਬਚੰਗ ਆਮਦ, ਤੇ ਜਦੋਂ ਆਦਮੀ ਕਾਨੂੰਨੀ ਤੌਰ ਤੇ ਸਮਝਦਾ ਕਿ ਹੁਣ ਮੈਨੂੰ ਕੁਝ ਪੱਲੇ ਨਹੀਂ ਪਿਆ ਤੇ ਉਹਨਾਂ ਨੇ ਹਥਿਆਰ ਚੁੱਕ ਲਏ। ਔਰ ਉਹਦੇ ਵਿੱਚ ਸਭ ਤੋਂ ਪਹਿਲਾ ਮਰਡਰ ਜਿਹੜਾ ਗੁਰਬਚਨ ਸਿੰਘ ਨਿਰੰਕਾਰੀ ਦਾ ਹੋਇਆ, ਜਿਹਦੇ ਵਿੱਚ ਭਾਈ ਰਣਜੀਤ ਸਿੰਘ ਤੇ ਹੋਰ ਬੰਦੇ ਜਿਹੜੇ ਦੋਸ਼ੀ ਹੋਏ। ਸੋ ਉਹਦੇ ਨਾਲ ਪੰਜਾਬ ਦੇ ਵਿੱਚ ਇੱਕ ਐਸਾ ਮਾਹੌਲ ਬਣ ਗਿਆ ਜਿਹਦੇ ਵਿੱਚ ਕਤਲ ਹੋਣੇ ਸ਼ੁਰੂ ਹੋ ਗਏ ਧਰਮ ਦੇ ਨਾਂ 'ਤੇ, ਜਿਹੜੀਆਂ ਫਿਰਕਿਆਂ ਦੇ ਨਾਂ 'ਤੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਜਾਂ ਜਿਵੇਂ ਨਿਰੰਕਾਰੀ ਥੱਲੇ ਬਹਿ ਕੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਨੀਵੀਂ ਥਾਂ ਪ੍ਰਕਾਸ਼ ਕਰਦੇ ਸੀ, ਅੱਗੇ ਆਪ ਬਹਿੰਦੇ ਸੀ। ਉਸ ਝਗੜੇ ਨਾਲ ਨਾ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ। ਇਹ ਮਾਹੌਲ ਇੱਥੋਂ ਨਹੀਂ ਖਰਾਬ ਹੋਇਆ। ਜੇ ਅਸੀਂ ਇਹਦੀ ਬੈਕਗਰਾਊਂਡ ਜਾਈਏ ਨਾ ਤੇ ਗੁਰੂ ਕੇ ਮਹਿਲ ਗੁਰਦੁਆਰੇ ਨੂੰ ਵੀ ਅੱਗ ਲਾਈ ਸੀ ਕਿਸੇ ਨੇ। 6ਵੀਂ ਪਾਤਸ਼ਾਹੀ ਦੇ ਜਿਹੜੇ ਗੁਰੂ ਕੇ ਮਹਿਲ ਸੀਗੇ ਉੱਥੇ ਵੀ ਅੱਗ ਲੱਗੀ ਸੀ। ਉਹ ਵੀ ਇੱਕ ਜਿਹੜਾ ਸਾਡੇ ਪੈਂਟ ਅਪ ਫੀਲਿੰਗ ਜਿਹਨੂੰ ਕਹਿੰਦੇ ਆ, ਲੋਕਾਂ ਦੇ ਮਨਾਂ 'ਚ ਰੋਸ, ਲੋਕਾਂ ਦੇ ਮਨਾਂ 'ਚ ਇੱਕ ਦੂਜੇ ਪ੍ਰਤੀ ਸ਼ੱਕ, ਇਹ ਉਦੋਂ ਹੀ ਸ਼ੁਰੂ ਹੋ ਗਿਆ ਜਦੋਂ ਅਸੀਂ ਪੰਜਾਬੀ ਬੋਲੀ ਨੂੰ ਆਪਣੀ ਮਾਂ ਬੋਲੀ ਮੰਨਣਾ ਤੋਂ ਇਨਕਾਰੀ ਹੋ ਗਏ। ਉਹ ਵੀ ਇਸ ਗੱਲ ਤੇ ਨਹੀਂ ਕਿ ਸਾਡੀ ਉਹ ਬੋਲੀ ਨਹੀਂ, ਭਾਵੇਂ ਉਹ ਪਹਾੜੀ ਸੀ, ਭਾਵੇਂ ਡੋਗਰੀ ਸੀ, ਤੇ ਭਾਵੇਂ ਪੁਆਧੀ ਸੀ, ਜਾਂ ਕੋਈ ਵੀ ਜਿਹੜੇ ਲੋਕ ਹੈ ਕਿ ਪੁਰਾਣਾ ਪੰਜਾਬ ਜਿਹੜਾ ਹੈ ਉਹ ਅਟਕ ਤੋਂ ਲੈ ਕੇ ਜਮਨਾ ਤੱਕ ਹੈ, ਸਿੰਧ ਤੋਂ ਲੈ ਕੇ ਜਮਨਾ ਤੱਕ ਹੈਗਾ। ਲੇਕਿਨ ਬਹੁਤ ਸਾਰੇ ਜਿੱਥੇ ਸਿੱਖ ਬਹੁ ਗਿਣਤੀ ਨਹੀਂ ਸੀ, ਉਹਨਾਂ ਵਿਅਕਤੀਆਂ ਨੇ ਆਪਣੀ ਮਾਤ ਭਾਸ਼ਾ ਬਦਲ ਦਿੱਤੀ। ਜੇ ਰਿਕਾਰਡ ਵੀ ਦੇਖ ਲਿਆ ਜਾਵੇ ਤੇ 1951 ਜਾਂ ਉਸ ਤੋਂ ਬਾਅਦ ਦੇ ਸੈਂਸਸ ਜਿਹੜੇ ਆ ਕੁਝ ਹੋਰ ਗੱਲ ਕਰਦੇ ਆ, ਜਿਹਦੇ ਅਸੀਂ ਆਧਾਰ ਮੰਨਿਆ 61 ਵਾਲੇ ਸੈਂਸਸ, ਉਹ ਕੁਝ ਹੋਰ ਗੱਲ ਕਰਦੇ ਆ। ਸੋ ਉਸ ਕਰਕੇ ਪੰਜਾਬ ਜਿਹੜਾ ਗੁਰਮੁਖੀ ਦੇ ਆਧਾਰ ਤੇ ਮੈਂ ਸਮਝਿਆ ਵੀ ਜਿਹੜੇ ਗੁਰਮੁਖੀ ਨੂੰ ਪਿਆਰ ਕਰਨ ਵਾਲੇ ਸੀ ਉਹ ਇੱਕ ਪਾਸੇ ਰਹਿ ਗਏ, ਤੇ ਜਿਹੜੇ ਬਾਕੀ ਪੰਜਾਬੀ ਸੀ ਉਹ ਮੁਨਕਰ ਹੋ ਗਏ। ਬਹੁਤੇ ਗਿਣਤੀ ਦੇ ਵਿੱਚ, ਸਾਰੇ ਤਾਂ ਨਹੀਂ, ਬਹੁਤੇ ਮੁਨਕਰ ਹੋ ਗਏ ਕਿ ਸਾਡੀ ਮਾਂ ਬੋਲੀ ਜਿਹੜੀ ਹੈ ਪੰਜਾਬੀ ਨਹੀਂ। ਇਹ ਇੱਕ ਬੇਵਿਸ਼ਵਾਸੀ ਦਾ ਔਰ ਆਪਸੀ ਝਗੜੇ ਦਾ ਮੁੱਢ ਸੀ, ਜਿਹੜਾ ਪੈਂਟਾ ਫੀਲਿੰਗ ਸੀ। ਔਰ ਉਹ ਵੀ ਲੱਗਦਾ ਸੀ ਕਿ ਨਿਰੰਕਾਰੀਆਂ ਦੀ ਵੀ ਮਦਦ ਇੱਕ ਗਰੁੱਪ ਕਰ ਰਿਹਾ।
ਕਿਉਂ ਕਰ ਰਿਹਾ ਇਹਦਾ ਵੀ ਕਿਸੇ ਨੂੰ ਕਾਰਨ ਨਹੀਂ ਸੀ ਪਤਾ। ਸੋ ਇਹ ਐਸੀਆਂ ਚੀਜ਼ਾਂ ਸੀ ਜਿਹਦੇ 'ਚ ਪੰਜਾਬ ਦਾ ਮਾਹੌਲ ਜਿਹੜਾ ਅਸ਼ਾਂਤ ਹੋ ਗਿਆ। ਫਿਰ ਲਾਲਾ ਜਗਤ ਰਾਮ ਦਾ ਮਰਡਰ ਹੋਇਆ 9 ਸਤੰਬਰ 1981 ਨੂੰ, ਜਿਸ ਵੇਲੇ ਸਰ ਜਰਨੈਲ ਸਿੰਘ ਦੀ ਗ੍ਰਿਫਤਾਰੀ ਹੋਈ। 13 ਤਰੀਕ ਨੂੰ ਉਹ ਆਏ ਚੰਦੋ ਕਲਾਂ ਤੋਂ ਤੇ 20 ਤਰੀਕ ਨੂੰ ਗ੍ਰਿਫਤਾਰ ਹੋਏ। ਤੇ ਉਸ ਵੇਲੇ ਖੈਰ ਮੈਂ ਉਸ ਇਲਾਕੇ ਦਾ ਮੁਖੀ ਸੀਗਾ, ਇੰਚਾਰਜ ਸੀ ਓਵਰਆਲ, ਔਰ ਸਰ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰਕੇ ਨਾਲ ਲੈ ਕੇ ਜਾਣ ਦੀ, ਕਿਉਂਕਿ ਉਹਨਾਂ ਦਾ ਇਸ ਸਰਕਾਰ ਨੇ ਹੀ ਫੈਸਲਾ ਕੀਤਾ ਸੀ ਕਿ 13 ਤਰੀਕ ਨੂੰ ਨਹੀਂ, ਅਸੀਂ ਇਹਨਾਂ ਨੂੰ 20 ਤਰੀਕ ਨੂੰ ਗ੍ਰਿਫਤਾਰ ਕਰਾਂਗੇ। ਇਹ ਨੈਗੋਸੀਏਸ਼ਨ ਜਰਨੈਲ ਸਿੰਘ ਚਾਹਲ ਜੀ ਜਿਹੜੇ DGP ਰਿਟਾਇਰ ਹੋਏ ਉਸ ਵੇਲੇ SSP ਸੀ, ਉਹਨਾਂ ਦੇ ਰਾਹੀਂ ਹੋਈ ਸੀ। ਤੇ ਮੈਂ ਸਰ ਜਰਨੈਲ ਸਿੰਘ ਚਾਹਲ ਤੇ ਬਾਜ ਸਿੰਘ ਭੁੱਲਰ ਇੱਕ ਮੈਜਿਸਟਰੇਟ ਸੀ, ਅਸੀਂ ਤਿੰਨੇ ਹੀ ਉਹਨਾਂ ਨੂੰ ਲੈ ਕੇ ਮਹਿਤੇ ਤੋਂ ਬਸੀਆਂ ਰੈਸਟ ਹਾਊਸ ਲੁਧਿਆਣੇ ਛੱਡ ਕੇ ਆਏ ਸੀ। ਲੇਕਿਨ ਜਦੋਂ ਅਸੀਂ ਉਹਨਾਂ ਨੂੰ ਲੈ ਕੇ ਚੱਲੇ ਆ, ਉਦੋਂ ਹੀ ਉੱਥੇ ਫਾਇਰਿੰਗ, ਅੱਗ ਲੱਗਣੀ ਸ਼ੁਰੂ ਹੋ ਗਈ। ਉਹ ਇੱਕ ਵੱਖਰੀ ਘਟਨਾ ਹੈ ਕਿ ਪੁਲਿਸ ਜਿਹੜੀ ਆ ਉਹ ਐਂਟੀਸਪੇਟ ਹੀ ਨਹੀਂ ਸੀ ਕਰਦੀ। ਮੈਂ ਵੀ ਉਹਨਾਂ ਨੂੰ ਕਿਹਾ ਸੀ ਕਿ ਜਦੋਂ ਇਕੱਠ ਹੋਏਗਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੋ ਸਕਦੀ ਹੈ ਐਜ਼ ਆਫਸਰ ਆਫ ਦਾ ਏਰੀਆ, ਲੇਕਿਨ ਉਹ ਮੇਰੀ ਗੱਲ ਉਦੋਂ ਕਿਸੇ ਨੇ ਮੰਨੀ ਨਹੀਂ। ਬਾਅਦ ਦੇ ਵਿੱਚ ਉੱਥੇ 12 ਤੋਂ 14 ਬੰਦੇ ਤਕਰੀਬਨ ਮਾਰੇ ਗਏ, ਜਿਨ੍ਹਾਂ ਚੋਂ 6 ਬੰਦੇ ਤਾਂ ਗੁਰਵਿੰਦਰ ਸਿੰਘ ਭੁੱਲਰ SSP ਸੀ ਬਠਿੰਡੇ, ਉਹਨਾਂ ਦੀ ਕਾਰ ਤੇ ਨੂੰ ਘੇਰਿਆ ਹੋਇਆ ਸੀ ਲੋਕਾਂ ਨੇ, ਉਹਨਾਂ ਨੇ ਗੋਲੀਆਂ ਚਲਾ ਕੇ ਬੰਦੇ ਮਾਰ ਕੇ ਉਹ ਅੱਗੇ ਨਿਕਲ ਗਏ। ਬਾਕੀ ਹੋਰ ਜਗ੍ਹਾ ਵੀ ਗੋਲੀ ਚੱਲੀ ਔਰ ਉੱਥੇ ਜਿਹੜਾ ਟੈਂਟਾਂ ਨੂੰ ਅੱਗ ਲੱਗੀ, ਪੁਲਿਸ ਦੀ ਗੱਡੀਆਂ ਨੂੰ ਅੱਗ ਲੱਗੀ। ਉਹਦੇ ਲਈ ਪਾਤੜ ਇਨਕੁਆਇਰੀ ਕਮਿਸ਼ਨ ਬਣਿਆ, PS ਪਾਤੜ ਕਮਿਸ਼ਨ ਆਫ ਇਨਕੁਆਇਰੀ। ਉਹ ਇਨਕੁਆਇਰੀ ਰਿਪੋਰਟ ਅੱਜ ਤਾਈਂ ਕਿਸੇ ਨੇ ਵੇਖੀ ਨਹੀਂ। ਇਹ ਨਹੀਂ ਪਤਾ ਵੀ ਉਹਦੇ 'ਚ ਦੋਸ਼ੀ ਕੌਣ ਪਾਇਆ ਗਿਆ, ਇਹ ਨਹੀਂ ਪਤਾ ਵੀ ਉਹਦਾ ਕਾਰਨ ਕੀ ਸੀ, ਕਿਉਂਕਿ ਇਹ ਇਨਕੁਆਇਰੀ ਨੂੰ ਅੱਜ ਵੀ ਤਕਰੀਬਨ ਸਮਝ ਲਓ ਵੀ 39 ਸਾਲ ਹੋ ਗਏ ਆ, 81 ਦੀ ਗੱਲ ਹੈ। ਤੇ ਉਸ ਇਨਕੁਆਇਰੀ ਰਿਪੋਰਟ ਨੂੰ ਹਵਾ ਨਹੀਂ ਲੱਗੀ। ਤਾਂ ਜਦੋਂ ਕਿਸੇ ਨਾਲ ਜਿਹੜੀ ਹੈ, ਫਿਰ ਜੇਕਰ ਸਰ ਜਰਨੈਲ ਸਿੰਘ ਨੇ ਕੋਈ ਜੁਰਮ ਕੀਤਾ ਸੀ ਤੇ ਪਹਿਲਾਂ ਐਵੀਡੈਂਸ ਇਕੱਠੀ ਕਰਨੀ ਚਾਹੀਦੀ। ਮੈਂ ਐਜ਼ ਪੁਲਿਸ ਅਫਸਰ ਗੱਲ ਕਰ ਰਿਹਾ, ਮੈਂ ਕਿਸੇ ਖਾਸ ਫਿਰਕ ਦੀ ਜਾਂ ਧਰਮ ਦੀ ਗੱਲ ਨਹੀਂ ਕਰ ਰਿਹਾ ਜੀ। ਮੈਂ ਇੱਕ ਪੁਲਿਸ ਅਫਸਰ ਦੇ ਤੌਰ ਤੇ ਗੱਲ ਕਰ ਰਿਹਾ ਅਜਵਾ ਸਾਹਿਬ, ਕਿ ਜਿਹੜੇ ਉਹਨਾਂ ਨੂੰ ਜੇ ਐਵੀਡੈਂਸ ਨਹੀਂ ਸੀ ਤੇ ਤੁਸੀਂ ਗ੍ਰਿਫਤਾਰ ਦੇ ਨਾਲ ਜਿਹੜੀ ਅਸੀਂ ਗੱਲ ਕੀਤੀ ਆ। ਹੁਣ ਆਪਾਂ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ, ਤੁਸੀਂ ਗੁਰਸਿੱਖ ਹੋ, ਇਹਨੂੰ ਇੱਕ ਬਹੁਤ ਵੱਡੇ ਸ਼੍ਰੋਮਣੀ ਰਾਈਟਰ ਹੋ, ਤੁਸੀਂ ਬੁੱਕਸ ਲਿਖੀਆਂ। ਹੁਣੇ ਆਪਣੀ ਗੁਫ਼ਤਗੂ ਦੇ ਦੌਰਾਨ ਪਹਿਲਾਂ ਜਿਹੜਾ ਵਿਚਾਰਾਂ ਦਾ ਆਦਾਨ ਪ੍ਰਦਾਨ ਆ ਉਹ ਤੋਂ ਪਹਿਲਾਂ ਅਸੀਂ ਗੱਲ ਕੀਤੀ ਹੈ, ਤੁਸੀਂ 14 ਬੁੱਕਸ ਲਿਖੀਆਂ ਡਿਫਰੈਂਟ ਲੈਂਗੁਏਜ ਤੇ। ਹੁਣ ਤੁਹਾਡੀ ਬੁੱਕ ਆ ਰਹੀ ਹੈ ਜਿਹਦੀ 14 ਡਿਫਰੈਂਟ ਲੈਂਗੁਏਜ ਦੇ ਵਿੱਚ ਉਹ ਛਪ ਰਹੀ ਆ। ਤੇ ਉਹ ਜਿਹੜੇ ਇੱਕ ਬਤੌਰ ਲੇਖਕ, ਇੱਕ ਸ਼੍ਰੋਮਣੀ ਲੇਖਕ, ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਹੋਈਆਂ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਲੈ ਰਹੇ ਹੋ? ਦੇਖੋ, ਮੈਂ ਤਾਂ ਜੀ ਗੱਲ ਨੂੰ ਅਜਵਾ ਸਾਹਿਬ ਕਰਾਂਗਾ ਜੀ ਕਿ ਨੌਕਰੀ ਰੋਟੀ ਕਮਾਉਣ ਦਾ ਇੱਕ ਸਾਧਨ ਹੈ, ਜਿਹਦੇ 'ਚ ਅਸੀਂ 1984 'ਚ ਨਾ ਬਹੁਤੇ ਲੋਕਾਂ ਨੂੰ ਪਤਾ ਨਹੀਂ ਜੀ। ਸਾਡੇ IG ਹੁੰਦੇ ਸੀ ਪ੍ਰੀਤਮ ਸਿੰਘ ਪਿੰਡਰ ਜੀ। ਬਹੁਤ ਸਾਰੇ ਸਾਡੇ ਲੋਕਾਂ ਦੇ ਮਨਾਂ 'ਚ ਵੀ ਦੁੱਖ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ। ਉਹਨਾਂ ਨੇ ਸਿੱਖ ਅਫਸਰਾਂ ਨੂੰ ਇਕੱਠਾ ਕੀਤਾ। ਇਹ ਗੱਲ ਕਿਸੇ ਦੇ ਹਾਲੇ ਤੇ ਮੇਰੇ ਖਿਆਲ ਲੋਕਾਂ ਨੂੰ ਬਹੁਤਿਆਂ ਨੂੰ ਪਤਾ ਨਹੀਂ। ਉਹਨਾਂ ਨੇ ਆਖਿਆ ਕਿ ਵੇਖੋ, ਸਾਡੇ ਮਨ 'ਚ ਵੀ ਬੜਾ ਦੁੱਖ ਹੈ ਕਿ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ, ਲੇਕਿਨ ਤੁਸੀਂ ਨੌਕਰੀ ਨਾ ਛੱਡਿਓ। ਜੇ ਨੌਕਰੀ ਛੱਡ ਦਿੱਤੀ ਤੇ ਤੁਸੀਂ ਡੰਡੇ ਤੇ ਗੋਲੀਆਂ ਖਾਣ ਵਾਲਿਆਂ 'ਚ ਹੋ ਜਾਣਾ। ਜੇ ਤੁਸੀਂ ਕੁਰਸੀਆਂ ਤੇ ਬੈਠੇ ਰਹੋਗੇ ਤੇ ਘੱਟੋ ਘੱਟ ਜਿਹੜੀ ਹੈ ਨਾ, ਆਪਣੇ ਜਿਹਨੂੰ ਆਖੀ ਪੰਜਾਬੀ 'ਚ ਆਖੀਦਾ ਵੀ ਆਪਣਾ ਮਾਲੇ ਛਾਵੇਂ ਸੁੱਟੇ, ਤੁਸੀਂ ਲੋਕਾਂ ਦਾ ਹਾਂ ਦਾ ਨਾਰਾ ਤਾਂ ਮਾਰੋਗੇ, ਲੋਕਾਂ ਦੇ ਕੁਝ ਕੰਮ ਕਰੋਗੇ ਕਿ ਲੋਕ ਤੁਹਾਡਾ ਜਿਹੜਾ ਤੁਸੀਂ ਆਪਣੇ ਆਪ ਨੂੰ, ਆਪਣੀ ਕੌਮ ਨੂੰ ਬਚਾ ਸਕਦੇ। ਇਸ ਕਰਕੇ ਅਸੀਂ ਜਿਹੜੇ ਕਈ ਅਫਸਰ ਸੀਗੇ, ਸਾਨੂੰ ਸਜ਼ਾ ਬੜੀ ਮਿਲੀ ਹੈ ਉਸ ਗੱਲ ਦੀ। ਇਹ ਨਹੀਂ ਗੱਲ, ਹੁਣ ਤੁਸੀਂ ਕਿਹਾ ਕਿ ਤੁਸੀਂ DIG ਰਿਟਾਇਰ ਹੋਏ, ਸਾਨੂੰ ਪਤਾ ਹੈ ਕਿ ਅਸੀਂ IG ਲਈ ਡਿਊ ਸੀ। ਅੱਜ ਵੀ ਅਦਾਲਤਾਂ ਹੀ ਤੁਰੇ ਫਿਰਦੇ ਹਾਂ ਜੀ। ਅੱਜ ਵੀ ਸਾਡੇ ਹੱਕ 'ਚ ਫੈਸਲਾ ਹੋਇਆ ਹੋਇਆ ਵੀ ਇਹਨਾਂ ਨੂੰ IG ਬਣਾ ਦੇਣਾ ਹੈ। ਤੇ ਹੁਣੇ ਤੁਹਾਡੇ ਤੋਂ ਪਹਿਲਾਂ ਟੈਲੀਫੋਨ ਆ ਰਿਹਾ ਸੀ ਜੀ, ਉਹ ਕੇਸ ਜਿਹੜਾ ਤੁਹਾਡਾ ਕੋਰਟ 'ਚ ਲੱਗਾ ਹੈ। ਸਾਡੇ ਨਾਲ ਦੇ ਕਈ ਅਫਸਰ ਵਿਚਾਰੇ ਇਸ ਸੰਸਾਰ ਤੋਂ ਚਲੇ ਗਏ। ਇਹ ਉਡੀਕਦੇ ਕਿ ਸਾਡੇ ਨਾਲ ਇਨਸਾਫ ਹੋਏਗਾ, ਜਦੋਂ ਕਿ ਸਾਡਾ ਸਰਵਿਸ ਰਿਕਾਰਡ ਆਊਟਸਟੈਂਡਿੰਗ ਰਿਹਾ। ਲੇਕਿਨ ਜਿਨ੍ਹਾਂ ਲੋਕਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਉਹਨਾਂ ਦੀ ਗੱਲ ਨਹੀਂ ਮੰਨੀ ਤੇ ਸੱਚ ਨੂੰ ਸੱਚ ਆਖਿਆ, ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਨੁਕਸਾਨ ਕਰਨ ਦੀ। ਬਚਾਉਣ ਵਾਲਾ ਤਾਂ ਵਾਹਿਗੁਰੂ ਹੀ ਹੈ। ਲਾਲਪੁਰਾ ਸਾਹਿਬ, ਆਪਾਂ ਤੁਹਾਡੀ ਇੱਥੇ ਗੱਲ ਕਰਦੇ ਹਾਂ, ਆਪਾਂ ਇਹ ਵੀ ਇਹ ਮੰਨ ਲਈਏ
ਵੀ ਜਿੱਥੇ ਆਮ ਆਵਾਮ ਦੇ ਆਮ ਲੋਕਾਂ ਨਾਲ ਜਾਂ ਹੋਰ ਲੋਕਾਂ ਨਾਲ ਕਿਤੇ ਨਾ ਕਿਤੇ ਕੋਈ ਤਰਾਸਦੀ ਧੱਕਾ ਹੋਇਆ, ਉੱਥੇ ਪੁਲਿਸ ਦੇ ਡਿਪਾਰਟਮੈਂਟ ਦੇ ਵਿੱਚ ਉੱਚ ਅਧਿਕਾਰੀ ਹੁੰਦੇ ਹੋਏ ਤੁਹਾਡੇ ਨਾਲ ਵੀ ਕਿਤੇ ਨਾ ਕਿਤੇ ਜਿਹੜੇ ਉੱਚ ਅਧਿਕਾਰੀਆਂ ਵੱਲੋਂ, ਚਾਹੇ ਅਸੀਂ ਉਹਨਾਂ ਨੂੰ ਕਾਨੂੰਨੀ ਤੌਰ ਤੇ ਕਹਿ ਲਈਏ, ਚਾਹੇ ਮਾਨਸਿਕਤਾ ਤੌਰ ਤੇ ਕਹਿ ਲਈਏ, ਚਾਹੇ ਆਤਮਿਕ ਤੌਰ ਤੇ ਉਹਨਾਂ ਦੇ ਕਹਿ ਲਈਏ, ਤੁਹਾਡੇ ਨਾਲ ਵੀ ਕਿਤੇ ਨਾ ਕਿਤੇ ਧੱਕਾ ਹੋਇਆ? ਮੈਨੂੰ ਦੋ ਗਿਲੇ ਆ ਜੀ ਜਿਹੜੇ ਮੈਂ ਸਮਝਦਾ ਮੈਨੂੰ ਕੋਈ ਕਹਿਣ ਤੋਂ ਡਰ ਬਿਲਕੁਲ ਨਹੀਂ ਲੱਗਦਾ। ਜੀ ਪਹਿਲੀ ਗੱਲ ਕਿ ਜਿਹੜਾ ਬਤੌਰ ਸਿੱਖ, ਅੰਮ੍ਰਿਤਧਾਰੀ ਸਿੱਖ ਜਾਂ ਉਹ ਸਿੱਖ ਜਿਹਦੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਮੈਨੂੰ ਉਸ ਤਰ੍ਹਾਂ ਉਸ ਕਰਕੇ ਨੁਕਸਾਨ ਜਿਹੜਾ 3 ਅਫਸਰਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ, ਉਹ ਮੈਂ ਨਾ ਭੁੱਲ ਸਕਦਾ। ਨਾ ਮੈਂ ਇਹ ਸਮਝਣਾ ਵੀ ਇਹ ਭਾਰਤ ਦੇ ਵਿੱਚ ਆਜ਼ਾਦ ਜਿਹੜਾ ਸੈਕੂਲਰ ਕੰਟਰੀ ਹੈ ਉਹਦੇ 'ਚ ਧਰਮ ਨੂੰ ਮੁੱਖ ਰੱਖ ਕੇ, ਅਸੀਂ ਤਾਂ ਸਾਡੇ ਕੋਲ ਵੀ ਦੂਜੇ ਧਰਮਾਂ ਦੇ ਲੋਕਾਂ ਨੇ ਨੌਕਰੀ ਕੀਤੀ ਹੈ, ਅਸੀਂ ਉਹਨਾਂ ਦੀ ਵਧੀਆ ਕਾਰਗੁਜ਼ਾਰੀ ਦੇ ਕੇ ਅੱਛੀਆਂ ਰਿਪੋਰਟਾਂ ਦਿੱਤੀਆਂ, ਜੋ ਉਹਨਾਂ ਨੇ ਕੰਮ ਕੀਤਾ ਉਹਨਾਂ ਦੇ ਲਿਖ ਦਿੱਤਾ, ਅੰਕਿਤ ਕੀਤਾ। ਲੇਕਿਨ ਮੈਨੂੰ ਘੱਟੋ ਘੱਟ 3 ਨੌਨ ਸਿੱਖ ਅਧਿਕਾਰੀਆਂ ਨੇ ਮੇਰੀ ACR ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, 4 ਨੇ ਜੀ, ਕੇਵਲ ਇਸ ਕਰਕੇ ਕਿ ਮੈਂ ਇੱਕ ਗੁਰਸਿੱਖ ਹਾਂ ਔਰ ਮੈਂ ਜਿਹੜੀ ਗੱਲ ਕਰਦਾ, ਮੈਂ ਸਿੱਖੀ ਦੀ ਗੱਲ ਕਰਦਾ, ਮੈਂ ਸੱਚੀ ਗੱਲ ਕਰਦਾ। ਮੈਂ ਇਹ ਵੀ ਨਹੀਂ, ਜੇ ਕੋਈ ਮੇਰਾ ਆਪਣਾ ਅਜ਼ੀਜ਼ ਮੇਰਾ ਬੇਟਾ ਵੀ ਗਲਤ ਕੰਮ ਕਰੇ ਨਾ, ਤੇ ਮੈਂ ਉਹਨੂੰ ਵੀ ਕਹਿੰਦਾ ਨਾ ਪੁੱਤਰਾ ਗਲਤ ਹੈ, ਇਹ ਨਹੀਂ ਆਪਾਂ ਕਰਨਾ। ਤੇ ਜੇ ਕੋਈ ਸਿੱਖ ਗਲਤ ਕੰਮ ਕਰਦਾ ਤੇ ਬਤੌਰ ਪੁਲਿਸ ਅਫਸਰ ਮੈਂ ਇਹ ਨਹੀਂ ਕਿ ਮੈਂ ਉਹਨੂੰ ਸਪੋਰਟ ਕਰਾਂਗਾ। ਕਿਉਂ ਕਰਾਂਗਾ? ਜੋ ਸੱਚ ਹੈ ਉਹ ਸੱਚ ਹੋਣਾ ਚਾਹੀਦਾ, ਜੋ ਕਾਨੂੰਨ ਹੈ ਉਹ ਕਾਨੂੰਨ ਦੇ ਮੁਤਾਬਕ ਹੋਣਾ ਚਾਹੀਦਾ। ਲੇਕਿਨ ਅਸੀਂ ਕਾਨੂੰਨ ਨਾ ਤੋੜੀਏ ਜਾਂ ਅਸੀਂ ਧਰਮ ਦੇ ਨਾਂ ਤੇ ਕਿਸੇ ਅਫਸਰ ਦਾ ਕੈਰੀਅਰ ਖਰਾਬ ਕਰਨ ਦੀ ਕੋਸ਼ਿਸ਼ ਕਰੀਏ, ਮੈਂ ਸਮਝਦਾ ਇਹ ਹਿੰਦੁਸਤਾਨ ਦੇ ਲਈ ਸਭ ਤੋਂ ਵੱਡੀ ਸ਼ਰਮ ਦੀ ਗੱਲ ਹੈ। ਇਹ ਮੈਨੂੰ ਮੇਰੇ ਮਨ 'ਚ ਦੁੱਖ ਰਹੇਗਾ ਸਦਾ ਕਿ ਮੈਨੂੰ ਇਹਨਾਂ ਲੋਕਾਂ ਨੇ ਕੋਸ਼ਿਸ਼ ਕੀਤੀ, ਕੇਵਲ ਇਸ ਕਰਕੇ ਕਿ ਮੈਂ ਜੋ ਗੱਲ ਕਰਦਾ ਸੀ ਮੈਂ ਸੱਚ ਕਹਿੰਦਾ ਸੀਗਾ, ਜੋ ਇਹ ਗਲਤ ਕੰਮ ਕਰਦੇ ਸੀ ਮੈਂ ਉਹ ਵੀ ਸੀਨੀਅਰਸ ਨੂੰ, ਜਦੋਂ ਮੇਰੀ ਜ਼ਿੰਮੇਵਾਰੀ ਸੀਗੀ ਐਜ਼ ਇੰਟੈਲੀਜੈਂਸ ਅਫਸਰ, CID ਦਾ ਅਫਸਰ, ਭਾਵੇਂ ਮੁੱਖ ਮੰਤਰੀ ਸੀ ਤੇ ਭਾਵੇਂ ਸਾਡਾ ਗਵਰਨਰ ਸੀ ਜਾਂ ਕੋਈ ਹੋਰ ਬੰਦਾ ਸੀ, ਜਿੱਥੇ ਤੱਕ ਮੇਰਾ ਅਧਿਕਾਰ ਖੇਤਰ ਸੀ ਮੈਂ ਉੱਥੇ ਤੱਕ ਸੱਚ ਪਹੁੰਚਾ ਦਿੰਦਾ ਸੀ। ਇਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ। ਲੇਕਿਨ ਇਹ ਇਸ ਤਰ੍ਹਾਂ ਦੀਆਂ ਕਿਸੇ ਵੀ ਸੈਕੂਲਰ ਕੰਟਰੀ ਦੇ ਵਿੱਚ ਇਸ ਤਰ੍ਹਾਂ ਦਾ ਬਿਹੇਵੀਅਰ, ਜੇ ਕੋਈ ਅਫਸਰ ਐਸੀ ਮਾਨਸਿਕਤਾ ਵਾਲੇ ਹੈਗੇ ਆ ਔਰ ਉਹਨਾਂ ਦੀਆਂ ਰਿਪੋਰਟਾਂ ਅੱਗੇ ਮੰਨੀਆਂ ਨਹੀਂ ਗਈਆਂ, ਮੈਂ ਸਮਝਦਾ ਉਹਨਾਂ ਬੰਦਿਆਂ ਨੂੰ ਨੌਕਰੀਆਂ ਤੋਂ ਡਿਸਮਿਸ ਕਰਨਾ ਚਾਹੀਦਾ ਜੇ ਉਹ ਬਾਇਸਡ ਹੈਗੇ ਆ ਕਿਸੇ ਧਰਮ ਦੇ ਅਗੇਂਸਟ। ਇਹ ਅੱਜ ਦੀ ਪੰਜਾਬ ਦੀ ਤਰਾਸਦੀ ਹੈ। ਇੱਥੇ ਇਹ ਵੀ ਹੋਇਆ ਕਿ ਸਿੱਖ ਅਫਸਰਾਂ ਨੂੰ ਜ਼ਬਰਦਸਤੀ ਕਿਹਾ ਗਿਆ ਵੀ ਮੁਜਰੇ ਕਰਾਓ, ਤੇ ਕਈ ਜਗ੍ਹਾ ਮੈਨੂੰ ਯਾਦ ਹੈ ਉਹਨਾਂ ਦੇ ਮੂੰਹ ਦੇ ਵਿੱਚ ਜ਼ਬਰਦਸਤੀ ਸਿੱਟਾਂ ਵੀ ਪਾਈਆਂ ਗਈਆਂ। ਇਹ ਪੰਜਾਬ ਦੇ ਵਿੱਚ ਹੋਇਆ, ਲੋਕਾਂ ਨੂੰ ਪਤਾ ਗਿਆਨ ਨਹੀਂ ਹੈਗਾ। ਇਹ ਜਿਹੜੀ ਚੀਜ਼ ਹੈ ਇਹਨੂੰ ਅਸੀਂ ਭਰਪਾਈ ਕਿਵੇਂ ਕਰੀਏ? ਇਹ ਅਸਲੀ ਗੱਲ ਹੈ ਕਿ ਅਸੀਂ ਆਪਣਾ ਐਜੂਕੇਸ਼ਨ ਸਿਸਟਮ ਸਟਰੋਂਗ ਕਰੀਏ, ਅਸੀਂ ਆਪਸੀ ਮਸਲੇ ਗੱਲ ਕਰੀਏ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ। ਮੇਰੇ ਖਿਲਾਫ ਇਹਨਾਂ ਨੂੰ ਬੜੀ ਤਕਲੀਫ ਸੀ ਕਿ ਇਹਦੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਮੈਂ ਉਦੋਂ ਵੀ ਨਹੀਂ ਡਰਿਆ, ਅੱਜ ਵੀ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਇਸ ਘਰ 'ਚ ਆਪਾਂ ਬੈਠੇ ਉੱਤੇ ਮਹਾਰਾਜ ਦਾ ਪ੍ਰਕਾਸ਼ ਹੈਗਾ। ਸਾਡੇ ਘਰ ਦੇ ਉੱਤੇ ਤੁਸੀਂ ਬਾਹਰ ਵੇਖੋ ਨਿਸ਼ਾਨ ਸਾਹਿਬ ਝੂਲਦਾ ਹੈ। ਇਹ ਘਰ ਗੁਰੂ ਦਾ ਹੈ, ਇਹ ਮੇਰਾ ਘਰ ਨਹੀਂ। ਸੋ ਉਸ ਘਰ ਦੇ ਵਿੱਚ ਅਸੀਂ ਤਾਂ ਇੱਕ ਸੇਵਾਦਾਰ ਹਾਂ ਆਪਣੇ। ਜੇ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜੇ ਅਸੀਂ ਆਪਣੇ ਪਿਤਾ ਲਈ ਇੱਕ ਜਗ੍ਹਾ ਅੱਛੀ ਨਹੀਂ ਬਣਾ ਸਕਦੇ, ਅਸੀਂ ਤਾਂ ਆਪਣੇ ਪਿਤਾ ਦੇ ਘਰ 'ਚ ਰਹਿੰਦੇ ਹਾਂ। ਹਰ ਸਿੱਖ ਦਾ ਘਰ ਜਿਹੜਾ ਹੈ ਉਹਦੇ ਉੱਤੇ ਨਿਸ਼ਾਨ ਸਾਹਿਬ ਝੂਲਣਾ ਚਾਹੀਦਾ। ਹਰ ਸਿੱਖ ਦੇ ਘਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਣਾ ਚਾਹੀਦਾ। ਸਾਡੀ ਬਦਕਿਸਮਤੀ ਇਹ ਹੋ ਗਈ ਕਿ ਬਾਬੇ ਬਕਾਲੇ 22 ਮੰਜੀਆਂ ਲੱਗੀਆਂ ਸੀ। ਬਾਬਾ ਮੱਖਣ ਸ਼ਾਹ ਨਵਾਲੇ ਨੇ ਚੰਗਾ ਕੰਮ ਕੀਤਾ, ਉਹਨੇ ਸੱਚਾ ਗੁਰੂ ਲਾਦੋਰੇ ਕਰ ਦਿੱਤਾ। ਹੁਣ ਸਾਡੇ ਤਾਂ ਪਿੰਡ ਮੰਜੀਆਂ ਲੱਗ ਗਈਆਂ ਤੇ ਅਸੀਂ ਸੱਚੇ ਗੁਰੂ ਤੋਂ ਸਾਨੂੰ ਦੂਰ ਲੈ ਕੇ ਜਾ ਰਹੇ ਹਾਂ। ਅਸੀਂ ਕਿਸੇ ਦੀ ਐਕਸਪਲੇਨੇਸ਼ਨ ਤੇ ਨਹੀਂ ਹੋਣਾ। ਅਸੀਂ ਆਪਣੀ ਗੁਰੂ ਦਾ, ਜਦੋਂ ਸਾਡੇ ਪਿਤਾ ਜੀ ਸਾਡੇ ਕੋਲ ਆ ਤੇ ਅਸੀਂ ਉਹਨਾਂ ਨਾਲ ਕਿਉਂ ਨਹੀਂ ਗੱਲਬਾਤ ਕਰਦੇ? ਉਹ ਸਾਨੂੰ ਆਪੇ ਰਾਹ ਦੱਸੀ ਜਾਂਦੇ ਕਿ ਆਹ ਕਰਨਾ ਨਹੀਂ ਕਰਨਾ। ਆਪਣੇ ਸੇਵਕ ਹੀ ਆਪੇ ਰੱਖੈ, ਆਪੇ ਨਾਮ ਜਪਾਵੈ। ਸੋ ਜਿੰਨਾ ਵੀ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਗੁਰੂ ਨੇ ਉਹ ਤੋਂ 10 ਗੁਣਾ ਅੱਗੇ ਤੋਰਿਆ। ਸੋ ਇਹ ਇੱਕ ਤਾਂ ਸਾਡਾ ਵਿਸ਼ਵਾਸ ਆਪਣੇ ਗੁਰੂ ਤੇ ਜਿਹੜਾ ਨਾ ਉਹ ਟੁੱਟਿਆ। ਦੂਜਾ, ਗੁਰੂ ਸਾਹਿਬ ਨੇ ਤਾਂ ਲਿਖਿਆ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਈ। ਇਹ ਦੋਹਰਾ ਅਸੀਂ ਰੋਜ਼ ਪੜ੍ਹਦੇ ਹਾਂ, ਲੇਕਿਨ ਬਦਕਿਸਮਤੀ ਹੈ ਇਹ ਨਹੀਂ ਕਿਤੇ ਪੜ੍ਹਦੇ ਵੀ ਇਹ ਲਿਖਿਆ ਕਿੱਥੇ ਹੈ, ਕਿਸ ਪ੍ਰਥਾਏ ਲਿਖਿਆ।
ਤੇ ਜੇ ਅਸੀਂ ਸਾਰਾ ਦੋਹਰਾ ਇਹਨੂੰ ਪੜ੍ਹੀਏ ਤੇ ਗੁਰੂ ਸਾਹਿਬ ਨੇ ਲਿਖਿਆ ਕਿ ਖਾਲਸੇ ਦਾ ਰਾਜ ਸਵਾ ਲਾਖ ਜਬ ਤੁਖੈ ਪਲੀਤਾ ਤਬ ਖਾਲਸਾ ਉਦੇ ਲਓ ਅਸਤ ਜੀਤਾ। ਜਦੋਂ ਇਹੋ ਜਿਹਾ ਸਵਾ ਲੱਖ ਖਾਲਸਾ ਤਿਆਰ ਹੋ ਜਾਏਗਾ ਜਿਹਦੀ ਪਰਿਭਾਸ਼ਾ ਗੁਰੂ ਸਾਹਿਬ ਨੇ ਦਿੱਤੀ ਹੈ ਤੇ ਖਾਲਸੇ ਦਾ ਚੜ੍ਹਦੇ ਤੋਂ ਲਹਿੰਦੇ ਤੱਕ ਰਾਜ ਹੋ ਜਾਏਗਾ ਫਰਮ ਈਸਟ ਟੂ ਵੈਸਟ। ਆਪ ਜੀ ਨੇ ਮੇਰੀ ਕਿਤਾਬ ਦੀ ਗੱਲ ਕੀਤੀ ਸੀਗੀ ਹੁਣੇ ਕਿ 22 ਭਾਸ਼ਾ ਦੇ ਵਿੱਚ ਟ੍ਰਾਂਸਲੇਟ ਹੋ ਰਹੀ ਹੈ ਜੀ ਨਾ। ਮੈਂ ਕਿਤਾਬ ਨੂੰ ਨਾਂ ਦਿੱਤਾ ਮਾਨਸ ਤੋਂ ਦੇਵਤੇ। ਜੀ, ਮਾਨਸ ਤੋਂ ਦੇਵਤੇ ਜੀ। ਕਿਤਾਬ ਦਾ ਨਾਮ ਹੈ ਮਾਨਸ ਤੋਂ ਦੇਵਤੇ। ਹਾਂਜੀ, ਤੇ ਸ਼ਬਦ ਕਿੱਥੇ ਹੈ? ਗੁਰੂ ਪਾਤਸ਼ਾਹ ਅਸੀਂ ਰੋਜ਼ ਆਸਰੀ ਵਾਰ ਪੜ੍ਹਦੇ ਹਾਂ। ਪਹਿਲਾ ਸ਼ਬਦ ਹੈ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਇੱਕ ਛਣ ਵਿੱਚ ਬੰਦੇ ਨੂੰ ਦੇਵਤਾ ਬਣਾ ਦਿੱਤਾ। ਅਸੀਂ ਸਾਰੇ ਉਸ ਪਿਤਾ ਦੇ ਪੁੱਤਰ ਹੈ, ਉਸ ਗੁਰੂ ਦੇ ਬੱਚੇ ਹੈ ਜਿਹਨੇ ਸਾਨੂੰ ਦੇਵਤੇ ਬਣਾ ਦਿੱਤਾ, ਰਾਜਕੁਮਾਰ ਬਣਾ ਦਿੱਤਾ। ਅਸੀਂ ਦੇਵਤੇ ਆ। ਅੱਜ ਦੇਵਤੇ ਲੰਗਰ ਲੈ ਕੇ ਤੁਰੇ ਫਿਰਦੇ ਆ। ਅੱਜ ਦੇਵਤੇ ਕਰੋਨਾ 'ਚ ਸੇਵਾ ਕਰਦੇ ਆ। ਅੱਜ ਦੇਵਤੇ ਹਰ ਜਗ੍ਹਾ ਪੁੱਛੇ ਦੁਨੀਆ ਨੇ ਮੰਨ ਲਿਆ ਕਿ ਇਹ ਦੇਵਤੇ ਆ। ਭਾਵੇਂ ਉਹ ਰਵੀ ਸਿੱਧੂ ਹੋਵੇ, ਭਾਵੇਂ ਉਹ ਦਿੱਲੀ ਗੁਰਦੁਆਰਾ ਜਾਂ ਕੋਈ ਸਿੱਖ ਜਿੱਥੇ ਵੀ ਸੜਕ ਤੇ ਖੜਾ ਹੈ, ਉਹ ਦੇਵਤੇ ਦਾ ਰੋਲ ਅਦਾ ਕਰ ਰਿਹਾ। ਸੋ ਇਹ ਗੁਰੂ ਦੀ ਵਡਿਆਈ ਹੈ। ਤੇ ਜੇ ਗੁਰੂ ਦਾ ਹਰ ਸ਼ਬਦ ਸੱਚ ਹੈ ਤੇ ਇਹ ਕਿਵੇਂ ਝੂਠਾ ਹੋ ਸਕਦਾ ਕਿ ਅਸੀਂ ਚੜ੍ਹਦੇ ਤੋਂ ਲਹਿੰਦੇ ਤੱਕ ਰਾਜ ਕਰਾਂਗੇ? ਇਹ ਸਵਾਲ ਭਾਈ ਨੰਦ ਲਾਲ ਜੀ ਨੇ ਕੀਤਾ ਸੀ ਕਿ ਗੁਰੂ ਪਿਤਾ ਤੁਸੀਂ ਖਾਲਸਾ ਫੌਜ ਦੀ ਸਿਰਜਣਾ ਕੀਤੀ ਹੈ, ਕੀ ਤੁਸੀਂ ਇਹਨੂੰ ਰਾਜ ਦਿਓਗੇ? ਸੋ ਗੁਰੂ ਪਾਤਸ਼ਾਹ ਨੇ ਕਿਹਾ ਰਾਜ ਨਹੀਂ ਦਿਆਂਗਾ, ਰਾਜ ਇਹਨਾਂ ਦੇ ਪੈਰੀਂ ਪਏਗਾ, ਲੇਕਿਨ ਇਹ ਜੇ ਮੇਰੇ ਰਾਹ ਤੇ ਚੱਲਣਗੇ। ਰਾਹ ਵੀ ਦਰਜਾ ਉਸ ਗੱਲ ਦਾ ਇੱਕ ਵਿਸ਼ਾ ਵੱਖਰਾ ਹੈ, ਮੈਂ ਉਹਨੂੰ ਲੈ ਕੇ ਨਹੀਂ ਜਾਂਦਾ। ਸੋ ਗੁਰੂ ਖਾਲਸੇ ਦੇ ਗੁਣ ਵੀ ਲਿਖੇ ਆ। 10 ਗ੍ਰਹਿ ਤਿਆਗੀ ਸੁਦਰਸ ਬ੍ਰਹਮ ਗਿਆਨ ਮੈਂ ਲੀਨ ਸਿੰਘ ਸਮੇਤ ਸੋ ਖਾਲਸਾ ਸਰਬ ਲਾਲਸਾਈ। ਅਸੀਂ ਤਾਂ ਉਹ 10 ਗੁਣ ਜਾਣਦੇ ਹੀ ਨਹੀਂ। ਅਸੀਂ ਉਹ 10 ਔਗਣਾਂ ਦਾ ਤਿਆਗ ਨਹੀਂ ਕਰਦੇ। ਜੋ ਜੋ ਗੱਲ ਗੁਰੂ ਪਾਤਸ਼ਾਹ ਨੇ ਸਾਨੂੰ ਹੁਕਮ ਹਦਾਇਤ ਦਿੱਤੀ ਹੈ, ਅਸੀਂ ਪਤਾ ਨਹੀਂ ਗਿਆਨ ਨਾ ਹੋਣ ਕਰਕੇ ਜਾਂ ਜਾਣ ਬੁੱਝ ਕੇ ਅਸੀਂ ਸਾਰੇ ਹੀ ਕੰਮ ਤੋਂ ਉਲਟ ਕਰਦੇ ਹਾਂ। ਤਾਂ ਜਦੋਂ ਤੱਕ ਗੁਰੂ ਪਾਤਸ਼ਾਹ ਨੇ ਹੁਕਮ ਹੀ ਦਿੱਤਾ ਹੈ ਕਿ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਹੁਣ ਅਸੀਂ ਬੇਪ੍ਰਤੀਤੀ ਤਾਂ ਕਰਵਾ ਰਹੇ ਹਾਂ ਆਪਣੇ ਗੁਰੂ ਤੋਂ ਬੇਮੁਖ ਹੋ ਕੇ। ਹਾਂਜੀ, ਬੇਮੁਖ ਹੋਏ ਰਾਮ ਤੋਂ ਵਿਆਪਨ ਸਭੈ ਲੋਕ, ਤੇ ਅਸੀਂ ਤਾਂ ਉਸੇ ਪਾਸੇ ਬੇਮੁਖ ਹੋਏ ਫਿਰਦੇ ਹਾਂ। ਸੋ ਅਸੀਂ ਆਪਣੀਆਂ ਜਿਹੜੀਆਂ ਇਹ ਸਾਰੀਆਂ ਗੱਲਾਂ ਦੇ ਵਿੱਚ ਆਪਣੀਆਂ ਸਮੱਸਿਆਵਾਂ ਲਈ ਆਪ ਜ਼ਿੰਮੇਵਾਰ ਹੈ। ਇੱਕ ਪਿਓ ਦੇ ਪੁੱਤਰ ਹੈ। ਕੋਈ ਜਾਤ ਪਾਤ ਦੀ ਗੁਰੂ ਪਾਤਸ਼ਾਹ ਨੇ ਪਹਿਲਾ ਸਵਾਲ ਹੀ ਜਿਹੜਾ ਲਿਖਿਆ ਸੀ ਭਾਈ ਨੰਦ ਲਾਲ ਜੀ ਨੂੰ ਆਖਿਆ ਹੈ, ਉਹ ਹੈ 4 ਵਰਨ ਇੱਕ ਵਰਨ ਕਰਾਉਂ। ਮੈਂ ਤਾਂ ਜਾਤ ਪਾਤ ਦਾ ਖੜਾ ਵੱਢੂੰਗਾ। ਜਾਣੋ ਜੋਤ ਨਾ ਪੁੱਛੋ ਜਾਤੀ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ। ਉਹ ਤੋਂ ਅੱਗੇ ਚੱਲ ਕੇ ਸਾਰੇ ਖਾਲਸੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੈ। ਮਾਂ ਦਾ ਨਾਮ ਸਾਹਿਬ ਕੌਰ ਹੈ ਤੇ ਰਹਿਣ ਵਾਲੇ ਅਨੰਦਪੁਰ ਸਾਹਿਬ ਦੇ ਆ। ਜੇ ਤਾਂ ਇੱਕ ਬਾਪ ਦੇ ਬੱਚਿਆਂ ਦੀਆਂ 5 7 10 ਜਾਤਾਂ ਹੋ ਸਕਦੀਆਂ ਤੇ ਸਾਨੂੰ ਜ਼ਰੂਰ ਸਾਰਿਆਂ ਨੂੰ ਪਿੱਛੇ ਕਿਤੇ ਨਾ ਕਿਤੇ ਲਿਖ ਲੈਣਾ ਚਾਹੀਦਾ। ਜੇ ਅਸੀਂ ਬਾਪ ਦੀ ਜਾਤ ਹੀ ਆਪਣੇ ਬਾਪ ਵਾਲੀ ਹੈ ਤੇ ਫਿਰ ਅਸੀਂ ਕੀ ਬਣੀ ਫਿਰਦੇ ਆ? ਅਸੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ। ਤੇ ਤੁਸੀਂ ਅੱਗੇ ਕਿਵੇਂ ਵਧੋਗੇ ਜੇ ਤੁਸੀਂ ਪਹਿਲੀ ਚੀਜ਼ ਇਹਨਾਂ ਵਿਚਾਰਾਂ ਦਾ ਜਿਹੜਾ ਆਪਾਂ ਇੱਥੇ ਗੱਲ ਕਰੀਏ ਤੇ ਤੁਹਾਡੀ ਗੱਲ ਨੂੰ ਮੈਂ ਬਰਾਮਦ ਨਾ ਇਹਨਾਂ ਵਿਚਾਰਾਂ ਦਾ ਜਿਹੜਾ ਤੁਸੀਂ ਉਹਦੇ ਬੜਾ ਢੁਕਵਾਂ ਦੱਸਿਆ। ਜਿਵੇਂ ਤੁਸੀਂ ਆਪਣਾ ਅਕਵਾਲ ਸਿੰਘ ਜੀ ਲਾਲਪੁਰਾ, ਤੁਸੀਂ ਵੀ ਆਪਣੀ ਸਾਊਕਾਸਟ ਨਹੀਂ ਲਾਈ, ਤੁਸੀਂ ਆਪਣਾ ਪਿੰਡ ਦਾ ਨਾਂ ਲਿਖਿਆ। ਇਹਨਾਂ ਸ਼ਬਦਾਂ ਨੂੰ, ਇਹਨਾਂ ਗੱਲਾਂ ਨੂੰ ਬੜਾ ਇੱਕ ਪੁਖਤਾ ਗੱਲ ਹੈਗੀ ਆ ਤੇ ਤੁਸੀਂ ਵੀ ਉਸ ਇੱਕ ਪਿਤਾ ਜਿਹੜੇ ਆ ਉਹਦੇ ਗੁਰੂ ਨਾਨਕ ਦੇ ਆਪਣੇ ਪਿੰਡ ਦਾ ਨਾਂ ਲਾਇਆ। ਇਹਦੇ ਬਾਰੇ ਵੀ ਤੁਸੀਂ ਦੱਸੋ ਕਿ ਜਿਹੜੀ ਆਹ ਗੱਲ ਆ ਇਹਨੂੰ ਪੁਖਤਾ ਕਰਦੀ ਆ ਵੀ ਤੁਸੀਂ ਵੀ ਆਪਣੇ ਸਾਊਕਾਸਟ ਦਾ ਨਾਂ ਨਹੀਂ ਲਾਇਆ, ਸਿਰਫ ਆਪਣੇ ਪਿੰਡ ਦਾ ਨਾਂ ਲਾਇਆ। ਇਹਦੇ ਪਿੱਛੇ ਇੱਕ ਥੋੜ੍ਹੀ ਜਿਹੀ ਹੈਗੀ। ਦੇਖੋ, ਮੈਂ ਇਸ ਗੱਲ ਦਾ ਇੱਕ ਗੁਰਬਾਣੀ ਦਾ ਸਿਧਾਂਤ ਹੈ ਜੀ। ਸਤਿਗੁਰ ਕੀ ਬਾਣੀ ਸਤ ਸਰੂਪ ਹੈ ਜੀ, ਗੁਰਬਾਣੀ ਬਣੀ ਹੈ। ਅਸੀਂ ਵੀ ਹੈਵ ਟੂ ਲਿਵ ਗੁਰਬਾਣੀ ਜੀ। ਜੋ ਸਾਡੇ ਪਿਤਾ ਜੀ ਦਾ ਹੁਕਮ ਹੈ, ਹਾਂਜੀ, ਅਸੀਂ ਉਹਨੂੰ ਇਨ ਬਿਨ ਲਾਗੂ ਕਰਨਾ। ਜੇ ਅਸੀਂ ਉਹਨਾਂ ਨੂੰ ਲਾਗੂ ਹੀ ਨਹੀਂ ਕਰਦੇ ਫਿਰ ਤਾਂ ਅਸੀਂ ਜਿਹੜਾ ਆਪਣੇ ਬਾਪ ਦਾ ਨਾ ਹੋਵੇ ਉਹਨੂੰ ਲੋਕੀ ਕੀ ਕਹਿੰਦੇ ਹੋ ਤੁਸੀਂ ਮੇਰੇ ਤੋਂ ਵੱਧ ਨਾਸਤਿਕ ਤੋਂ। ਜੇ ਮੈਂ ਤਾਂ ਹਰਾਮਦਾ ਨਹੀਂ ਜੇ ਹੈਗਾ, ਮੈਂ ਤਾਂ ਆਪਣੇ ਪਿਓ ਦਾ ਹੈ।
ਦੇਖੋ ਗੱਲ ਹੈ ਗੁਰੂ ਬਾਕੀ ਕੋਈ ਕੁਝ ਬਣੀ ਫਿਰੇ ਮੈਂ ਨਹੀਂ ਸਮਝਦਾ। ਗੁਰੂ ਮਹਾਰਾਜ ਦੀ ਬੜੀ ਅਪਾਰ ਬਖਸ਼ਿਸ਼ ਹੈਗੀ ਆ, ਤੁਹਾਡੇ ਮੁਖਾਰ ਬੰਦ ਤੇ ਬੜੀ ਸ਼ਬਦਾਂ ਦੀ ਪਕੜਾ ਬਾਣੀ ਤੇ ਬਾਣੇ ਦੀ ਬੜੀ ਕਿਰਪਾ ਹੈ ਤੁਹਾਡੇ ਤੇ। ਅਸੀਂ ਗੱਲ ਕੀਤੀ ਸੀ ਆਪਣੇ ਵਿਚਾਰਾਂ ਦੇ ਵਿੱਚ, ਆਪਾਂ ਐਜੂਕੇਸ਼ਨ ਦੀ ਗੱਲ ਕੀਤੀ ਸੀ। ਚੀਫ ਖਾਲਸਾ ਦੀਵਾਨ ਦੇ ਸਕੂਲ ਦੇ ਤੁਸੀਂ ਪ੍ਰਧਾਨ ਨੂੰ, ਜਿਹੜੇ 4 ਸਕੂਲ ਨੇ ਉਹਨਾਂ ਸਕੂਲਾਂ ਦੇ ਵਿੱਚ ਜਿਹੜੀ ਐਜੂਕੇਸ਼ਨ ਕਿਸ ਤਰ੍ਹਾਂ ਦੇ ਰਹੇ ਹੋ, ਔਰ ਬੇਰੁਜ਼ਗਾਰ ਜਿਹੜੀ ਰੁਜ਼ਗਾਰ ਪ੍ਰਤੀ ਬੱਚਿਆਂ ਨੂੰ ਤੁਸੀਂ ਕਿਵੇਂ ਮੋਟੀਵੇਟ ਕਰ ਰਹੇ ਹੋ, ਉਹਨਾਂ ਬਾਰੇ ਵੀ ਸਾਨੂੰ ਜਿਹੜਾ ਜ਼ਰੂਰ ਸਾਰੇ ਦਰਸ਼ਕਾਂ ਨੂੰ। ਮੈਂ ਆਫਟਰ ਰਿਟਾਇਰਮੈਂਟ ਚੀਫ ਖਾਲਸਾ ਦੀਵਾਨ ਦਾ ਮੈਂਬਰ ਬਣਿਆ ਸੀ ਜੀ। ਤੇ ਚੀਫ ਖਾਲਸਾ ਦੀਵਾਨ ਦੇ ਜਿੰਨੇ ਵੀ ਪ੍ਰਧਾਨ ਸਾਹਿਬ ਆਏ, ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਐਗਜ਼ੈਕਟਿਵ ਦੇ ਵਿੱਚ ਰੱਖਿਆ। ਔਰ ਮੈਂ ਖਾਲਸਾ ਸਕੂਲ ਅਨੰਦਪੁਰ ਸਾਹਿਬ ਜਿਹੜਾ 1894 ਚ ਬਣਿਆ ਸੀ, ਸਾਡੇ ਤੋਂ ਪੁਰਾਣੀ ਇੰਸਟੀਟਿਊਸ਼ਨ ਹੈ ਜੀ। ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਨੰਦਪੁਰ ਸਾਹਿਬ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕੀਰਤਪੁਰ ਸਾਹਿਬ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ ਹੁਸ਼ਿਆਰਪੁਰ, ਇਹਨਾਂ ਦੇ ਪ੍ਰਬੰਧਕ ਦੇ ਤੌਰ ਤੇ ਕੰਮ ਕਰਨਾ। ਕੋਸ਼ਿਸ਼ 2 ਲਾਈਨਾਂ 'ਚ ਹੈ ਜੀ। ਬੈਸਟ ਐਜੂਕੇਸ਼ਨ ਐਟ ਦ ਚੀਪੈਸਟ ਰੇਟ, ਬੈਸਟ ਐਜੂਕੇਸ਼ਨ ਐਟ ਦ ਚੀਪੈਸਟ ਰੇਟ। ਜਿਹੜੀ ਮੇਰੀ ਗਾਈਡੈਂਸ ਹੈਗੀ ਹੈ, ਮੇਰੀ ਬੇਟੀ ਟੀਚਰ ਹੈ ਨਿਊਯਾਰਕ ਦੇ ਵਿੱਚ ਜੀ। ਮੈਂ ਪਿਓ ਧੀ ਦੀ ਗੱਲ ਸਿਰਫ ਇਸੇ ਗੱਲ ਤੇ ਹੁੰਦੀ ਹੈ ਕਿ ਬੱਚਾ ਮੈਨੂੰ ਦੱਸ ਵੀ ਕਿਵੇਂ ਤੁਹਾਡਾ ਅਮਰੀਕਨ ਐਜੂਕੇਸ਼ਨ ਸਿਸਟਮ ਹੈ, ਕਿਵੇਂ ਤੁਸੀਂ ਪੜ੍ਹਾਉਂਦੇ ਹੋ ਤੇ ਕਿਵੇਂ ਸਾਨੂੰ ਕਿੱਥੇ ਪਹੁੰਚਣਾ ਚਾਹੀਦਾ। ਸੋ ਉਹਦੇ ਜਦੋਂ ਇਹ ਪਿੱਛੇ ਆਈ ਵੀ ਸੀਗੀ 2 ਸਾਲ 4-5 ਸਾਲ ਪਹਿਲਾਂ, ਇਹਨਾਂ ਨੂੰ ਆਪਣੇ ਟੀਚਰਾਂ ਨੂੰ ਸਾਡਾ ਜਿਹੜਾ ਟੋਟਲ ਐਜੂਕੇਸ਼ਨ ਸਿਸਟਮ ਹੈ ਇਹ ਮੈਮੋਰਾਈਜ਼ਿੰਗ ਤੇ ਹੈ ਜੀ, ਜਿਹਨੂੰ ਅਸੀਂ ਕਹਿੰਦੇ ਰੱਟਾ ਲਾਉਣਾ। ਜੀ। ਜਾਂ ਜਿਹੜਾ ਟੀਚਰ ਵੀ ਇਹ ਕਹਿੰਦਾ ਤੈਨੂੰ ਚੇਤੇ ਹੋ ਗਿਆ, ਉਹਨੂੰ ਪ੍ਰੈਕਟਿਸ ਕਿਵੇਂ ਲਿਆਉਣਾ, ਉਹਨੂੰ ਐਨਾਲਾਈਜ਼ ਕਿਵੇਂ ਕਰਨਾ, ਉਹਨੂੰ ਕ੍ਰਿਟੀਕਲੀ ਥਿੰਕ ਕਿਵੇਂ ਕਰਨਾ, ਉਹਨੂੰ ਇੰਪਲੀਮੈਂਟ ਕਿਵੇਂ ਕਰਨਾ, ਇਹ ਸਾਡੀ ਐਜੂਕੇਸ਼ਨ ਦਾ ਹਿੱਸਾ ਨਹੀਂ। ਅਸੀਂ ਮੁਕਾਬਲਾ ਕਰਨਾ ਹੈ ਨਾਰਥ ਅਮਰੀਕਨਸ ਦਾ, ਅਸੀਂ ਮੁਕਾਬਲਾ ਕਰਨਾ ਯੂਰਪੀਅਨਸ ਦਾ, ਜਿਨ੍ਹਾਂ ਨੇ ਸਮਾਜ ਦੇ ਵਿੱਚ ਕ੍ਰੀਏਟਿਵ ਕੰਮ ਕੀਤੇ ਹੈ। ਸੋ ਅਸੀਂ ਤਾਂ ਜਿਹੜੇ ਆਪਣੇ ਐਜੂਕੇਸ਼ਨ ਸਿਸਟਮ ਨੂੰ ਉਸ ਲੈਵਲ ਤੇ ਨਹੀਂ ਲਿਆ ਸਕੇ। ਸੋ ਕੋਸ਼ਿਸ਼ ਮੇਰੀ ਇਹੀ ਹੈ ਕਿ ਬੈਸਟ ਐਜੂਕੇਸ਼ਨ ਜਿਹੜੀ ਵਰਲਡ ਲੈਵਲ ਦੀ ਹੋਵੇ ਐਟ ਦਾ ਚੀਪੈਸਟ ਰੇਟ ਅਸੀਂ ਲੋਕਾਂ ਨੂੰ ਪ੍ਰੋਵਾਈਡ ਕਰੀਏ। ਸਾਡੀ ਬਦਕਿਸਮਤੀ ਹੈ ਕਿ ਦੇਸ਼ ਦੇ ਰਾਸ਼ਟਰਪਤੀ ਵੀ ਇਸ ਸਕੂਲ ਦੇ 10 ਸਾਲ ਪ੍ਰਧਾਨ ਰਹੇ, ਸਾਡੇ ਸਪੀਕਰ ਮਿਨਿਸਟਰ ਵੀ 30 ਸਾਲ ਪ੍ਰਧਾਨ ਰਹੇ, ਲੇਕਿਨ ਉਹਨਾਂ ਨੇ ਵੀ ਇਸ ਸਕੂਲ ਨੂੰ ਉਸ ਲੈਵਲ ਤੱਕ ਉਹ ਲਿਜਾਣ 'ਚ ਉਹਨਾਂ ਦੇ ਸਮਰੱਥ ਸੀਗੇ, ਉਦਮ ਨਹੀਂ ਹੋਇਆ। ਦੂਜੀ ਗੱਲ ਹੈ ਕਿ 2 ਲੱਖ ਰੁਪਇਆ ਕਿਸੇ ਵੇਲੇ SCPC ਨੇ ਇਸ ਸਕੂਲ ਨੂੰ ਗ੍ਰਾਂਟ ਦਿੱਤੀ ਸੀ, ਸ਼ੁਰੂ ਕੀਤੀ ਸੀ ਕਿ ਹਰ ਸਾਲ ਦਿਆ ਕਰਾਂਗੇ। ਮੇਰੇ ਖਿਆਲ ਉਦੋਂ 2 ਲੱਖ ਰੁਪਇਆ ਬਹੁਤ ਵੱਡੀ ਗੱਲ ਹੋਣੀ ਹੈ। ਹੁਣ SCPC ਗਰੀਬ ਹੋ ਗਈ, 10-12 ਸਾਲ ਤੋਂ ਉਹਨੇ ਉਹ 2 ਲੱਖ ਵੀ ਬੰਦ ਕਰ ਦਿੱਤਾ। ਹਾਂਜੀ, ਗੱਲ ਇਹ ਕਿ ਇਹ ਸੰਸਥਾਵਾਂ ਅਸੀਂ ਅੱਜ ਵੀ ਸੋਚ ਰਹੇ ਸੀ ਕਿ ਭਾਈ ਜਿਹੜੇ ਵਿਜ਼ਨਰੀ ਹੈ, ਜਿਹੜੇ ਸਪੈਸ਼ਲਿਸਟ ਹੈਗੇ ਆ, ਉਹ ਸਾਰੇ ਸਿੱਖ ਇਕੱਠੇ ਹੋ, ਆਓ ਸਾਰੇ ਮਿਲ ਕੇ ਕੰਟਰੀਬਿਊਟ ਕਰੀਏ। ਮੈਂ ਸਮਝਦਾ ਜੇ ਮੈਂ ਵੀ ਇੱਕ ਅੱਛਾ ਗੋਲਫ ਪਲੇਅਰ ਹੈਗਾ ਤੇ ਜੇ ਮੈਂ ਚੰਡੀਗੜ੍ਹ ਜਾ ਕੇ ਸੈਟਲ ਹੋ ਜਾਂਦਾ ਨਾ ਤੇ ਮੈਂ ਆਪਣੇ ਜੀਵਨ ਨੂੰ ਗਵਾ ਲੈਣਾ ਸੀ। ਗੋਲਫ ਤਾਂ ਜ਼ਰੂਰ ਖੇਡਦਾ, ਦੋਸਤਾਂ ਨਾਲ ਗੱਪਾਂ ਛੱਪਾਂ ਮਾਰਦਾ, ਲੇਕਿਨ ਹੁਣ ਜਦੋਂ ਮੈਂ ਪਿੰਡਾਂ ਦੇ ਭਰਾਵਾਂ 'ਚ ਬਹਿੰਦਾ, ਉਹਨਾਂ ਨਾਲ ਗੱਲਬਾਤ ਕਰਦਾ, ਉਹਨਾਂ ਦੇ ਦੁੱਖ ਸੁਣਦਾ ਤੇ ਮੈਨੂੰ ਇੰਨਾ ਸਕੂਨ ਮਿਲਦਾ। ਮੈਂ ਆਪਣੇ ਬਚਪਨ ਤੋਂ ਬਾਹਰ ਨਹੀਂ ਆਇਆ, ਕਿਉਂਕਿ ਕੋਈ ਨਾ ਕੋਈ ਮੇਰਾ ਕਲਾਸ ਫੈਲੋ ਮਿਲ ਜਾਂਦਾ। ਅਸੀਂ ਉਹ ਬਚਪਨ ਦੀਆਂ ਗੱਲਾਂ ਕਰਦੇ ਹਾਂ, ਸਕੂਲ ਨੂੰ ਦੇਖਦੇ ਹਾਂ, ਆਲੇ ਦੁਆਲੇ ਆਪਣੇ ਭਰਾਵਾਂ, ਰਿਸ਼ਤੇਦਾਰਾਂ, ਚਾਚੇ ਤਾਏ, ਮਾਮਾ ਮਾਸੀਆਂ ਨੂੰ ਮਿਲੀਦਾ ਆ, ਔਰ ਉਹ ਵੀ ਮਿਲ ਕੇ ਖੁਸ਼ ਹੁੰਦੇ ਆ, ਅਸੀਂ ਵੀ ਮਿਲ ਕੇ ਖੁਸ਼ ਹੁੰਦੇ ਆ। ਐਜੂਕੇਸ਼ਨ ਪ੍ਰਾਇਮਰੀ ਹੈਗੀ ਆ, ਅਸੀਂ 100 ਤੋਂ ਜ਼ਿਆਦਾ ਬੱਚੇ ਸਾਡੇ ਸਕੂਲ 'ਚ ਕੋਸ਼ਿਸ਼ ਹੁੰਦੀ ਹੈ ਕਿ ਉਹ ਸਹਿਜ ਪਾਠ ਕਰਨ ਜੀ। ਮਹਾਰਾਜ ਦੇ ਪ੍ਰਕਾਸ਼ ਨਾਲ ਜਿਹੜਾ ਹੁਕਮਨਾਮੇ ਤੋਂ ਬਾਅਦ ਉੱਥੋਂ ਦਾ ਸ਼ੁਰੂ ਹੁੰਦਾ, ਇਹ ਪੁਰਾਣੀ ਰਵਾਇਤ ਹੈ, ਮੈਂ ਨਹੀਂ ਕਰ ਰਿਹਾ। ਆਰੰਭਤਾ ਹੁੰਦੀ ਹੈ 1894 ਤੋਂ ਇਹ ਬਿਲਡਿੰਗ ਢਾਉਣ ਲੱਗੇ ਸੀ ਤੇ ਮੈਂ ਉਹਨੂੰ ਕਿਹਾ ਵੀ ਇਹ ਨਾ ਢਾਇਓ। ਸੱਜੇ ਹੱਥ ਭਾਈ ਗੁਰਦਾਸ ਲਾਇਬ੍ਰੇਰੀ ਬਣੀ ਹੋਈ ਹੈ, ਸਾਹਮਣੇ ਭਾਈ ਨੰਦ ਲਾਲ ਹਾਲ ਬਣਿਆ ਹੋਇਆ। ਜੇ ਕਿਤੇ ਵੇਖਿਆ ਜਾਵੇ 1894 'ਚ ਉਹਨਾਂ ਬੀਬੀ ਰਾਜ ਕੌਰ ਦੇਈ ਦੇ ਜਿਨ੍ਹਾਂ ਨੇ ਜ਼ਮੀਨ ਦਾਨ ਕੀਤੀ, ਉਹਨਾਂ ਦੇ ਐਡੀ ਵੱਡੀ ਜਿਹੜੀ ਹੈ ਉਹਨਾਂ ਦੀ ਸੋਚ ਸੀਗੀ ਕਿ 20 ਕਿੱਲੇ ਜ਼ਮੀਨ 'ਚ ਇੱਕ ਸਕੂਲ ਬਣਾਇਆ। ਤੇ ਹਲੇ ਵੀ ਆਉਣ ਵਾਲੇ 125 ਸਾਲ ਹੋ ਗਏ, 126 ਸਾਲ ਹੋ ਗਏ, ਤੇ ਮੈਨੂੰ ਲੱਗਦਾ ਕਿ 50 ਸਾਲ ਹੋਰ ਵੀ ਜੇ ਇੱਥੇ ਆ ਜਾਣ ਤੇ ਉਹਦੀ ਲੋੜ ਨਹੀਂ ਪੈਣੀ ਹੋਰ ਜ਼ਮੀਨ ਦੀ, ਸਾਡੇ ਕੋਲ ਸਾਰਾ ਕੁਝ ਹੈਗਾ। ਸੇ ਕੌਮ ਨੂੰ ਜਿਹੜੇ ਸਾਡੇ ਵੀਰ ਹੈ, ਦਾਨ ਕਰਨ ਵਾਲੇ ਸੱਜਣ ਹੈ, ਉਹ ਜੇ
ਇੱਕ ਸਕੂਲ ਹੀ ਅਡਾਪਟ ਕਰ ਲੈਣ। ਜਿਹੜੇ ਬਾਹਰ ਬੈਠੇ ਆ, ਜਿਹੜੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਤੁਹਾਡਾ ਚੈਨਲ ਕਈ ਜਗ੍ਹਾ ਦੇਖਿਆ ਜਾਣਾ ਹੈ, ਕਈ ਜਗ੍ਹਾ ਟੀਚਰ ਹੈਗੇ। ਮੇਰੇ ਦੋਸਤ ਹੈ ਰਜਾਤ ਪਰਦੇਸੀ ਜੀ, ਬੜੇ ਅੱਛੇ ਸਿੰਗਰ ਹੈ, ਉਹ ਟੀਚਰ ਹੈ ਆਪ ਇੰਗਲੈਂਡ ਦੇ ਵਿੱਚ। ਜਦੋਂ ਆਉਂਦੇ ਆ ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਇੰਗਲਿਸ਼ ਸਕੂਲ 'ਚ ਟੀਚਰਾਂ ਨੂੰ ਵੀ ਤੇ ਵਿਦਿਆਰਥੀਆਂ ਨੂੰ ਵੀ ਸੰਬੋਧਨ ਹੋ ਕੇ ਜਾਓ, ਇਹਨਾਂ ਨੂੰ ਐਜੂਕੇਸ਼ਨ ਦੱਸੋ, ਇੰਗਲੈਂਡ ਦਾ ਐਜੂਕੇਸ਼ਨ ਸਿਸਟਮ ਕੀ ਹੈ ਤੇ ਅਸੀਂ ਕਿਸ ਤਰ੍ਹਾਂ ਉਹਦੇ ਬਰਾਬਰ ਪਹੁੰਚ ਸਕਦੇ ਹਾਂ। ਸੋ ਉਹ ਵੀ ਜਿਹੜੇ ਬਾਹਰ ਬੈਠੇ ਸੱਜਣ ਹੈ, ਆਓ ਸਾਰੇ ਮਿਲ ਕੇ ਕੰਟਰੀਬਿਊਟ ਕਰੀਏ। ਇਹ ਸਾਡੀ ਮੇਰੀ ਸੰਸਥਾ ਨਹੀਂ ਹੈਗੀ, ਇਹ ਚੀਫ ਖਾਲਸਾ ਦੀਵਾਨ ਦੀ ਵੀ ਸੰਸਥਾ ਨਹੀਂ, ਇਹ ਪੰਥ ਦੀ ਸੰਸਥਾ ਹੈ। ਅਸੀਂ ਜਿੰਨਾ ਕਿ ਕੰਟਰੀ ਸਾਹਿਬ ਮਹਿੰਦਰ ਸਿੰਘ ਗਿੱਲ ਆਉਂਦੇ ਆ ਓਲੰਪੀਅਨ ਅਮਰੀਕਾ ਤੋਂ, ਉਹ ਵਿਚਾਰੇ ਹਮੇਸ਼ਾ ਮਿਲ ਕੇ ਜਾਂਦੇ ਆ। ਉਹਨਾਂ ਦੇ ਹੋਰ ਵੀ ਜਿਹੜੇ ਦੋਸਤ ਆਉਂਦੇ ਆ, ਉਹਨਾਂ ਨੂੰ ਭੇਜਦੇ ਆ ਕਿ ਭਾਈ ਖਾਲਸਾ ਸਕੂਲ ਅਨੰਦਪੁਰ ਸਾਹਿਬ ਤੁਸੀਂ ਜਾਣਾ ਔਰ ਉੱਥੇ ਵਿਦਿਆਰਥੀਆਂ ਨੂੰ ਸੰਬੋਧਨ ਕਰਕੇ ਜਾਣਾ। ਔਰ ਅਸੀਂ ਪਿਛਲੇ ਸਾਲ ਗਿੱਲ ਸਾਹਿਬ ਦੀ ਤੇ ਉਹਨਾਂ ਦੇ ਸਾਥੀਆਂ ਦੀ ਤੇ ਸਾਡੀ ਸਾਰਿਆਂ ਦੇ, ਇੰਗਲੈਂਡ ਦੇ ਵੀ ਕੁਝ ਲੋਕਾਂ ਦੇ 90 ਮੈਡਲ ਸਕੂਲ ਦੇ ਬੱਚੇ ਜਿਹੜੇ ਹੈ ਨਾ ਸਪੋਰਟਸ ਦੇ ਵਿੱਚੋਂ ਲੈ ਕੇ ਆਏ ਆ, ਦੇਸ਼ ਦੇ ਲੈਵਲ ਤੇ ਵੀ, ਸਟੇਟ ਲੈਵਲ ਤੇ ਵੀ ਤੇ ਡਿਸਟ੍ਰਿਕਟ ਲੈਵਲ ਤੇ ਵੀ। ਇਹ ਸਾਡਾ ਸਾਥੋਂ ਕੀਤਾ ਲਾਲਾ ਜਗਤ ਰਾਏ ਮਰਡਰ ਕੇਸ, ਜੇ ਉਹਨਾਂ ਦੇ ਖਿਲਾਫ ਐਵੀਡੈਂਸ ਸਫੀਸ਼ੀਐਂਟ ਸੀ ਤੇ 15 ਅਕਤੂਬਰ ਨੂੰ ਤੁਸੀਂ ਛੱਡ ਵੀ ਦਿੱਤਾ ਤੇ ਚਲਾਨ ਕਿਉਂ ਨਹੀਂ ਕੀਤਾ? ਇਸ ਗੱਲ ਦਾ ਜਵਾਬ ਉਸ ਵੇਲੇ ਦੀ ਕਾਂਗਰਸ ਸਰਕਾਰ ਹੀ ਦੇ ਸਕਦੀ ਹੈ ਜਾਂ ਪ੍ਰਾਈਮ ਮਿਨਿਸਟਰ ਦੇ ਸਕਦਾ ਸੀ। ਉਹ ਗੱਲ ਲੇਕਿਨ ਇੱਕ ਭੇਤ ਹੈ ਵੀ ਉਹਨਾਂ ਨੂੰ ਅਰੈਸਟ ਕਿਉਂ ਕੀਤਾ ਗਿਆ ਤੇ ਫਿਰ ਜੇ ਉਹਨਾਂ ਦੇ ਖਿਲਾਫ ਕੋਈ ਦੋਸ਼ ਸੀਗੇ ਤੇ ਫਿਰ ਰਿਹਾ ਕਿਉਂ ਕੀਤਾ ਗਿਆ? ਇਹ ਜਿਹੜੀਆਂ ਚੀਜ਼ਾਂ ਨੇ ਇਹ ਬੇਸਮਝੀ ਦੀਆਂ ਮੈਂ ਸਮਝਣਾ ਵੀ, ਜਾਂ ਲੰਬੀ ਸੋਚ ਲੈਣ ਤੋਂ ਬਿਨਾਂ ਜਾਂ ਵਿਜ਼ਨ ਤੋਂ ਬਿਨਾਂ ਜਾਂ ਕਿਸੇ ਵੱਧ ਦਿਆਨਤੀ ਨਾਲ, ਵੱਧ ਨੀਅਤ ਨਾਲ ਇਹ ਫੈਸਲੇ ਲਏ ਗਏ, ਜਿਹਦੇ ਕਰਕੇ ਪੰਜਾਬ ਦਾ ਮਾਹੌਲ ਫਿਰ ਅਸ਼ਾਂਤ ਹੋ ਗਿਆ। ਔਰ ਜਿਹੜਾ ਮੋਰਚਾ ਵੀ ਲੱਗਾ ਜਦੋਂ 18 ਜੁਲਾਈ 1982 ਨੂੰ 19 ਜੁਲਾਈ ਨੂੰ, ਉਹ ਮੋਰਚਾ ਵੀ ਐਸੇ ਇੱਕ ਨਗੁਣੇ ਕਾਰਨ ਤੋਂ ਲੱਗਾ, ਜੇ ਅੱਜ ਦੀ ਸਮਝ ਤੇ ਉਹਦੀ ਲੋੜ ਹੀ ਨਹੀਂ ਸੀ। ਭਾਈ ਅਮਰੀਕ ਸਿੰਘ ਤੇ 18 ਸਿੰਘ ਅਮਰੀਕ ਸਿੰਘ ਤੇ ਉਹਨਾਂ ਦੇ ਨਾਲ 5-7 ਬੰਦੇ, ਮੈਂ ਹਾਜ਼ਰ ਸੀ ਸਿਵਲ ਲਾਈਨ ਪੁਲਿਸ ਸਟੇਸ਼ਨ ਅੰਮ੍ਰਿਤਸਰ, ਤੇ ਮੇਰੇ ਨਾਲ ਹੋਰ ਵੀ ਹਰਜੀਤ ਸਿੰਘ ਸੀਗੇ, ਇੱਕ ਰੰਧਾਵਾ, ਹਰਜੀਤ ਸਿੰਘ ਰੰਧਾਵਾ, ਹਰਜੀਤ ਸਿੰਘ ਬਰਾੜ, ਗਿਆਨੀ ਬਚਨ ਸਿੰਘ, ਮੁਖਤਿਆਰ ਚੰਦ, ਅਸੀਂ ਸਾਰੇ ਇੱਥੇ ਸਿਵਲ ਲਾਈਨ ਇੱਕ ਮੁਕੱਦਮੇ ਦੀ ਪੇਸ਼ੀ ਵਾਸਤੇ ਆਏ ਸੀ। ਉਹ ਮੁਕੱਦਮਾ ਵੀ ਸੰਤ ਜਰਨੈਲ ਸਿੰਘ ਦੇ ਡਰਾਈਵਰਾਂ ਦੇ ਖਿਲਾਫ ਝੂਠਾ ਹੀ ਦਰਜ ਹੋਇਆ ਸੀ। ਉਹ ਇੱਕ ਲੰਬੀ ਕਹਾਣੀ ਹੈ, ਲੇਕਿਨ ਗੱਲ ਹੈ ਕਿ ਉਹ ਬੰਦੇ ਸੰਤ ਉੱਤਮ ਸਿੰਘ ਨੂੰ ਖਡੂਰ ਸਾਹਿਬ ਛੱਡ ਕੇ ਆਏ ਸੀ। ਕਾਲੇ ਸੰਘਿਆ ਰੌਬਰੀ ਹੋਈ ਤੇ ਬਾਬੇ ਕਾਲੇ ASI ਸੀਗਾ ਇੱਕ ਹਰਭਜਨ ਸਿੰਘ, ਤੇਜ ਉਹਨੂੰ ਕਹਾਉਂਦੇ ਸੀ, ਉਹਨੇ ਉਹਨਾਂ ਨੂੰ ਰੋਕ ਲਿਆ। ਉਹ ਉਹਨਾਂ ਨੂੰ ਆਖਣ ਲੱਗਾ ਵੀ ਤੁਹਾਡੇ ਕੋਲ ਪੈਸੇ ਆ ਤੇ ਇੱਕ ਰਿਵਾਲਵਰ ਸੀ ਉਹਨਾਂ ਕੋਲ, ਲਾਇਸੈਂਸ ਸੀ, ਉਜਲ ਸਿੰਘ ਦਾ ਸੀਗਾ ਉਹ ਮਲਸੀਆਂ ਵਾਲੇ ਦਾ, ਤੇ ਤੁਹਾਨੂੰ ਜਿਹੜਾ ਇਹ ਪੈਸੇ ਛੱਡ ਜਾਓ। ਤੇ ਉਹ ਕਹਿਣ ਲੱਗੇ ਕਿ ਅਸੀਂ ਤੁਹਾਡੇ ਕੋਲ ਪੈਸੇ ਛੱਡ ਗਏ ਤੇ ਸੰਤ ਜਰਨੈਲ ਸਿੰਘ ਨੇ ਸਾਨੂੰ ਜੁੱਤੀਆਂ ਮਾਰਨੀਆਂ। ਉਸੇ ਕਸ਼ਮਕਸ਼ ਉਹਨੇ ਜਾ ਕੇ SSP ਨੂੰ ਦੱਸ ਦਿੱਤਾ ਵੀ ਕਾਲਾ ਸੰਘਿਆ ਰੌਬਰੀ ਵਾਲੇ ਬੰਦੇ ਮੈਂ ਫੜ ਲਏ। SSP ਨੇ ਉਹ ਬੰਦੇ ਉੱਥੇ ਮੰਗਾ ਲਏ। ਜਦੋਂ ਅੱਧੀ ਰਾਤ ਨੂੰ ਵਾਪਸ ਮੇਰੇ ਕੋਲ ਲੈ ਕੇ ਆਏ ਕਿ ਜੀ ਪਰਚਾ ਦਰਜ ਕਰਾਓ ਰੌਬਰੀ ਦਾ, ਤੇ ਮੈਂ ਕਿਹਾ ਵੀ ਰੌਬਰੀ ਇੱਥੇ ਤਾਂ ਹੋਈ ਕੋਈ ਨਹੀਂ, ਤੁਹਾਨੂੰ ਕਹਿੰਦੇ ਰਸਤਾ ਅੰਮ੍ਰਿਤਸਰ ਜਾ ਕੇ। ਤੇ ਉਹ ਫਿਰ ਗੱਲ ਅਖੀਰ ਹੋਈ ਵੀ ਇੱਕ ਐਸਾ ਪਰਚਾ ਦੇ ਦਿਓ ਜਿਹਦੇ ਨਾਲ ਇਹਨਾਂ ਦੀ ਜ਼ਮਾਨਤ ਨਾ ਹੋਵੇ। ਉਹ ਝੂਠਾ ਪਰਚਾ 307 ਦਾ ਦਿੱਤਾ ਕਿ ASI ਜਿਹੜਾ ਹਰਭਜਨ ਸਿੰਘ ਤੇ ਉਹਨਾਂ ਨੇ ਗੋਲੀ ਚਲਾਈ, ਜਿਹੜਾ ਜਦੋਂ ਕਿ ਇਹ ਗੱਲ ਬਿਲਕੁਲ ਹੀ ਗਲਤ ਹੈਗੀ ਆ। ਉਹ ਕੋਈ ਅਸੀਂ ਗੋਲੀ ਨਹੀਂ ਚਲਾਈ ਗਈ ਸੀਗੀ। ਇੱਕ SSP ਦੀ ਹਮਲਾ ਸੀ, ਜਿਹੜਾ SSP ਅੰਮ੍ਰਿਤਸਰ ਸੀ ਉਸ ਵੇਲੇ, ਉਹਨੇ ਪਤਾ ਨਹੀਂ ਉਹਦੇ ਕਿਸੇ ਦਾ ਆਦੇਸ਼ ਸੀ ਜਾਂ ਉਹਨੇ ਜਾਣਬੁੱਝ ਕੇ ਇਹ ਕੰਮ ਉਹਨਾਂ ਨੇ ਗਲਤ ਕਰਵਾਇਆ। ਉਹ ਅਸੀਂ ਸਿਵਲ ਲਾਈਨ ਥਾਣੇ ਉਹਨਾਂ ਨੂੰ ਪੇਸ਼ ਕਰਨ ਗਏ ਸੀ ਤੇ ਭਾਈ ਅਮਰੀਕ ਸਿੰਘ ਮੇਰੇ ਨਾਲ ਇੱਕ, ਕਿਉਂਕਿ ਅਸੀਂ 78 ਦੇ ਨਿਰੰਕਾਰੀ ਕੇਸ ਦੇ ਤਫਤੀਸ਼ ਅਫਸਰ ਸੀਗੇ, ਚੰਗਾ ਉਹਦੇ ਨਾਲ ਸੰਬੰਧ ਸੀ, ਉਹ ਮੇਰੇ ਨਾਲ ਇੱਕ ਗਿਲਾ ਕਰ ਰਹੇ ਸੀ ਕਿ ਤੁਸੀਂ ਝੂਠਾ ਪਰਚਾ ਦੇ ਦਿੱਤਾ। ਪਤਾ ਮੈਨੂੰ ਵੀ ਸੀਗਾ ਝੂਠਾ ਪਰਚਾ, ਪਰ ਮੈਂ ਉੱਥੋਂ ਦਾ ਸੀਗਾ ਐਜ਼ ਅਫਸਰ ਹੁੰਦਿਆਂ ਹੋਇਆ ਮੈਂ ਉਹਨਾਂ ਨੂੰ ਇਹ ਕਹਿ ਰਿਹਾ ਸੀ, ਕਿਉਂਕਿ ਮੈਂ ਆਪਣੇ ਮਹਿਕਮੇ ਦੇ ਖਿਲਾਫ ਬੋਲਦਾ ਜਾਂ ਦੂਜਿਆਂ ਦੇ ਚੰਗਾ ਨਹੀਂ ਸੀ ਉਸ ਵੇਲੇ, ਤੇ ਮੈਂ ਉਹਨਾਂ ਨੂੰ ਆਖਿਆ ਕਿ ਤੁਸੀਂ ਦਰਖਾਸਤ ਦੇ ਦਿਓ, ਅਸੀਂ ਇਨਕੁਆਇਰੀ ਕਰ ਲਾਂਗੇ, ਜੇ ਬੰਦੇ ਬੇਗੁਨਾਹ ਹੋਏ ਤੇ ਛੱਡ ਦਿਆਂਗੇ, ਜਿਹੜਾ ਮੈਂ ਉਹਨਾਂ ਨੂੰ ਗੱਲ ਆਖੀ। ਔਰ ਉਸ ਤੋਂ ਬਾਅਦ ਲੇਕਿਨ ਜਿਹੜੇ ਦੂਜੇ ਜਿਸ ਅਫਸਰ ਨੇ ਗਲਤ ਪਰਚਾ ਦਰਜ ਕਰਵਾਇਆ ਸੀ ਗਿਆਨੀ ਬਚਨ ਸਿੰਘ, ਉੱਥੇ ਨਾਲ ਹੋ ਕੇ ਉਹ ਉਹਨਾਂ ਨਾਲ ਝਗੜ ਪਿਆ। ਉਹਨਾਂ ਨੂੰ ਥਾਣੇ ਆਇਆਂ ਨੂੰ ਫੜ ਕੇ 188 ਦੇ ਵਿੱਚ ਗ੍ਰਿਫਤਾਰ ਕਰ ਲਿਆ, 144 ਦੀ ਵਾਇਲੇਸ਼ਨ।
कि उन्होंने 5 बंदियां तो ਵੱਧ बंदे इकट्ठे होने च क्योंकि पाबंदी है, तो ये इस करके ये बंदे भाई अमरीक सिंह होरी 5 बंदियां तो ज़्यादा बंदे कुलवंत सिंह लाल इस तरह के लखा सिंह होरी ये नाल सीगे, तो उस करके इन्होंने गिरफ्तार कर लिया। अज भी जे 144 की वायलेशन होंगी है, 188 का परचा होंदा है, तो कई बार तो मजिस्ट्रेट वार्निंग नाल छड्ड दिंदा है, तो कई बार जो मजिस्ट्रेट है वो 150 रुपया जुर्माना कर दिंदा जे कोई बहुत वड्डी ट्रायल हो या जनरली वार्निंग ते छड्ड। तो जे ये इन्नी क गल सी ते उस तो ही सन जरनैल सिंह ने मोर्चा लाया कि भाई अमरीक सिंह ते 18 सिंह नूं रिहा किया जाए। 18 सिंह नूं अगले दिन गिरफ्तार किया जदों पैसे जिहड़े पुलिस वालियां ने ब्यास लए सीगे कब्जे च उहनूं वो वापस लैण लई दरखास्त देण लई कचहरी आए सी। सो ये तो हैगा सच, इहदा असल घटनाक्रम। ये निक्कियां निक्कियां नगूणियां गल्लां करके पंजाब नूं बहुत वड्डा सेक पहुंचिया ते अज तक जिहड़ी है पंजाब दी जिहड़ी है अमन कानून की स्थिति पुलिस वालियां वास्ते एक बड़ा वड्डा हथियार है कि रोज़ एक खबर आ जाती है कि फलाने तो मुख्यमंत्री जी नूं खतरा है, फलाने नूं खतरा है। तो मुख्यमंत्री जी भी हुण अगे तो अंग्रेज़ ने रखिया सी कि वायसराय की सिक्योरिटी करनी होवे, जिहड़ा उस वेले साडे प्रेजिडेंट का काम करता सी या प्राइम मिनिस्टर का काम करता सी, जिहदे कोल सारियां ही पावरां सी, या गवर्नर पंजाब सी, उहनां दी सिक्योरिटी लई 34 ते 43 बंदियां दी गल हुंदी सी। अज मैं समझदा भी किसी भी मुख्यमंत्री की कोठी 1000-1500 बंदे तो घट नहीं हैगा। सरकार साडी अपनी है, असीं लोकां दे चुने होए नुमाइंदे, अंग्रेज़ नहीं हैगे, तो सानूं किहड़ियां तो खतरा जिहड़ा असीं 1000-1500 बंदा पुलिस का बन्निया फिरदा ते 9-9 10-10 कारां साडे अगे पिछे तुरियां फिरदियां। ते जिहड़ा सरकार दा पैसा है ये असल लोगों का पैसा है, ये लोगों का सरमाया, ये क्यों गलत उजाड़िया जा रहा है। ये ऐसी घटनावां सीगियां जिहदे करके ये एजीटेशन हुई। फिर 4 अगस्त को अकाली दल ने उन्होंने अडॉप्ट कर लिया। अकाली दल के भी वक्रे वक्रे ग्रुप सी, तलवंडी साहब वक्रे तुरे फिरदे सी। इन्होंने बादल साहब की गवर्नमेंट के खिलाफ 1980 के गवर्नर को मैमोरेंडम दिता सी कि एक करप्ट गवर्नमेंट है, इन्हूं डिसमिस किया जाए। वो अपनी वक्री मोर्चा लाई बैठे सी चंडीगढ़। साथ सुखजिंदर सिंह अपना वखरा मोर्चा लाई बैठे सीगे, वो भी वक्रे होकर बैठे सी। पर इन्हें मौका दिता कि धर्मयुद्ध मोर्चे ये SYL के खिलाफ जिहड़ा मोर्चा इन्होंने लाया हुआ सी पटियाले दे विच कपूरी का मोर्चा यमुना वे रोकना है। सो ये सारे मोर्चे बहुते कामयाब नहीं सी हो रहे, तो ये सारे इन्होंने इस भाई अमरीक सिंह की रिहाई, 18 सिंह की रिहाई ते राजसी मंगा नूं जिहड़ा मिला के उस मोर्चे का नाम रख दिता धर्मयुद्ध मोर्चा। और उहदे च पहली गिरफ्तारी बादल साहब ने दी, तो फिर इस तरह ये एजीटेशन चलती रही, दोवें पक्ष बन गए। ये मारो मराई भी शुरू हो गई, कौन मारिया गया, किहड़ा असली मारिया गया, किहड़ा गलत मारिया गया, ये तो अदालतें ही दस सकदियां सी, लेकिन ट्रायल लोगों ने आप ही शुरू कर दी। और वो गल इत्थे तक पहुँच गई कि प्राइम मिनिस्टर नाल गल्लां भी हुंदियां रहियां। प्राइम मिनिस्टर ने नवंबर 84 दे विच 83 दे विच ये कह दिता सीगा कि मैं जिहड़ा फौज अंदर भेजनी है। इस गल की जिहड़ी मैं जिहड़ी बड़ी उहदे नाल कह रहा गल, क्योंकि 13 नंबर रेजोल्यूशन नवंबर 1984 का पढ़ो SCPC का, टौड़ा साहब वो मीटिंग अटेंड करके आए सी। उन्होंने एक रेजोल्यूशन पाया कि इंदिरा गांधी जी है प्रधानमंत्री जी साडे उस वेले दे, वो ये दरबार साहब के उत्ते फौज का हमला कराना चाहते हैं। जे साडी लीडरशिप भी सियाणी हुंदी तो असी भी इस सिचुएशन को अवॉइड कर सकते सी। जे सरकार सियाणी हुंदी तो फिर वो नवंबर जी जो फैसला कर लिया उन्होंने लमकाउण का की सीगा। तो मैनू जो एज ए स्टूडेंट ऑफ हिस्टरी लगता है ये है कि 1980 इलैक्शन होए सी जनवरी लोक सभा के, तो 1985 जनवरी तो पहला इलैक्शन होने सीगे। तो इंदिरा गांधी भारत नूं ये दूजे लोगों को ये दसना चाहती सी कि मैं सिख मार दिते है, दरबार साहब ते हमला कर दिता, देवी मैं ही हैगी है, तो मैं ही जिहड़ी हिंदुस्तानियों को बचा सकती है। वो शायद आप तो वह कोई फायदा नहीं उठा सके, क्योंकि जिहड़ा बंदा सही कारज नहीं करता उन्होंने किसी न किसी पासे जवाब दे होना पैंदा। वो इस संसार तो चले गए।
ਤੇ ਲੇਕਿन ਕਾਂਗਰਸ 414 ਸੀਟਾਂ ਜਿਹੜੀਆਂ ਨਾ ਜ਼ਰੂਰ 85 ਦੇ ਵਿੱਚ ਜਿੱਤ ਕੇ ਵੱਡੀ ਗਵਰਨਮੈਂਟ ਰਾਜੀਵ ਗਾਂਧੀ ਦੇ ਥੱਲੇ ਬਣਾ ਗਈ ਸੀ। ਸੋ ਇਹ ਸਾਰਾ ਇਤਿਹਾਸ ਜਿਹੜਾ ਨਾ ਸਾਡੇ ਸਾਹਮਣੇ ਹੈ। ਬਹੁਤ ਕੁਝ ਇਹਦੇ 'ਚ ਜਿਹੜੀਆਂ ਪਰਤਾਂ ਲੋਕਾਂ ਨੂੰ ਨਹੀਂ ਪਤਾ, ਲੇਕਿਨ ਸੱਚ ਇਹ ਹੈ ਕਿ ਕਿਸੇ ਨੇ ਵੀ ਸਿਆਣਪ ਤੋਂ ਕੰਮ ਨਹੀਂ ਲਿਆ, ਦੂਰਅੰਦੇਸ਼ੀ ਤੋਂ ਕੰਮ ਨਹੀਂ ਲਿਆ। ਜੇਕਰ ਭਾਈ ਅਮਰੀਕ ਸਿੰਘ ਤੇ ਠਾਰਾ ਸਿੰਘ ਨਵੰਬਰ 83 ਚ ਰਿਹਾ ਹੋ ਗਿਆ ਸੀ, ਅਗਸਤ ਸਤੰਬਰ ਦੇ ਵਿੱਚ ਅਦਾਲਤ ਨੇ ਬਰੀ ਕਰ ਦਿੱਤੇ ਸੀ। ਸਾਰੇ ਕੇਸਾਂ 'ਚੋਂ ਬਰੀ ਹੋ ਕੇ ਉਹ ਦਰਬਾਰ ਸਾਹਿਬ ਵੀ ਪਹੁੰਚ ਗਏ ਸੀ। ਸੋ ਉਹ ਮੋਰਚਾ ਉਹਨਾਂ ਦੀ ਰਿਹਾਈ ਵਾਲਾ ਤਾਂ ਸਰ ਹੋ ਗਿਆ ਸੀ। ਹੁਣ ਇਕੱਲਾ ਰਹਿ ਗਿਆ ਸੀ ਜਿਹੜੀ ਰਾਜਨੀਤਿਕ ਮੰਗਾਂ ਲਈ। ਰਾਜਨੀਤਿਕ ਮੰਗਾਂ ਪੂਰੀਆਂ ਕਰਨ ਲਈ ਮਰਜੀਵੜੇ ਬਣ ਗਏ। ਲੱਖਾਂ ਦੀ ਗਿਣਤੀ ਦੇ ਵਿੱਚ ਸਹੁੰਆਂ ਖਿਲਾਈਆਂ ਗਈਆਂ, ਉਸ ਮਾਹੌਲ ਨੂੰ ਗਰਮ ਕੀਤਾ ਗਿਆ। ਲੇਕਿਨ ਬਦਕਿਸਮਤੀ ਇਹ ਹੈ, ਕੌਮ ਤਾਂ ਆਪੇ ਵਿਸਾਖੀ ਤੱਕ ਸੰਤ ਲੌਂਗੋਵਾਲ ਤੇ ਸੰਤ ਜਰਨੈਲ ਸਿੰਘ ਹੋਰਾਂ 'ਚ ਡਿਫਰੈਂਸਿਸ ਪੈਦਾ ਹੋ ਚੁੱਕੇ ਸੀ। ਵੱਖਰੇ ਵੱਖਰੇ ਇਸ਼ਤਿਹਾਰਬਾਜ਼ੀ ਹੋਈ, ਰਿਕਾਰਡ ਤਾਂ ਇਹ ਹੈਗਾ। ਸੋ ਆਪ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਮੈਂ ਸਿਰਫ ਪਾਠਕਾਂ ਦੇ ਸਾਹਮਣੇ ਜਾਂ ਵੇਖਣ ਵਾਲਿਆਂ ਦੇ ਸਾਹਮਣੇ ਜਾਂ ਦਰਸ਼ਕਾਂ ਦੇ ਸਾਹਮਣੇ ਕੇਵਲ ਇਸ ਲਈ ਰੱਖਣਾ ਚਾਹੁੰਦੇ ਕਿ ਉਹ ਆਪਣੀ ਰਾਏ ਆਪ ਬਣਾਉਣ। ਮੇਰੀ ਰਾਏ ਕੁਝ ਵੱਖਰੀ ਹੋ ਸਕਦੀ ਹੈ, ਲੇਕਿਨ ਇਤਿਹਾਸ ਇਸ ਤਰ੍ਹਾਂ ਹੈ, ਸੱਚ ਇਸ ਤਰ੍ਹਾਂ ਹੈਗਾ ਕਿ ਇਹ ਤਾਂ ਨਵੰਬਰ 1983 ਦੇ ਵਿੱਚ ਹੀ ਜਿਹੜੇ ਆ ਸੰਤ ਜਰਨੈਲ ਸਿੰਘ ਜੀ ਨੂੰ ਗੁਰੂ ਨਾਨਕ ਨਿਵਾਸ ਛੱਡ ਕੇ ਅਕਾਲ ਤਖਤ ਸਾਹਿਬ ਤੇ ਜਾਣਾ ਪਿਆ। ਇਹ ਉਦੋਂ ਤੱਕ ਹੀ ਇੱਕ ਦੂਜੇ ਦੇ ਸ਼ੰਕਾ ਸੀ ਕਿ ਇਹ ਅਸੀਂ ਇੱਕ ਦੂਜੇ ਦਾ ਨੁਕਸਾਨ ਨਾ ਕਰ ਦਈਏ, ਸੰਤ ਲੌਂਗੋਵਾਲ ਦਾ ਨੁਕਸਾਨ ਨਾ ਹੋ ਜਾਏ, ਸੰਤ ਜਰਨੈਲ ਸਿੰਘ ਦਾ ਨੁਕਸਾਨ ਨਾ ਹੋ ਜਾਏ। ਜੇ ਇਹ ਕੌਮੀ ਲੀਡਰ ਹੀ ਇੱਕ ਦੂਜੇ ਦੇ ਸ਼ੱਕ ਕਰਦੇ ਸੀ, ਏਕਤਾ ਤਾਂ ਇਹਨਾਂ ਦੀ ਟੁੱਟ ਚੁੱਕੀ ਸੀ ਉਸ ਤੋਂ ਪਹਿਲੇ। ਇਹ ਵੀ ਗੱਲ ਕਿਸੇ ਜਿਹੜੇ ਆ ਬੜੇ ਜ਼ਿੰਮੇਵਾਰ ਬੰਦੇ ਤੋਂ ਮੈਨੂੰ ਪਤਾ ਲੱਗੀ ਕਿ ਉਸ ਵੇਲੇ ਦੇ, ਮੈਂ ਨਾਮ ਵੀ ਲੈ ਦਿੰਦਾ, ਸਾਹਿਬ ਮਨਜੀਤ ਸਿੰਘ ਤਰਨਤਾਰਨੀ, ਉਦੋਂ ਸਕੱਤਰ ਹੁੰਦੇ ਸੀ ਅਕਾਲੀ ਦਲ ਦੇ। ਲੌਂਗੋਵਾਲ ਸਾਹਿਬ ਦੇ ਬੜਾ ਨੇੜੇ ਸੀ ਕਿ PC ਸੇਠੀ ਜਿਹੜੇ ਆ ਉਸ ਵੇਲੇ ਦੇ ਹੋਮ ਮਿਨਿਸਟਰ ਸੀ। ਉਹਨਾਂ ਨੇ ਇੱਕ ਚਿੱਠੀ ਲਿਖ ਕੇ ਭੇਜੀ ਲੌਂਗੋਵਾਲ ਸਾਹਿਬ ਨੂੰ ਕਿ ਅਸੀਂ ਤੁਹਾਡੀਆਂ ਇਹ ਮੰਗਾਂ ਮੰਨ ਲਵਾਂਗੇ। ਉਹਦਾ ਪਤਾ ਕਿਵੇਂ ਲੱਗਾ? ਉਹ ਚਿੱਠੀ ਸਾਈਨਡ ਸੀ, ਲੌਂਗੋਵਾਲ ਸਾਹਿਬ ਕੋਲ ਸੀ। ਉਹ ਇਸ ਤਰ੍ਹਾਂ ਸੀ ਕਿ ਕਿਸੇ ਨੇ ਇਹ ਸ਼ੱਕ ਪਾਇਆ ਕਿ ਸੰਤ ਲੌਂਗੋਵਾਲ ਨੂੰ ਸੰਤ ਜਰਨੈਲ ਸਿੰਘ ਹੋਰਾਂ ਨੇ ਮਰਵਾ ਦੇਣਾ। ਇਹ ਗੱਲ ਹੁਣ ਸੰਤ ਲੌਂਗੋਵਾਲ ਨੂੰ ਕਨਵੇ ਕਰਕੇ ਇਹ ਕਿਹਾ ਜਾਵੇ ਕਿ ਤੂੰ ਦਰਬਾਰ ਸਾਹਿਬ ਛੱਡ ਕੇ ਭੱਜ। ਤੇ ਉਹਨਾਂ ਨੇ ਕੌਣ ਚੁਣਿਆ? ਸਰਦਾਰ ਮਨਜੀਤ ਸਿੰਘ ਤਰਨਤਾਰਨੀ। ਸਾਹਿਬ ਮਨਜੀਤ ਸਿੰਘ ਤਰਨਤਾਰਨੀ ਨੇ ਕਿਹਾ ਜੀ ਦਰਵਾਜ਼ੇ ਬੰਦ ਕਰੋ, ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਮੈਨੂੰ ਤਾਂ ਇਹ ਇਨਫੋਰਮੇਸ਼ਨ ਹੈ ਕਿ ਤੁਹਾਡੇ ਤੇ ਹਮਲਾ ਹੋਏਗਾ ਔਰ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ। ਤੇ ਉਹ ਕਹਿਣ ਲੱਗੇ ਔਰ ਅਲਮਾਰੀ ਖੋਲ। ਅਲਮਾਰੀ ਖੋਲੀ ਤੇ ਉਹਦੇ 'ਚ ਕਹਿੰਦਾ ਵੀ ਇੱਕ ਲਿਫਾਫਾ ਪਿਆ ਸੀ। ਉਹ ਲਿਫਾਫਾ ਕਿਹਾ, ਉਹਨੇ ਕਿਹਾ ਲਿਫਾਫਾ ਖੋਲ। ਉਹ ਲਿਫਾਫਾ ਖੋਲ੍ਹਿਆ, ਉਹਦੇ 'ਚ ਇੱਕ ਹੋਰ ਲਿਫਾਫਾ ਸੀ। ਉਹ ਲਿਫਾਫਾ ਜਦੋਂ ਖੋਲ੍ਹਿਆ ਗਿਆ ਤੇ ਉਹਦੇ 'ਚ ਲਿਖਿਆ ਸੀ ਕਿ ਅਸੀਂ ਤੁਹਾਡੀਆਂ ਧਾਰਮਿਕ ਮੰਗਾਂ ਜਲਦੀ ਹੀ ਮੰਨ ਲਵਾਂਗੇ। ਤੇ ਉਹ ਕਹਿਣ ਲੱਗੇ ਬਸ ਜਿਸ ਦਿਨ ਧਾਰਮਿਕ ਮੰਗਾਂ ਮੰਨਣ ਦੀ ਅਨਾਊਂਸਮੈਂਟ ਹੋਈ ਨਾ, ਮੈਂ ਉਸੇ ਦਿਨ ਹੀ ਜਕਾਰੇ ਮਾਰਦੇ ਬਾਹਰ ਨਿਕਲ ਜਾਣਾ। ਪਰ ਉਹ ਗੱਲ ਦੇ ਗਵਾਹ ਤਾਂ ਸਰਦਾਰ ਮਨਜੀਤ ਸਿੰਘ ਜੀ ਹੈਗੇ ਆ, ਹਲੇ ਮਹਾਰਾਜ ਉਹਨਾਂ ਦੀ ਲੰਬੀ ਉਮਰ ਕਰੇ ਜਿੰਦਾ ਹੈ। ਤੇ ਲੇਕਿਨ ਉਹ ਮੰਗਾਂ ਕਦੇ ਮੰਗੀਆਂ ਨਹੀਂ ਗਈਆਂ। ਉਹ ਮੰਗਾਂ ਨਾ ਮੇਰੇ ਖਿਆਲ ਮੰਨੀਆਂ ਹੀ ਜਾਣੀਆਂ ਸੀ, ਜਾਂ ਇਹਨਾਂ ਨਾਲ ਅਕਾਲੀ ਲੀਡਰਸ਼ਿਪ ਨਾਲ ਕੇਵਲ ਇੱਕ ਮਜ਼ਾਕ ਹੋ ਰਿਹਾ ਸੀਗਾ ਕਿ ਅਸੀਂ ਤੁਹਾਡੀਆਂ ਮੰਗਾਂ ਮੰਨ ਲੈਣੀਆਂ। ਤੇ ਲੇਕਿਨ ਫਿਰ ਉਹ ਬਲੂ ਸਟਾਰ ਹੋਇਆ, ਉਹਦੇ 'ਚ ਵੀ ਕਿੰਨਾ ਨੁਕਸਾਨ ਹੋਇਆ। ਸ਼੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਹੋਏ, ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ। ਕਿਸੇ ਨੇ ਇਹਨਾਂ ਦੇ ਜਿਹੜੇ ਆ ਮੱਲਮ ਲਾਉਣ ਦਾ ਕੰਮ ਨਹੀਂ ਕੀਤਾ। ਬਜਾਏ ਇਸ ਗੱਲ ਦੇ ਕਿ ਅਸੀਂ ਮੱਲਮ ਲਾਈਏ, ਉਹਨਾਂ ਨੇ ਦੂਜੇ ਪਾਸੇ ਹੋਰ ਕੰਮ ਸ਼ੁਰੂ ਹੋ ਗਿਆ, ਐਨਕਾਊਂਟਰਸ ਵਾਲੇ ਜਾਂ ਦੂਜੇ। ਸੋ ਇਹ ਸਾਰਾ ਘਟਨਾਕ੍ਰਮ ਹੈ ਜਿਹੜੀਆਂ ਅਜਨਵਾਲ ਸਾਹਿਬ ਮੈਨੂੰ ਚੇਤੇ ਹੈ। ਔਰ ਤੁਹਾਡਾ ਕੋਈ ਸਵਾਲ ਹੋਵੇ ਸਰ? ਸਵਾਲਾਤ ਦੇ ਵਿੱਚ ਗੱਲ ਕਰੀਏ, ਤੁਸੀਂ ਬਹੁਤ ਹੀ ਦਿਲ ਤੇ ਇੱਕ ਪੁਲਿਸ ਅਧਿਕਾਰੀ ਵਜੋਂ ਇਹ ਗੱਲਾਂ ਕੀਤੀਆਂ ਜਿਹੜੀਆਂ ਸਿੱਧੀ ਗੱਲ ਹੈ। ਪੁਲਿਸ ਅਧਿਕਾਰੀ ਦੇ ਨੌਲੇਜ ਵੀ ਸੀਆਂ, ਤੁਸੀਂ ਦੇਖੀਆਂ ਕਿ ਆਪਣੇ ਹੱਥੀਂ ਹਟਾਈਆਂ ਗਈਆਂ। 4-5 ਗੱਲਾਂ ਜਿਹੜੀਆਂ, ਇੱਕ ਤੁਸੀਂ ਕਮਿਸ਼ਨ ਸੀਗਾ ਪਾਤਰ ਕਮਿਸ਼ਨ, ਉਹਦੇ ਵਿੱਚ ਤੁਸੀਂ ਦੱਸਦੇ ਆ ਕਿ ਉਹਦੇ ਵਿੱਚ ਵੀ ਕੋਈ ਰਿਐਲਿਟੀ ਸੀਗੀ। ਜਦ ਤੱਕ ਅੱਜ ਤੱਕ ਢਿਲ ਟਾਈਮ ਤੱਕ ਉਹ ਦੇਖਿਆ ਨਹੀਂ ਗਿਆ। ਹੋ ਸਕਦਾ ਜੇ ਉਹਨੂੰ ਉਸ ਸਮੇਂ ਬਚਿਆ ਜਾਂਦਾ ਤੇ ਇਹਦੇ ਵਿੱਚ ਕੋਈ ਨਾ ਕੋਈ ਜਿਹੜਾ ਸਾਡਾ ਪੰਜਾਬ ਆ ਇਸ ਵੇਲੇ ਤਰਾਸਦੀ ਭੋਗਦਾ ਸੀ, ਕੌਮ ਤਰਾਸਦੀ ਭੋਗਦੀ ਆ। ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਦੇ। ਨਾਲ ਦੀ ਨਾਲ ਤੁਸੀਂ ਇੱਕ ਪੁਲਿਸ ਅਧਿਕਾਰੀ ਵਜੋਂ ਉਸ ਸਮੇਂ ਜਦੋਂ ਦੇਖਿਆ
84 ਤੱਕ ਤੁਸੀਂ ਦੇਖਦੇ ਆਏ ਹੋ ਨਜਾਇਜ਼ ਪਰਚੇ ਵੀ ਹੋਏ, ਮਤਲਬ ਆਵਾਮ ਦੇ ਜਿਹੜੇ ਵੱਖ-ਵੱਖ ਲੋਕਾਂ ਦੇ ਜਿਨ੍ਹਾਂ ਦਾ ਜੁਰਮ ਕੋਈ ਹੋਰ ਸੀਗਾ ਉਹ ਤੁਹਾਨੂੰ ਵੀ ਕਰਨੇ ਪਏ, ਕਿਉਂਕਿ ਇਹਦੇ ਵਿੱਚ ਕੋਈ ਦੋ ਰਾਹ ਨਹੀਂ ਹੈ। ਇੱਕ ਅਧਿਕਾਰੀ ਵਜੋਂ, ਪੁਲਿਸ ਅਧਿਕਾਰੀ ਵਜੋਂ ਉੱਚ ਅਧਿਕਾਰੀਆਂ ਦੀ ਜਿਹੜੀ ਗੱਲਬਾਤ ਸੀਗੀ ਉਹ ਵੀ ਤੁਸੀਂ ਉਹ ਮੰਨਣੀ ਪਈ। ਨਾਲ ਦੀ ਨਾਲ ਤੁਸੀਂ ਆਪਣੇ ਜਿਹੜੇ ਸਾਡੇ ਅਕਾਲੀ ਦਲ ਦੇ ਬੜੇ ਸਿਰਮੌਰ ਸੀਗੇ ਸੰਤ ਲੌਂਗੋਵਾਲ ਸਾਹਿਬ, ਤਲਵੰਡੀ ਸਾਹਿਬ, ਹੋਰ ਉਹਨਾਂ ਦੀ ਦੇਖੀਏ ਇਹਨਾਂ ਦੀ ਆਪਸੀ ਜਿਹੜੀ ਪਾਟੋ ਧਾੜ ਸੀਗੀ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ, ਇਹ ਵੀ ਇੱਕ ਸਮਾਜ ਦੀ ਤਰਾਸਦੀ ਸੀਗੀ। ਹੋਰ ਵੀ ਤੁਸੀਂ ਆਪਾਂ ਕਈ ਜਿਹੜੀਆਂ ਇਹੋ ਜਿਹੀਆਂ ਅਹਿਮ ਗੱਲਾਂ ਦੱਸੀਆਂ। ਇੱਕ ਲੇਖਕ ਵਜੋਂ, ਇੱਕ ਸਿੱਖ ਜਿਵੇਂ ਤੁਸੀਂ ਆ, ਅਧਿਕਾਰੀ ਵਜੋਂ ਜਿਹੜੀਆਂ ਇਹ ਤੁਸੀਂ ਗੱਲਾਂ ਕੀਤੀਆਂ, ਜਦੋਂ ਤੁਸੀਂ ਇੱਕ ਗੁਰੂ ਦੇ ਸਿੱਖੋਂ ਪਰਿਵਾਰ ਦੇ ਵਿੱਚੋਂ ਸੀ, ਉਹਨੂੰ ਕਿਸ ਤਰ੍ਹਾਂ ਤੁਸੀਂ ਇਹਨਾਂ ਗੱਲਾਂ ਨੂੰ ਲੈ ਰਹੇ ਹੋ ਜਦੋਂ ਤੁਹਾਨੂੰ ਨਜਾਇਜ਼ ਪਰਚਾ ਕਰਨਾ ਪਿਆ, ਜਾਂ ਇਹੋ ਜਿਹੀਆਂ ਜਿਹੜੇ ਬੜੇ ਧੁਰੰਧਰ ਸੀਗੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਅਕਾਲੀ ਦਲ ਦੇ, ਉਹਨਾਂ ਦੇ ਮਨਾਂ ਦੇ ਵਿੱਚ ਇੱਕ ਇਹੋ ਜਿਹੀ ਸੀ, ਆਪਾਂ ਸਮਾਜ ਨੂੰ ਕੀ ਸੇਧ ਦੇ ਸਕਦੇ ਹਾਂ ਉਹ ਜਿਹੜੀਆਂ ਮੈਂ ਇੱਕ ਤੁਹਾਡੇ ਧਿਆਨ 'ਚ ਲਿਆ ਰਿਹਾ ਜੀ। ਜੀ ਜਿਹੜੀ ਗੱਲ ਇਹਨੂੰ ਬਿਲਕੁਲ ਲੋਕਾਂ ਨੂੰ ਸਪਸ਼ਟ ਹੋ ਜਾਣੀ ਚਾਹੀਦੀ। ਜੀ ਜਦੋਂ ਇਹਨਾਂ ਨੇ ਪਰਚੇ ਦਿੱਤੇ ਨਾ ਜੀ ਨਜਾਇਜ਼, ਜੀ ਦੇਖੋ ਹਰ ਇੱਕ ਅਫਸਰ ਦਾ ਇੱਕ ਲੈਵਲ ਹੁੰਦਾ, ਜੀ ਉਹ ਆਪਣੇ ਲੈਵਲ ਤੱਕ ਗੱਲ ਕਰ ਸਕਦਾ, ਜਿਹੜਾ ਉੱਪਰਲਾ ਅਫਸਰ ਹੁੰਦਾ ਨਾ ਉਹਦੇ ਕੀਤੇ ਫੈਸਲੇ ਬਦਲ ਸਕਦੇ। ਜੀ ਮੈਂ ਇਹਨਾਂ ਨੂੰ ਐਲਾਨੀਆ ਤੌਰ ਤੇ ਕਿਹਾ ਸੀ ਕਿ ਤੁਸੀਂ ਇਹ ਗਲਤ ਕੰਮ ਕਰ ਰਹੇ ਹੋ। ਮੇਰੀ ਆਦਤ ਹੈ, ਮੈਂ ਕਦੇ ਨਾ ਕਿਸੇ ਤੋਂ ਡਰਿਆ ਤੇ ਨਾ ਕਦੇ ਕੋਸ਼ਿਸ਼ ਕੀਤੀ ਹੈ। ਇਹ ਅਕਾਲ ਪੁਰਖ ਵਾਹਿਗੁਰੂ ਨੇ ਇੱਜ਼ਤ ਦਿੱਤੀ ਹੈ ਕਿ ਮੈਂ ਗਲਤ ਕੰਮ ਕੀਤਾ ਜੀ। ਮੈਂ ਉਹਨਾਂ ਨੂੰ ਇਹ ਗੱਲ ਸਪਸ਼ਟ ਕਹੀ ਸੀ ਕਿ ਤੁਸੀਂ ਇਹ ਗਲਤ ਕੰਮ ਕਰ ਰਹੇ ਹੋ, ਇਹ ਬਿਲਕੁਲ ਨਾ। ਉਸ ਤੋਂ ਬਾਅਦ ਮੇਰੇ ਕੋਲ ਰਿਕਾਰਡ ਹੈ, ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਤਾਂ ਖਾੜਕੂਆਂ ਨਾਲ ਰਲੇ ਹੋਏ ਹੋ ਜੀ। ਹਾਂਜੀ, ਤੁਸੀਂ ਜਿਹੜੀ ਹੈ ਇਹ ਅਮਰੀਕ ਸਿੰਘ ਦੀ ਮਦਦ ਕੀਤੀ ਹੈ। ਮੇਰੇ ਕੋਲ ਆਈ ਹੈਵ ਦੈਟ ਪੇਪਰ ਔਨ ਰਿਕਾਰਡ ਕਿ ਇਹ ਜਿਹੜੇ ਲੋਕ, ਮੈਂ ਗੱਲ ਇਹ ਨਹੀਂ ਕਿ ਅਸੀਂ ਉਹਨਾਂ ਨੇ ਗਲਤ ਕੰਮ ਕਰਦੇ ਸੀ ਹਾਮੀ ਭਰ ਲਈ। ਉਹਨਾਂ ਨੇ ਕੀ ਕੀਤਾ, ਮੇਰੀ ACR ਦੇ ਵਿੱਚ ਲਿਖ ਦਿੱਤਾ। ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹਨੂੰ ਨੌਕਰੀ ਤੋਂ ਡਿਸਮਿਸ ਕਰ ਦਈਏ। ਉਹ ਲੇਕਿਨ ਮੈਂ ਕੋਈ ਐਸਾ ਅਪਰਾਧ ਨਹੀਂ ਕੀਤਾ ਜਿਹਦੇ ਮੈਂ ਕੋਈ ਆਪਣੇ ਡਿਪਾਰਟਮੈਂਟ ਸੱਚ ਜ਼ਰੂਰ ਬੋਲਿਆ ਲੇਕਿਨ ਗਲਤ ਕੰਮ ਕੋਈ ਨਹੀਂ ਕੀਤਾ। ਸਰ ਮੇਰਾ ਇਹੀ ਗੱਲ ਕਰਨ ਦਾ ਇਹੀ ਮਕਸਦ ਸੀਗਾ। ਮੈਂ ਚਾਹੁੰਦਾ ਸੀਗਾ ਕਿ ਤੁਸੀਂ ਜਿੱਥੇ ਇੰਨੀ ਤਫਸੀਲ ਨਾਲ ਅਸੀਂ ਆਪਣੇ ਧੁਰੰਧਰ ਅਕਾਲੀ ਦਲ ਦੀ ਅਕਾਲੀ ਮੁਆਜ਼ਜ਼ ਸਤਿਕਾਰ ਸ਼ਖਸੀਅਤਾਂ ਬਾਰੇ ਸਾਰਾ ਕੁਝ ਦੱਸਿਆ, ਇੰਨਾ ਤਫਸੀਲ ਨਾਲ ਦੱਸਿਆ, ਉੱਥੇ ਤੁਹਾਡੀ ਸ਼ਖਸੀਅਤ ਜਿਹੜੀ ਹੈ ਜੇ ਤੁਹਾਡੀ ਪੁਲਿਸ ਦੇ ਕਾਰਜਕਾਲ ਦੇ ਦੌਰਾਨ ਇੱਕ ਬਹੁਤ ਹੀ ਅਹਿਮ ਸਤਿਕਾਰ ਸ਼ਖਸੀਅਤ ਆ। ਜਿੱਥੇ ਜਿੱਥੇ ਵੀ ਤੁਸੀਂ ਜੌਬ ਕੀਤੀ ਆ, ਇਹ ਬਿਲਕੁਲ ਸੱਚਾਈ ਆ। ਅੱਜ ਵੀ ਜਿਹੜੇ ਆਵਾਮ ਦੇ ਵਿੱਚ ਜਿਨ੍ਹਾਂ ਨੇ ਤੁਹਾਡੇ ਕਲੀਗਸ ਨੇ, ਅੱਜ ਵੀ ਉਹਨਾਂ ਨਾਲ ਗੱਲ ਕਰ ਲਈਏ ਜਾਂ ਉਹਨਾਂ ਤੋਂ ਪੁੱਛ ਲਈਏ, ਜਾਂ ਸਾਡਾ ਕੋਈ ਦਰਸ਼ਕ ਜਾਂ ਸਰੋਤਾ ਕੋਈ ਵੀ ਪੁੱਛਣਾ ਚਾਹਵੇ ਇਕਬਾਲ ਸਿੰਘ ਲਾਲਪੁਰਾ ਬਾਰੇ, ਤੇ ਬੜੀ ਸਤਿਕਾਰ ਸ਼ਖਸੀਅਤ ਜਾਣੀ ਮਾਣੀ ਜਾਂਦੀ ਹੈ। ਤੇ ਮੈਂ ਚਾਹੁੰਦਾ ਸੀਗਾ ਤੁਸੀਂ ਆਪਣੀ ਇਹ ਮੂੰਹ ਤੋਂ ਇਹ ਗੱਲ ਕਹੋ ਕਿ ਤੁਸੀਂ ਉਹਨਾਂ ਦੀ ਗੱਲ ਨੂੰ ਕੰਡੈਮ ਕੀਤਾ ਔਰ ਉਹਦੇ ਵਿੱਚ ਉਹਨਾਂ ਨੂੰ ਦੱਸਿਆ ਕਿ ਇਹ ਗੱਲ ਨਹੀਂ ਕਰਨੀ ਹੈ। ਮੈਂ ਆਪਣੇ ਦਰਸ਼ਕਾਂ ਨੂੰ ਇੱਥੇ ਇਹ ਵੀ ਦੱਸ ਦਿਆਂ ਕਿ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਸਾਹਿਬ ਜਿਹੜੇ ਇੱਕ ਪਹਿਲੇ IPS ਅਧਿਕਾਰੀ ਨੇ ਜਿਨ੍ਹਾਂ ਨੇ FBI ਦੇ ਵਿੱਚ ਅਮਰੀਕਾ ਦੇ ਵਿੱਚ ਜਾ ਕੇ ਪੰਜਾਬ ਪੁਲਿਸ ਕੋਲੋਂ ਨੌਕਰੀ ਕੀਤੀ ਆ। ਸੋ ਅਸੀਂ ਇਹਨਾਂ ਦੇ ਜਿਹੜੇ ਵਿਚਾਰ ਅਸੀਂ ਤਾਂ ਆਪਣੇ ਦਰਸ਼ਕਾਂ ਦੇ ਰੂਬਰੂ ਕਰ ਰਹੇ ਹਾਂ ਤਾਂ ਕਿ ਜਿਹੜਾ 84 ਤੇ 78 ਦੀ ਜਿਹੜੀ ਐਕਚੁਅਲੀ ਜਿਹੜੀ ਜਾਣਕਾਰੀ ਆ, ਜੋ ਕੀ ਤੱਥ ਸੀਗੇ, ਕੀ ਘਟਨਾਵਾਂ ਸੀਗੀਆਂ, ਕੀ ਪ੍ਰਕਰਣ ਸੀਗਾ ਔਰ ਕਿਹੜੇ ਲੋਕਾਂ ਦੇ ਕਾਰਨ ਕੀ ਨਿਗੂਣੀ ਸੋਚ ਜਾਂ ਛੋਟੀ ਸੋਚ ਨੂੰ ਲੈ ਕੇ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ। ਜੇ ਕਿਤੇ ਉੱਥੇ ਬ੍ਰੌਡਲੀ ਜਾਂ ਬੜੇ ਮਾਈਂਡ ਨਾਲ ਫੈਸਲਾ ਲਿਆ ਜਾਂਦਾ ਤਾਂ ਉੱਥੇ ਕਈ ਚੀਜ਼ਾਂ ਜਿਹੜੀਆਂ ਤਬਦੀਲ ਵੀ ਹੋ ਸਕਦੀਆਂ, ਸਹੀ ਵੀ ਹੋ ਸਕਦੀਆਂ ਸੀ। ਜਿਹੜਾ ਪੰਜਾਬ ਇਸ ਵੇਲੇ ਸਾਡਾ ਤਰਾਸਦੀ ਭੋਗਦਾ, ਉਹ ਇਸ ਤਰਾਸਦੀ ਤੋਂ ਬਚਿਆ ਜਾ ਸਕਦਾ ਸੀਗਾ। ਪਰ ਫਿਰ ਵੀ ਕਿਤੇ ਨਾ ਕਿਤੇ ਇਕਬਾਲ ਸਿੰਘ ਲਾਲਪੁਰਾ ਜਾਂ ਇਹਨਾਂ ਦੇ ਜਿਹੜੇ ਮਤਹਿਤ ਰਹੇ ਜਾਂ ਜਿਹੜੇ ਇਹਨਾਂ ਦੇ ਸਹਿਯੋਗੀ ਰਹੇ, ਉਹਨਾਂ ਨੇ ਕਿਤੇ ਨਾ ਕਿਤੇ ਕੋਸ਼ਿਸ਼ ਜ਼ਰੂਰ ਕੀਤੀ ਆ। ਪਰ ਫਿਰ ਵੀ ਜਿਵੇਂ ਇਹਨਾਂ ਨੇ ਆਪਣੇ ਮੁਖਾਰਬਿੰਦ ਤੋਂ ਦੱਸਿਆ ਕਿ ਜਿਹੜੇ ਉੱਚ ਅਧਿਕਾਰੀ ਆ ਉਹ ਕਿਤੇ ਨਾ ਕਿਤੇ ਉਹਨਾਂ ਦੀ ਗੱਲ ਨੂੰ ਵੀ ਆਰਡਰ ਨੂੰ ਫੋਲੋ ਕਰਨਾ ਪੈਂਦਾ, ਕਿਉਂਕਿ ਅਸੀਂ ਉਹ ਕਰਮਚਾਰੀ ਹਾਂ। ਫਿਰ ਵੀ ਇਹਨਾਂ ਨੇ ਆਪਣੀ ਨੌਕਰੀ ਦੇ ਦੌਰਾਨ ਜਿਹੜਾ ਉਹ ਕਿਤੇ ਵੀ ਸਾਡੇ ਕੋਲ ਸਾਰਾ ਕੁਝ ਹੈਗਾ। ਸੇ ਕੌਮ ਨੂੰ ਜਿਹੜੇ ਸਾਡੇ ਵੀਰ ਹੈ, ਦਾਨ ਕਰਨ ਵਾਲੇ ਸੱਜਣ ਹੈ, ਉਹ ਜੇ ਇੱਕ ਸਕੂਲ ਹੀ ਅਡਾਪਟ ਕਰ ਲੈਣ। ਜਿਹੜੇ ਬਾਹਰ ਬੈਠੇ ਆ, ਜਿਹੜੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਤੁਹਾਡਾ ਚੈਨਲ ਕਈ ਜਗ੍ਹਾ ਦੇਖਿਆ ਜਾਣਾ, ਕਈ ਜਗ੍ਹਾ ਟੀਚਰ ਹੈਗੇ। ਮੇਰੇ ਦੋਸਤ ਹੈ ਜਦਾਦ ਪਰਦੇਸੀ ਜੀ, ਬੜੇ ਅੱਛੇ ਸਿੰਗਰ ਹੈ, ਉਹ ਟੀਚਰ ਹੈ ਆਪ ਇੰਗਲੈਂਡ ਦੇ ਵਿੱਚ। ਜਦੋਂ ਆਉਂਦੇ ਆ ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਇੱਕ ਸਕੂਲ 'ਚ ਟੀਚਰਾਂ ਨੂੰ ਵੀ ਤੇ ਵਿਦਿਆਰਥੀਆਂ ਨੂੰ ਵੀ ਸੰਬੋਧਨ ਹੋ ਕੇ ਜਾਓ, ਇਹਨਾਂ ਨੂੰ ਐਜੂਕੇਸ਼ਨ ਦੱਸੋ, ਇੰਗਲੈਂਡ ਦਾ ਐਜੂਕੇਸ਼ਨ ਸਿਸਟਮ ਕੀ ਹੈ ਤੇ ਅਸੀਂ ਕਿਸ ਤਰ੍ਹਾਂ ਉਹਦੇ ਬਰਾਬਰ ਪਹੁੰਚ ਸਕਦੇ ਹਾਂ। ਸੋ ਉਹ ਵੀ ਜਿਹੜੇ ਬਾਹਰ ਬੈਠੇ ਸੱਜਣ ਹੈ, ਆਓ ਸਾਰੇ ਮਿਲ ਕੇ ਕੰਟਰੀਬਿਊਟ ਕਰੀਏ। ਇਹ ਸਾਡੀ ਮੇਰੀ ਸੰਸਥਾ ਨਹੀਂ ਹੈਗੀ, ਇਹ ਚੀਫ ਖਾਲਸਾ ਦੀਵਾਨ ਦੀ ਵੀ ਸੰਸਥਾ ਨਹੀਂ, ਇਹ ਪੰਥ ਦੀ ਸੰਸਥਾ ਹੈ। ਅਸੀਂ ਜਿੰਨਾ ਕਿ ਕੰਟਰੀ ਸਾਹਿਬ ਮਹਿੰਦਰ ਸਿੰਘ ਗਿੱਲ ਆਉਂਦੇ ਆ ਓਲੰਪੀਅਨ ਅਮਰੀਕਾ ਤੋਂ, ਉਹ ਵਿਚਾਰੇ ਹਮੇਸ਼ਾ ਮਿਲ ਕੇ ਜਾਂਦੇ ਆ। ਉਹਨਾਂ ਦੇ ਹੋਰ ਵੀ ਜਿਹੜੇ ਦੋਸਤ ਆਉਂਦੇ ਆ, ਉਹਨਾਂ ਨੂੰ ਭੇਜਦੇ ਆ ਕਿ ਭਾਈ ਖਾਲਸਾ ਸਕੂਲ ਅਨੰਦਪੁਰ ਸਾਹਿਬ ਤੁਸੀਂ ਜਾਣਾ ਔਰ ਉੱਥੇ ਵਿਦਿਆਰਥੀਆਂ ਨੂੰ ਸੰਬੋਧਨ ਕਰਕੇ ਜਾਣਾ। ਔਰ ਅਸੀਂ ਪਿਛਲੇ ਸਾਲ ਗਿੱਲ ਸਾਹਿਬ ਦੀ ਤੇ ਉਹਨਾਂ ਦੇ ਸਾਥੀਆਂ ਦੀ ਤੇ ਸਾਡੀ ਸਾਰਿਆਂ ਦੇ, ਇੰਗਲੈਂਡ ਦੇ ਵੀ ਕੁਝ ਲੋਕ ਆਉਂਦੇ, 90 ਮੈਡਲ ਸਕੂਲ ਦੇ ਬੱਚੇ ਜਿਹੜੇ ਹੈ ਨਾ
ਸਪੋਰਟਸ ਦੇ ਵਿੱਚ ਉਹ ਲੈ ਕੇ ਆਏ ਆ, ਦੇਸ਼ ਦੇ ਲੈਵਲ ਤੇ ਵੀ, ਸਟੇਟ ਲੈਵਲ ਤੇ ਵੀ ਤੇ ਡਿਸਟ੍ਰਿਕਟ ਲੈਵਲ ਤੇ ਵੀ। ਇਹ ਸਾਡਾ ਸਾਰਿਆਂ ਦਾ ਜਿਹੜਾ ਹੈ ਐਜੂਕੇਸ਼ਨ ਸਾਡੀ ਬਹੁਤ ਪੂਅਰ ਲੈਵਲ ਤੇ ਹੈ। ਅਸੀਂ ਆਮ ਆਦਮੀ ਦੀ ਪਹੁੰਚ ਤੇ ਬਾਹਰ ਹੈਗੀ ਆ। ਇਹ ਬਿਜ਼ਨਸ ਬਣ ਚੁੱਕਾ ਆ ਜਾਂ ਇੱਕ ਸਰਕਾਰੀ ਤੰਤਰ ਲਾਪਰਵਾਹੀ ਦਾ ਵਿੱਚ ਹੈਗਾ ਆ, ਤੇ ਦੂਜਿਆਂ ਵਾਸਤੇ ਇਹ ਬਿਜ਼ਨਸ ਹੈ। ਤੇ ਚੈਰੀਟੇਬਲ ਜਿਹੜੀ ਆਰਗੇਨਾਈਜੇਸ਼ਨਸ ਹੈਗੀਆਂ ਉਹਨਾਂ ਨੂੰ ਅੱਗੇ ਹੋ ਕੇ ਇਹ ਸੰਸਥਾਵਾਂ ਨੂੰ ਉਸ ਲੈਵਲ ਤੱਕ ਲੈ ਕੇ ਜਾਣਾ ਚਾਹੀਦਾ ਜਿਹਦੇ ਵਿੱਚ ਸਾਡੀ ਕੌਮ ਜਿਹੜੀ ਆ ਉਹ ਅੱਗੇ ਵੱਧ ਸਕੇ। ਹਾਂ ਸਰ, ਆਪਾਂ ਇਸ ਗੁਫ਼ਤਗੂ ਨੂੰ ਥੋੜੀ ਅੱਗੇ ਹੋਰ ਵਧਾਉਂਦੇ ਆਪਾਂ ਕਰੋਨਾ ਦੀ ਗੱਲ ਕਰੀਏ। ਕੋਵਿਡ-19 ਲੈ ਕੇ ਪਿਛਲੇ ਮਾਰਚ ਤੋਂ ਲੈ ਕੇ ਅਪ੍ਰੈਲ ਟਾਈਮ ਤੱਕ ਕੋਵਿਡ-19 ਲੈ ਕੇ ਵੱਖ-ਵੱਖ ਦੁਨੀਆ ਦੇ ਵਿੱਚ ਮਹਾਮਾਰੀ ਫੈਲੀ ਹੋਈ ਆ। ਬੜੇ ਲੋਕਾਂ ਦੇ ਵਿੱਚ ਭੈ ਬਣਿਆ ਆ, ਕਈ ਲੋਕਾਂ ਦੇ ਵਿੱਚ ਪੋਜ਼ਿਟਿਵ ਨੈਗੇਟਿਵ ਹੁੰਦੇ ਹੁਣ ਤੇ ਕਾਫੀ ਆ। ਕਰੋਨਾ ਨੂੰ ਲੈ ਕੇ ਕਰੋਨਾ ਵਾਰੀਅਰ ਦੇ ਤੌਰ ਤੇ, ਕਿਉਂਕਿ ਕਰੋਨਾ ਵਾਰੀਅਰ ਨੂੰ ਉਹਨਾਂ ਨੂੰ ਵੀ ਗਿਣਿਆ ਗਿਆ ਜਿਨ੍ਹਾਂ ਨੇ ਇਹ ਝੱਲਿਆ, ਤੇ ਉਹਨਾਂ ਨੂੰ ਵੀ ਗਿਣਿਆ ਗਿਆ ਜਿਵੇਂ ਤੁਸੀਂ ਗੱਲ ਕੀਤੀ ਆ ਲੋਕਾਂ ਦੀ ਹੈਲਪ ਕਰਦੇ ਆ, ਡੋਰ ਟੂ ਡੋਰ, ਹੋਮ ਟੂ ਹੋਮ, ਵਿਲੇਜ ਟੂ ਵਿਲੇਜ ਜਾ ਕੇ। ਤੁਸੀਂ ਵੀ, ਤੁਹਾਡੀ ਸੰਸਥਾ ਨੇ ਵੀ, ਤੁਹਾਡੇ ਵੱਲੋਂ ਵੀ ਜਿਹੜੇ ਆ, ਤੁਹਾਡੀ ਸੰਸਥਾ ਆ, ਆਪਣੀ ਜਿਹੜੀ ਸੰਸਥਾ ਆ ਉਹਦੇ ਵੱਲੋਂ ਵੀ ਤੁਸੀਂ ਲੋਕਾਂ ਦੀ ਹੈਲਪ ਕੀਤੀ ਹੈ। ਅੱਜ ਤੱਕ ਤੁਸੀਂ ਕਿੰਨੇ ਕੁ ਲੋਕਾਂ ਦੀ ਹੈਲਪ ਕਰ ਸਕਦੇ ਹੋ ਔਰ ਕੀ ਤੁਸੀਂ ਉਹਨਾਂ ਨੂੰ ਚੀਜ਼ ਪ੍ਰੋਵਾਈਡ ਕਰਵਾਈ? ਦੇਖੋ, ਮਾਰਚ ਵਿੱਚ 22 ਤਰੀਕ ਨੂੰ ਇਹ ਕਰਫਿਊ ਲੱਗਾ ਸੀ ਜੀ। ਕਰਫਿਊ ਦੋ ਹੀ ਚੀਜ਼ਾਂ ਤੇ ਲੱਗਦਾ ਜੀ, ਜਾਂ ਦੋ ਦੇਸ਼ਾਂ ਦੀ ਲੜਾਈ ਹੋ ਜਾਏ ਤੇ ਉਹਨਾਂ ਦੇ ਜਸੂਸ ਫੜਨ ਲਈ ਰਾਤ ਨੂੰ ਕਰਫਿਊ ਲਾ ਲਈਦਾ ਜੀ, ਤੇ ਦੂਜਾ ਕਰਫਿਊ ਲੱਗਦਾ ਜਦੋਂ ਦੋ ਫਿਰਕਿਆਂ ਦੀ ਲੜਾਈ ਹੋ ਜਾਏ ਜੀ, ਤੇ ਉਹਨਾਂ ਨੂੰ ਰੋਕਣ ਲਈ ਜਿਹੜੀਆਂ ਜਦ ਤੱਕ ਅਮਨ ਨਹੀਂ ਹੁੰਦਾ ਕਰਫਿਊ ਲੱਗਦਾ ਜੀ। ਲੇਕਿਨ ਸਾਡੀ ਬਦਕਿਸਮਤੀ ਹੈ ਕਿ ਬਿਮਾਰੀ ਤੋਂ ਬਚਾਉਣ ਵਾਸਤੇ ਲੋਕਾਂ ਨੂੰ ਕਰਫਿਊ ਲਾਣਾ ਪਿਆ। ਹੁਣ ਵੀ ਕਰਫਿਊ ਲੱਗਾ ਹੋਇਆ ਰਾਤ ਦਾ 9:30 ਕਰਫਿਊ ਹੈ। ਇਹ ਸ਼ਬਦ ਪਤਾ ਨਹੀਂ ਉਹ ਕਿਉਂ ਵਰਤਦੇ ਆ, ਲੋਕਾਂ ਨੂੰ ਡਰਾਉਣ ਲਈ ਵਰਤਦੇ ਆ ਜਾਂ ਮਦਦ ਕਰਨ ਲਈ ਵਰਤਦੇ ਆ। ਸੋ ਮੈਂ ਉਸ ਵੇਲੇ ਦਿੱਲੀ ਸੀ, ਸਾਡੇ ਘਰ 'ਚ ਵੀ ਪੂਰਾ ਰਾਸ਼ਨ ਨਹੀਂ ਸੀ ਕਿਉਂਕਿ ਮੇਰਾ ਬੇਟਾ ਦਿੱਲੀ ਰਹਿੰਦਾ ਤੇ ਅਸੀਂ, ਮੇਰੀ ਰਿਹਾਇਸ਼ ਉੱਥੇ ਵੀ ਹੈ, ਤੇ ਅਸੀਂ ਸੋਚਦੇ ਸੀ ਵੀ ਜੇ ਸਾਡੇ ਘਰ ਰਾਸ਼ਨ ਨਹੀਂ ਹੈਗਾ, ਰਾਤ ਨੂੰ ਅਚਨਚੇਤ 4 ਘੰਟੇ ਬਾਅਦ ਕਰਫਿਊ ਲੱਗ ਗਿਆ ਤੇ ਕਿਵੇਂ ਗੁਜ਼ਾਰਾ ਹੋਏਗਾ। ਸੋ ਉਸ ਵੇਲੇ ਅਸੀਂ ਜਿਹੜੇ ਘਰਾਂ 'ਚ ਅੱਗ ਨਹੀਂ ਸੀ ਜਲਦੀ, ਉਹਨਾਂ ਘਰਾਂ 'ਚ ਅਸੀਂ 4000 ਦੇ ਕਰੀਬ ਘਰ 'ਚ ਰਾਸ਼ਨ ਪਹੁੰਚਾਇਆ। ਇੱਥੇ ਸਾਡੇ ਜਿਹੜੇ ਘਰ ਦੇ ਜੀ ਹੈ ਜਾਂ ਮੁੰਡੇ ਘਰ ਕੰਮ ਕਰਨ ਵਾਲੇ ਆ, ਹਿਊਮੈਨਿਟੀ ਫਸਟ, ਮਨੁੱਖਤਾ ਪਹਿਲਾਂ ਸਾਡੀ ਸੰਸਥਾ ਹੈ। ਮਨੁੱਖਤਾ ਦਾ ਇੱਕੋ ਧਰਮ ਹੈ ਪਿਆਰ, ਤੇ ਪਿਆਰ ਜਿਹਨੂੰ ਅਸੀਂ ਪਿਆਰ ਕਰਦੇ ਹਾਂ ਮਨੁੱਖਤਾ ਨੂੰ, ਜੇ ਉਹ ਭੁੱਖੀ ਬੈਠੀ ਹੋਵੇ ਤੇ ਸਾਡੀ ਰੋਟੀ ਖਾਣ ਦਾ ਵੀ ਕੋਈ ਫਾਇਦਾ ਨਹੀਂ। ਸੋ ਉਸ ਵੇਲੇ ਤਾਂ ਇਹ ਕੰਮ ਪਹਿਲਾਂ ਤਾਂ ਅਸੀਂ ਇਹ ਸ਼ੁਰੂ ਕੀਤਾ ਸੀਗਾ। ਉਸ ਤੋਂ ਬਾਅਦ ਫਿਰ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਅਪਰੋਚ ਕੀਤਾ ਕਿ ਸਾਡੀ ਕੁਝ ਮਦਦ ਕਰੋ। ਅਸੀਂ ਕਿਹਾ ਦੱਸੋ, ਕਹਿਣ ਲੱਗੇ ਜੀ ਤੁਸੀਂ ਸਾਨੂੰ ਕੋਈ ਸੈਨੀਟਾਈਜ਼ ਕਰਨ 'ਚ ਮਦਦ ਕਰੋ। ਅਸੀਂ ਪੁੱਛਿਆ ਵੀ ਕੀ ਤੁਹਾਡੀ ਮਦਦ ਕਰ ਸਕਦੇ ਆ। ਸੋ ਅਸੀਂ ਕਿਹਾ ਥੋੜ੍ਹਾ ਬਹੁਤਾ ਕੋਈ ਕਹਿਣਗੇ ਅਸੀਂ ਕਰ ਦਿਆਂਗੇ। ਉਹ ਕਹਿਣ ਲੱਗੇ ਜੀ ਸਾਨੂੰ ਦਵਾਈ ਲੈ ਦਿਓ, ਤੇ ਉਹ ਅਸੀਂ 80,000 ਲੀਟਰ ਦਵਾਈ ਜਿਹੜੀ ਹੈ ਨਾ, ਤਕਰੀਬਨ 24,80,000 ਤੋਂ ਉੱਤੇ ਦੀ ਦਵਾਈ ਆਈ, ਉਹ ਖਰੀਦ ਕੇ ਆ ਪਾਸ ਤੁਹਾਡੇ ਸਾਹਮਣੇ ਡਰਮ ਪਏ ਨਜ਼ਰ ਆਉਂਦੇ ਆ ਤੁਹਾਨੂੰ ਜੀ। ਤੇ ਇਹ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਲੈ ਜਾਓ ਤੇ ਸਪਰੇਅ ਕਰਾਓ। ਫਿਰ ਉਹ ਕਹਿਣ ਲੱਗੇ ਸਪਰੇਅ ਵੀ ਤੁਸੀਂ ਕਰਾ ਦਿਓ। ਤੇ ਫਿਰ ਸਾਡੇ ਕੋਲ ਤਾਂ ਇੱਕੋ ਟਰੈਕਟਰ ਸੀ ਜਿਹਦੇ ਨਾਲ ਬਾਗ ਦੇ ਵਿੱਚ ਸਪਰੇਅ ਕਰੀਦੀ ਹੈ। ਫਿਰ ਉਹ ਕਹਿਣ ਲੱਗੇ ਨਹੀਂ ਜੀ ਹੁਣ ਅੱਗੇ ਕਰੋ, ਤੇ ਅਸੀਂ ਫਿਰ ਹੋਰ ਟਰੈਕਟਰ ਹਾਇਰ ਕੀਤੇ, ਜਿਹੜੀਆਂ ਸਪਰੇਅ ਮਸ਼ੀਨਾਂ ਲੋਕਾਂ ਤੋਂ ਮੰਗੀਆਂ, ਸਾਡੇ ਕੋਲ ਤਾਂ ਇੱਕ ਹੀ ਸੀਗੀ। ਤਾਂ ਉਹ ਫਿਰ ਅਸੀਂ ਤਕਰੀਬਨ ਸਾਰਾ ਰੋਪੜ ਜ਼ਿਲ੍ਹਾ ਜਿਹੜਾ ਡਿਸਟ੍ਰਿਕਟ ਦੇ ਸਾਰੇ ਪਿੰਡਾਂ ਦੇ, ਕਈ ਪਿੰਡ ਤਾਂ 4 ਵਾਰੀ ਸੈਨੀਟਾਈਜ਼ ਹੋਏ, ਕਈ 5 ਵਾਰੀ ਹੋਏ, ਕਈ 2 ਵਾਰੀ ਹੋਏ, ਕਿਉਂਕਿ ਜਿੱਥੇ ਵੀ ਕੋਈ ਕਰੋਨਾ ਦਾ ਮਰੀਜ਼ ਆਉਂਦਾ ਉਹਨੂੰ ਵਾਰ-ਵਾਰ ਸੈਨੀਟਾਈਜ਼ ਕਰਨਾ ਪੈਂਦਾ। ਉਸ ਤੋਂ ਬਾਅਦ ਅੱਜ ਵੀ ਅਸੀਂ ਰੋਪੜ ਦੇ ਵਿੱਚ ਸੈਨੀਟਾਈਜ਼ ਕਰ ਰਹੇ ਹਾਂ। ਰੋਪੜ ਸਿਟੀ ਦੇ ਵਿੱਚ ਉੱਥੇ ਸਾਡੀ ਇਸ ਵੇਲੇ ਵੀ ਮਸ਼ੀਨ ਲੱਗੀ ਹੋਈ ਹੈ, ਟਰੈਕਟਰ ਗਏ ਹੋਏ ਆ ਪਿਛਲੇ 3 ਦਿਨ ਤੋਂ, ਕਿਉਂਕਿ ਉੱਥੇ ਕਈ ਜਿਹੜੇ ਮੁਹੱਲੇ ਆ ਉਹਨਾਂ ਦੇ ਵਿੱਚ ਕਰੋਨਾ ਦੇ ਮਰੀਜ਼ ਆਏ ਆ। ਸਰ ਹਿਊਮੈਨਿਟੀ ਫਸਟ ਜਿਹੜੀ ਤੁਹਾਡੀ ਆਰਗੇਨਾਈਜੇਸ਼ਨ ਉਹਦੇ ਵੱਲੋਂ ਕੀਤੇ ਜਾ ਰਹੇ ਆ? ਇਹ ਹਿਊਮੈਨਿਟੀ ਫਸਟ ਜੀ। ਹਿਊਮੈਨਿਟੀ ਹੋਰ ਕੋਈ ਮਦਦ ਨਹੀਂ। ਅਸੀਂ ਸਰਕਾਰ ਦਾ ਜਿਹੜੀ ਹੈ ਨਾ ਇਸ ਲਈ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਕਰੋ। ਉਹਨਾਂ ਨੇ ਕਰਫਿਊ 'ਚ ਸਾਨੂੰ ਰੋਕਿਆ ਵੀ ਨਹੀਂ, ਉਹਦੇ ਲਈ ਵੀ ਉਹਨਾਂ ਦਾ ਧੰਨਵਾਦ। ਲੇਕਿਨ ਕੋਈ ਮਦਦ ਕੀਤੀ ਹੋਵੇ, ਇਹ ਮੈਂ ਸਮਝਦਾ ਸਰਕਾਰਾਂ ਨੂੰ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਇਹ ਕੰਮ ਸਮਾਜ ਸੇਵੀ ਕੋਈ ਵੀ ਸੰਸਥਾ ਇਸ ਤਰ੍ਹਾਂ ਨਹੀਂ ਕਰ ਸਕਦੀ ਜਦ ਤੱਕ ਤੁਸੀਂ ਸਰਕਾਰਾਂ ਦੇ ਕੰਮ ਅਸੀਂ ਕਿਵੇਂ ਲੈ ਸਕਦੇ ਹਾਂ। ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਕਰੋ। ਮੈਂ ਜਿਹੜੀ ਮੈਡਮ ਸੋਨਾਲੀ ਗਿਰੀ ਸਾਡੀ ਡਿਪਟੀ ਜੀ, ਹਾਂਜੀ, ਉਹਦਾ ਧੰਨਵਾਦ ਹੈ ਕਿ ਉਹਨੇ ਸਾਨੂੰ ਇਸ ਕੰਮ ਦੇ ਲਈ ਯੋਗ ਸਮਝਿਆ, ਪਰ ਉਹ ਕੰਮ ਦੇ ਵਿੱਚ ਸਰਕਾਰੀ ਤੰਤਰ ਜਿਹੜਾ ਹੈ ਨਾ ਉਹ ਬਹੁਤ ਵੱਡਾ ਸਹਿਯੋਗ ਨਹੀਂ ਦੇ ਸਕਿਆ। ਹੁਣ ਵੀ ਹੈ, ਹੁਣ
ਰੋਪੜ ਸ਼ਹਿਰ ਜਿਹੜਾ ਆ ਉੱਥੇ ਕਰੋਨਾ ਦੇ ਮਰੀਜ਼ ਆ ਰਹੇ ਆ, ਸੈਨੀਟਾਈਜ਼ ਕਰਨ ਲਈ ਹਿਊਮੈਨਿਟੀ ਫਸਟ ਸਰਕਾਰੀ ਤੰਤਰ ਹੈ, ਹੈਲਥ ਡਿਪਾਰਟਮੈਂਟ ਹੈ, ਸੈਨੀਟਾਈਜ਼ ਡਿਪਾਰਟਮੈਂਟ ਹੈਗਾ, ਦੂਜੇ ਡਿਪਾਰਟਮੈਂਟ ਹੈਗੇ ਆ, ਉਹ ਕਿਉਂ ਪਿੱਛੇ ਹੋਈ ਜਾ ਰਹੇ ਆ? ਮੈਨੂੰ ਇਹ ਗੱਲ ਜਿਹੜੀ ਹੈ ਨਾ ਬਹੁਤ ਨਹੀਂ, ਸਾਨੂੰ ਤਾਂ ਸੇਵਾ ਮਿਲੀ ਆ, ਅਸੀਂ ਦਾ ਧੰਨਵਾਦ ਕਰਦੇ ਹਾਂ ਸਰ। ਅੱਛਾ, ਉਸ ਤੋਂ ਬਾਅਦ ਅਸੀਂ ਪੁਲਿਸ ਵਾਲਿਆਂ ਨੂੰ ਜੀ ਜਿਹੜੀਆਂ ਵਿਟਾਮਿਨ ਸੀ ਦੀਆਂ ਗੋਲੀਆਂ ਰੈਵਨਿਊ ਦੀਆਂ ਦੂਜੇ ਜਿਹੜੇ ਸਰਕਾਰੀ ਅਧਿਕਾਰੀ ਆ ਉਹਨਾਂ ਨੂੰ ਦਿੱਤੀਆਂ ਕਿ ਤਾਂ ਕਿ ਉਹ ਵੀ ਸਿਹਤਮੰਦ ਰਹਿਣ ਤਾਂ ਇਹਦਾ ਮੁਕਾਬਲਾ ਕਰ ਸਕਣ। ਹੁਣ ਤਕਰੀਬਨ ਅਸੀਂ ਸਾਰੇ ਇਲਾਕੇ ਦੇ ਵਿੱਚ ਜਿਹੜੇ ਆ ਉਹ ਮਾਸਕ ਡਿਸਟ੍ਰੀਬਿਊਟ ਕਰ ਰਹੇ ਹਾਂ। ਇਸ ਵੇਲੇ ਤੱਕ ਅਸੀਂ 1.25 ਲੱਖ ਤੋਂ ਜ਼ਿਆਦਾ ਮਾਸਕ ਜਿਹੜਾ ਹੈ ਉਹ ਪਿੰਡਾਂ 'ਚ ਡਿਸਟ੍ਰੀਬਿਊਟ ਕਰ ਸਕੇ ਹਾਂ ਤੇ ਤਕਰੀਬਨ ਮੈਨੂੰ ਲੱਗਦਾ ਕਿ ਲੱਖ ਕੁ ਮਾਸਕ ਹੋਰ ਸਾਨੂੰ ਡਿਸਟ੍ਰੀਬਿਊਟ ਅਸੀਂ ਉਹ ਵੀ ਰੈਗੂਲਰ ਚੱਲ ਰਿਹਾ ਕਿਉਂ ਅਸੀਂ ਰੋਜ਼ ਜਾਂਦੇ ਹਾਂ। ਮੈਂ ਵੀ ਕੱਲ ਡਕਾਲੇ ਪਿੰਡ ਗਿਆ ਸੀ, ਰੋਜ਼ 4-5 ਪਿੰਡਾਂ 'ਚ ਜਾ ਕੇ ਲੋਕਾਂ ਨਾਲ ਗੱਲਬਾਤ ਕਰੀ ਦੀ ਆ। ਇਹ ਉਹਨਾਂ ਨੂੰ ਕਹੀਦਾ ਕਿ ਸੈਲਫ ਹੈਲਪ ਗਰੁੱਪ ਬਣਾਓ ਆਪਣੇ ਪਿੰਡ। ਇਹ ਨਹੀਂ ਕਿ ਤੁਸੀਂ ਹਿਊਮੈਨਿਟੀ ਫਸਟ ਦਾ ਹਿੱਸਾ ਬਣ ਜਾਓ, ਅਸੀਂ ਤਾਂ ਇੱਕ ਕਰ ਰਹੇ ਹਾਂ ਵੀ ਸਾਡਾ ਪਰਿਵਾਰ ਤੇ ਰਿਸ਼ਤੇਦਾਰ ਆਪਣੇ ਜਿਹੜੇ ਮੇਰੀ ਬੇਟੀ, ਮੇਰਾ ਦਾਮਾਦ, ਮੇਰੇ ਜਿਹਨੇ ਕੋਈ ਨਜ਼ਦੀਕੀ ਰਿਸ਼ਤੇਦਾਰ, ਅਸੀਂ ਆਪਣਾ ਭਾਵੇਂ ਉਹ ਅਮਰੀਕਾ 'ਚ ਬੈਠੇ ਆ ਤੇ ਭਾਵੇਂ ਦਿੱਲੀ ਬੈਠੇ ਆ ਜਾਂ ਜੋ ਮੇਰੀ ਪੈਨਸ਼ਨ 'ਚੋਂ ਆਉਂਦਾ ਉਹਦਾ ਦਸਵੰਧ ਅਸੀਂ ਕਿਸੇ ਧਰਮ ਸਥਾਨ 'ਤੇ ਚੜ੍ਹਾਉਣ ਦੀ ਬਜਾਏ ਅਸੀਂ ਲੋਕਾਂ ਦੇ ਮੂੰਹ ਦੇ ਵਿੱਚ ਲੋਕਾਂ ਦੀ ਸੇਵਾ 'ਚ ਅਰਪਣ ਕਰਦੇ। ਗਰੀਬਾਂ ਤੇ ਜ਼ਰੂਰਤਮੰਦਾਂ ਨੂੰ ਅਸੀਂ ਕਿਸੇ ਤੋਂ ਨਹੀਂ ਕੁਛ ਮੰਗਦੇ, ਨਾ ਅਸੀਂ ਕਿਸੇ ਤੋਂ ਲਿਆ ਤੇ ਅਸੀਂ ਇਹ ਵੀ ਕਹਿੰਦੇ ਆ ਕਿ ਕਿਸੇ ਨੇ ਪ੍ਰੋਜੈਕਟ ਲੈਣਾ, ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਉਹ ਆਓ, ਸਾਰਿਆਂ ਦਾ ਇਕੱਠਿਆਂ ਦਾ ਕੰਮ ਹੁੰਦਾ, ਕਰ ਸਕਦੇ ਹਾਂ ਅਸੀਂ ਜੀ। ਲੇਕਿਨ ਵੱਡੀ ਗੱਲ ਅਸੀਂ ਪਿੰਡ ਵਾਲਿਆਂ ਨੂੰ ਵੀ ਇਹ ਕਹਿੰਦੇ ਆ ਕਿ 3-4 ਕੰਮ ਤੁਹਾਡੇ ਕਰਨ ਵਾਲੇ ਆ। ਪਹਿਲੀ ਗੱਲ ਤਾਂ ਇਹ ਵੀ ਪਿੰਡ ਦੇ ਵਿੱਚ ਕੋਈ ਬੰਦਾ ਭੁੱਖਾ ਨਾ ਸੌਵੇ, ਸਾਡਾ ਪੁਰਾਣਾ ਕਲਚਰ ਹੈ, ਇੱਥੇ ਸੌਣ ਨਹੀਂ ਸੀ ਹੁੰਦਾ। ਦੂਜੀ ਗੱਲ ਇਹ ਹੈਗੀ ਕਿ ਕੋਈ ਬਿਮਾਰ ਅਨਅਟੈਂਡਡ ਨਾ ਰਹੇ ਜਿਹਨੂੰ ਅਸੀਂ ਹਸਪੀਟਲ ਨਾਲ ਲੈ ਕੇ ਜਾ ਸਕੀਏ, ਜਿਹਦੀ ਮਦਦ ਕਰਨ ਦੀ ਲੋੜ ਹੈ ਉਹਦੀ ਮਦਦ ਕਰੀਏ। ਤੀਜੀ ਗੱਲ ਇਹ ਹੈਗੀ ਆ ਕਿ ਕਿਸੇ ਧੀ ਭੈਣ ਦਾ ਵਿਆਹ ਕਰਨਾ ਹੈ, ਉਹਨੂੰ ਕਿਤੇ ਆਪਣੇ ਪਿਓ ਦੇ ਘਰੇ ਜਾਵੇ, ਕਿਸੇ ਹੋਰ ਧਰਮ ਸਥਾਨ ਤੇ ਜਾਏਗੀ ਤੇ ਉਹਨੂੰ ਉਲਾਂਭੇ ਮਿਲਣਗੇ। ਚੌਥਾ ਹੈਗਾ ਕਿ ਪਿੰਡਾਂ ਦੇ ਝਗੜੇ ਪਿੰਡਾਂ 'ਚ ਬਹਿ ਕੇ ਆਪਸ ਵਿੱਚ ਬਹਿ ਕੇ ਹੱਲ ਕਰਾਓ। ਤੁਸੀਂ ਸਾਡੇ ਜ਼ਰੂਰੀ ਨਹੀਂ ਜਿਹੜਾ ਤੁਹਾਡੇ ਧਰਮ ਸਥਾਨ ਹੈ, ਭਾਵੇਂ ਉਹ ਮੰਦਿਰ ਹੈ, ਭਾਵੇਂ ਮਸਜਿਦ ਹੈ, ਭਾਵੇਂ ਗੁਰਦੁਆਰਾ ਸਾਹਿਬ ਹੈ, ਭਾਵੇਂ ਕੁਟੀਆ ਹੈ, ਉਹਨੂੰ ਤੁਸੀਂ ਸੇਵਾ ਦਾ ਕੇਂਦਰ ਬਣਾਓ। ਆਪਣੇ ਲੋਕਾਂ ਨੂੰ ਆਪ ਉੱਥੇ ਇਕੱਠੇ ਹੋ, ਆਪਣੀ ਛੋਟੀ ਕਮੇਟੀ ਬਣਾਓ, ਮਿਲੋ। ਹੋਰ ਇਸ ਤਰ੍ਹਾਂ ਦੀ ਜਿਹੜੀ ਡਿਵੈਲਪਮੈਂਟ ਦੇ ਕਾਰਜ ਹੈ, ਬੱਚਿਆਂ ਨੂੰ ਗਾਈਡ ਕਰਨ ਦੇ ਕਾਰਜ ਹੈਗੇ। ਇਸ ਸੰਸਥਾ ਦੇ ਨਾਲ ਜਿਹੜਾ ਪ੍ਰਧਾਨਤਾ ਇਹਦਾ ਮੇਰਾ ਬੇਟਾ ਅਜੇਵੀਰ ਸਿੰਘ ਲਾਲਪੁਰਾ ਹੈ, ਲੇਕਿਨ ਇਸ ਸੰਸਥਾ ਨੂੰ ਜਿਹੜੇ ਗਾਈਡ ਕਰ ਰਹੇ ਆ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਏਅਰ ਮਾਰਸ਼ਲ ਮਨਜੀਤ ਸਿੰਘ ਸਿੱਖੋਂ ਹੈ, ਇਹ ਲੈਫਟੀਨੈਂਟ ਜਨਰਲ PS ਮਹਿਤਾ ਹੈਗੇ ਆ, ਹਤੇਸ਼ ਮਲਿਕ ਜੀ, ਕੈਪਟਨ ਹਤੇਸ਼ ਮਲਿਕ ਜੀ ਹੈਗੇ ਆ, ਕਰਨਲ ਜੈਵੰਤ ਸਿੰਘ ਜੀ ਹੈਗੇ ਆ, ਔਰ ਮੈਂ ਆਪ ਹੈਗਾ। ਅਸੀਂ ਲੋਕ ਉਦਮ ਸਾਡਾ ਇਹ ਅਸੀਂ ਹੋਰਾਂ ਨੂੰ ਵੀ ਇਨਵਾਈਟ ਕਰਦੇ ਹਾਂ ਕਿ ਜਿਹੜਾ ਲੋੜਵੰਦ ਬੱਚਾ ਹੈ ਨਾ ਜੀ, ਜਿਵੇਂ ਹੁਣ ਕੱਲ੍ਹ ਉੱਥੇ ਡਕਾਲੇ ਪਿੰਡ 200 ਬੱਚਾ ਇਕੱਠਾ ਹੋਇਆ ਕਿ ਅਸੀਂ ਫੌਜ ਦੇ ਵਿੱਚ ਤੇ ਉਹਦੇ ਪੁਲਿਸ ਭਰਤੀ ਹੋਣਾ ਚਾਹੁੰਦੇ, ਸਾਨੂੰ ਗਾਈਡ ਕਰੋ। ਜਦੋਂ ਮਹਿਤਾ ਨੇ ਉਸੇ ਵੇਲੇ ਇੱਕ ਰਿਟਾਇਰ ਅਫਸਰ ਲੱਭ ਕੇ ਉਹਦੀ ਡਿਊਟੀ ਲਾਈ ਕਿ ਇਹਨਾਂ ਨੂੰ ਟ੍ਰੇਨ ਕਰਾਓ ਤਾਂ ਕਿ ਇਹ ਸਿੱਖ ਰੈਜੀਮੈਂਟ ਦੇ ਵਿੱਚ ਭਰਤੀ ਹੋ ਜਾਣ। ਪੰਜਾਬ ਦੇ ਬੱਚੇ ਸਿੱਖ ਰੈਜੀਮੈਂਟ 'ਚ ਭਰਤੀ ਨਹੀਂ ਹੋ ਰਹੇ, ਉਹਨਾਂ ਦਾ ਕੋਟਾ ਜਿਹੜਾ ਹੈ ਹਿਮਾਚਲ ਵਾਲੇ ਤੇ ਹਰਿਆਣੇ ਵਾਲੇ ਆ ਜਿਹੜੇ ਆ ਉਹ ਐਗਜ਼ੌਸਟ ਕਰ ਰਹੇ ਆ। ਸੋ ਅਸੀਂ ਆਪਣੇ ਬੱਚਿਆਂ ਨੂੰ ਟ੍ਰੇਨ ਕਰਨ ਵਾਸਤੇ ਹਿਊਮੈਨਿਟੀ ਫਸਟ ਜਿਹੜੀ ਹੈ ਨਾ ਇਹ ਗੁਰੂ ਦੀ ਸੰਸਥਾ ਹੈ, ਹਾਂਜੀ, ਗੁਰੂ ਸਾਰਿਆਂ ਦਾ ਸਾਂਝਾ ਹੈ ਤੇ ਜਦੋਂ ਤੱਕ ਸਾਡੇ ਸਾਹ ਚੱਲਦੇ ਆ ਤੇ ਗੁਰੂ ਹਿੰਮਤ ਬਖਸ਼ਦਾ ਉਦੋਂ ਤੱਕ ਇਹ ਚੱਲਦੀ ਰਹੇਗੀ। ਅੱਗੇ ਜਿਹੜੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਜੇ ਉਹਨਾਂ ਦੇ ਵੀ ਮਹਾਰਾਜ ਬਖਸ਼ਿਸ਼ ਕਰਨਗੇ ਤੇ ਉਹ ਆਪੇ ਹੀ ਇਹਨਾਂ ਨੂੰ ਲੈ ਕੇ ਚੱਲਦੇ ਰਹਿਣਗੇ। ਸੋ ਅਸੀਂ ਇਹ ਕਾਰਜ ਲਗਾਤਾਰ ਹੈ। ਇਸ ਤੋਂ ਪਹਿਲਾਂ ਵੀ ਇੱਥੇ ਲਿਵਸ ਅਸੀਂ ਵੰਡੇ ਸੀਗੇ 2013 ਦੇ ਵਿੱਚ, ਜਿਹੜੇ ਬੰਦਿਆਂ ਨੂੰ ਲੱਤਾਂ ਬਾਹਾਂ ਕੱਟੀਆਂ ਗਈਆਂ, ਕੰਨਾਂ ਦੇ ਸੁਣਨ ਦੀਆਂ ਮਸ਼ੀਨਾਂ ਨਹੀਂ ਹੈਗੀਆਂ, ਹੜ੍ਹ ਆਏ ਸੀ, ਹੜ੍ਹ 'ਚ ਮਦਦ ਕੀਤੀ, ਅੱਗਾਂ ਲੱਗ ਗਈਆਂ, ਅੱਗਾਂ 'ਚ ਮਦਦ ਕੀਤੀ। ਸੋ ਇਹ ਹਿਊਮੈਨਿਟੀ ਫਸਟ ਅਸੀਂ ਆਪਣਾ ਦਸਵੰਧ ਜਿਹੜਾ ਹੈ ਨਾ ਉਹ ਕੇਵਲ ਤੇ ਕੇਵਲ ਲੋਕ ਸੇਵਾ 'ਚ ਅਰਪਣ ਕਰਦੇ ਹਾਂ। ਸਾਡਾ ਪਰਿਵਾਰ ਦਾ ਇਹ ਪੁਰਾਣਾ ਚੱਲਿਆ ਆ ਰਿਹਾ ਔਰ ਅਸੀਂ ਜਿਹੜੇ ਸਾਰਿਆਂ ਨੂੰ ਹੀ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਭਾਈ ਅਸਲ ਜਿਹੜਾ ਗਰੀਬ ਦਾ ਮੂੰਹ ਹੈ ਉਹੀ ਗੁਰੂ ਦੀ ਗੋਲਕ ਹੈ ਤੇ ਆਪਾਂ ਸਾਰੇ ਦਾਨ ਕਰਦੇ ਹਾਂ। ਆਪਣੇ ਨੇੜੇ ਦਾ ਬੰਦਾ ਵੇਖੋ, ਉਸ ਬੰਦੇ ਦੇ ਜਿਹੜਾ ਹੈ ਉਹਦੀ ਮਦਦ ਕਰੋ, ਉਹਨੂੰ ਆਪਣਾ ਖਾਣ ਨੂੰ ਦਿਓ ਤੇ ਤਾਂ ਜਿਹੜਾ ਹੈ ਉਹ ਸਾਡੀ ਅਸਲ ਸੇਵਾ ਇਹ ਪ੍ਰਵਾਨ ਹੋ ਸਕੇ।
ਸਰ ਆਪਾਂ ਇੱਕ ਨਾਲ ਦਾ ਸਵਾਲ ਛੋਟਾ ਜਿਹੜਾ ਹੈਗਾ, ਅਸੀਂ ਗੱਲ ਕਰਦੇ ਸੀ ਕਾਨੂੰਨਾਂ ਦੀ ਗੱਲ ਕੀਤੀ ਆ, ਤੇ ਨਾਲ ਦੀ ਨਾਲ ਆਪਾਂ ਇੱਕ ਪੁਲਿਸ ਦੀ ਗੱਲ ਕੀਤੀ ਸੀਗੀ। ਪੁਲਿਸ ਅਧਿਕਾਰੀ ਵਜੋਂ ਦੋ ਸਵਾਲ ਜਿਹੜੇ ਤੁਹਾਡੇ ਡਿਪਾਰਟਮੈਂਟ ਦੇ ਨਾਲ ਆਪਾਂ ਫੇਰ ਮੁੜ ਕੇ ਤੁਹਾਨੂੰ ਉਸੇ ਪੁਲਿਸ ਅਧਿਕਾਰੀ ਵਜੋਂ ਲੈ ਜਾਣਾ। ਤੇ ਇੱਕ ਤਾਂ ਜਿਹੜਾ ਆ ਇਹ ਜਿਹੜੀ ਪੁਲਿਸ ਇਸ ਵੇਲੇ ਜਿਹੜੀ ਅਸੀਂ ਗੱਲ ਕੀਤੀ ਸੀ ਵੀ ਪੁਲਿਸ ਜਿਹੜੇ ਹੱਕ ਹਕੂਕ ਹੈ ਅਧਿਕਾਰ ਆ ਉਹ ਪੂਰਨ ਰੂਪ ਦੇ ਵਿੱਚ ਸਹੀ ਤਰ੍ਹਾਂ ਜਾਂ ਜਾਣਦੀ ਨਹੀਂ ਜਾਂ ਉਹ ਵਰਤ ਨਹੀਂ ਸਕਦੇ, ਜਾਂ ਉਹਨਾਂ ਨੂੰ ਕੀ ਕਾਰਨ ਆ, ਉਹਨਾਂ ਨੂੰ ਕੀ ਇਹਦੇ ਵਿੱਚ ਕੀ ਕਮੀਆਂ। ਦੂਸਰਾ ਜਿਹੜੀ ਅਸੀਂ 1984 ਦੀ ਗੱਲ ਕੀਤੀ ਸੀਗੀ ਵੀ ਉਹ ਜਿਹੜੀ ਉਸ ਵੇਲੇ ਮੂਵਮੈਂਟ ਸੀਗੀ ਜਰਨੈਲ ਸਿੰਘ, ਸੰਤ ਜਰਨੈਲ ਸਿੰਘ ਜੀ ਜਾਂ ਹੋਰ ਜਿਹੜੇ ਬੰਦੇ ਸੀਗੇ, ਉਹ ਤੁਹਾਡੇ ਇੱਕ ਅਧਿਕਾਰੀ ਵਜੋਂ ਕੀ ਉਹ ਜਾਇਜ਼ ਸੀਗੀ? ਕਿ ਉਹਦੇ ਦੌਰਾਨ ਜਿਹੜਾ ਆ ਉਹ ਜਿਹੜੇ ਆਮ ਲੋਕਾਂ ਦੀ ਆ, ਜਿਵੇਂ ਆਪਾਂ ਹੁਣ ਗੱਲਬਾਤ ਕੀਤੀ ਆ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹਦੀ ਗੱਲਬਾਤ ਆਪਾਂ ਅੱਗੇ ਤਫਸੀਲ ਨਾਲ ਕਰੀਏ। ਲੋਕਾਂ ਦੇ ਵਿੱਚ ਇਹ ਗੱਲ ਸੀਗੀ ਵੀ ਉਸ ਵੇਲੇ ਦਰਬਾਰ ਸਾਹਿਬ ਦੇ ਵਿੱਚੋਂ ਬੜੀਆਂ ਫੀਮੇਲਸ ਸੀਆਂ ਇਹੋ ਜਿਹੀਆਂ, ਉਹਦੇ ਵਿੱਚ ਸਾਨੂੰ ਬਰੀਫ ਦੇ ਵਿੱਚ ਕਿੰਨੀ ਸੱਚਾਈ ਸੀ? ਕੀ ਉਹ ਮੂਵਮੈਂਟ ਨੂੰ ਤੁਸੀਂ ਕਿਸ ਤਰ੍ਹਾਂ ਲੈ ਰਹੇ ਹੋ ਇੱਕ ਅਧਿਕਾਰੀ ਵਜੋਂ? ਮੈਂ ਦੋ ਗੱਲਾਂ ਜੀ, ਜੀ, ਜੀ। ਸਪਸ਼ਟ ਜੋ ਮੇਰੀ ਇੱਕ ਤਾਂ ਐਜ਼ ਏ ਸਿੱਖ ਜੀ ਜਿਹੜੀ ਮੈਂ ਗੱਲ ਕਰਾਂਗਾ, ਜੀ ਜੀ ਜਿਹੜਾ ਐਜ਼ ਸਿੱਖ ਜਿਹੜੀ ਹੈ ਨਾ ਸਾਡੀ ਗੁਰਬਾਣੀ ਦਾ ਸਿਧਾਂਤ ਹੈ ਪਾਰਸ ਪਰਸੀ ਹੈ, ਪਾਰਸ ਹੋਏ ਜਾਂ ਤੇਰੇ ਮਨ ਪਾਲੇ। ਜੀ ਜੇ ਮੈਂ ਸ਼ਰਾਬ ਪੀਵਾਂਗਾ ਤਾਂ ਮੇਰਾ ਪੁੱਤਰ ਕਿਉਂ ਸ਼ਰਾਬ ਨਹੀਂ ਪੀਏਗਾ? ਉਹਨੂੰ ਮੈਂ ਕਿਸ ਉਹਦੇ ਨਾਲ ਨੀਅਤ ਨਾਲ ਰੋਕਾਂਗਾ? ਜੇ ਆਪ ਚੰਗੇ ਹੋ ਤੇ ਦੂਜਾ ਪਾਰਸ ਹੋ ਗਏ ਤੇ ਪਾਰਸ ਨੂੰ ਲੱਗਣ ਨਾਲ ਲੋਕ ਪਾਰਸ ਬਣਦੇ। ਬਸ ਸਾਡੇ ਜਿਹੜੇ ਪ੍ਰਚਾਰਕ ਹੈ ਇਹ ਪ੍ਰੋਫੈਸ਼ਨਲ ਹੈਗੇ ਆ। ਪ੍ਰਚਾਰ ਰੋਟੀ ਰੋਜ਼ੀ ਦਾ ਸਾਧਨ ਹੈ। ਪ੍ਰਚਾਰ ਦੀ ਵਿਧੀ ਗੁਰੂ ਸਾਹਿਬ ਨੇ ਅੰਕਿਤ ਕੀਤੀ ਹੈ ਕਿ ਤੁਸੀਂ ਚੰਗੇ ਬਣੋ, ਲੋਕ ਤੁਹਾਨੂੰ ਵੇਖ ਕੇ ਆਪ ਹੀ ਆਖਣ ਕਿ ਮੇਰਾ ਪੁੱਤ ਵਿੱਚ ਤੇ ਇਹਦੇ ਵਰਗਾ ਬਣੇ। ਜੀ ਨੰਬਰ 1। ਨੰਬਰ 2, ਸਾਡੇ ਘਰੋਂ ਕੋਈ ਰੁੱਸ ਕੇ ਚਲਾ ਗਿਆ, ਅਸੀਂ ਉਹਨੂੰ ਮਨਾਉਣਾ ਹੈ, ਨਾ ਕਿ ਕੁੱਟਣ ਚਲੇ ਜਾਣਾ। ਜੀ ਗੁਆਂਢੀ ਨੂੰ ਵੀ ਤੇਰੇ ਘਰ ਸਾਡਾ ਬੱਚਾ ਕਿਉਂ ਰੁੱਸ ਕੇ ਆ ਗਿਆ। ਜੀ ਇਹ ਜਿਹੜੇ ਸਿੱਖ ਜਿਹੜਾ ਸਾਡਾ ਸਮਾਜ ਹੈ ਇਹ ਕਿਉਂ ਸਿੱਖੀ ਤੋਂ ਦੂਰ ਹੋ ਰਿਹਾ? ਇਹਦੇ ਲਈ ਸਾਨੂੰ ਕੀ ਯਤਨ ਕਰਨੇ ਚਾਹੀਦੇ ਆ? ਇਹ ਉਦੋਂ ਵੀ ਸਵਾਲ ਸੀ, ਜੀ ਇਹ ਅੱਜ ਵੀ ਸਵਾਲ ਹੈ। ਬਿਲਕੁਲ ਜੀ ਬਿਲਕੁਲ। ਇਹ ਉਦੋਂ ਵੀ ਅਸੀਂ ਜਿਹੜੇ ਆ ਸਿੱਖ ਸਮਾਜ ਜਿਹੜੀ ਸਾਡੀ ਰਾਜਨੀਤਿਕ ਪਾਰਟੀ ਜਿਹਨੂੰ ਅਸੀਂ ਮੈਂ ਜੋ ਮੇਰਾ ਮਹਿਸੂਸ ਹੈ, ਮੇਰਾ ਇਹ ਨਹੀਂ ਜੀ, ਮੈਂ ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਜੀ। ਗੱਲ ਕਰਦਾ ਕਿ ਮੀਰੀ ਤੇ ਪੀਰੀ ਜੀ ਦੀ ਗੱਲ ਅਸੀਂ ਹਮੇਸ਼ਾ ਕਰਦੇ ਹਾਂ ਕਿ ਸਾਡੀ ਇਕੱਠੀ ਹੈ, ਲੇਕਿਨ ਇਤਿਹਾਸ ਝਾਤੀ ਮਾਰੀਏ ਤੇ ਜਵਾਬ ਇਹਦਾ ਹੋਰ ਮਿਲਦਾ ਹੈ। ਜਦੋਂ 1469 ਤੋਂ 1708 ਤੱਕ ਪੀਰੀ ਪ੍ਰਧਾਨ ਸੀ ਨਾ ਤੇ 21 ਲੜਾਈਆਂ ਲੜੀਆਂ ਗਈਆਂ ਜੀ 1 ਇੰਚ ਜਗ੍ਹਾ ਤੇ ਕਬਜ਼ਾ ਨਹੀਂ ਹੋਇਆ। ਜੀ 4 ਛੇਵੀਂ ਪਾਤਸ਼ਾਹੀ ਨੇ ਲੜੀਆਂ, 17 10ਵੀਂ ਪਾਤਸ਼ਾਹੀ ਨੇ ਲੜੀਆਂ। ਔਰ ਵੱਡੀ ਗੱਲ ਇਹ ਹੈ ਕਿ 21 ਲੜਾਈਆਂ ਚੋਂ 20 ਲੜਾਈਆਂ ਜਿੱਤੀਆਂ, 21ਵੀਂ ਲੜਾਈ ਸਾਮੀ ਰਹੀ ਜੀ ਚਮਕੌਰ ਸਾਹਿਬ ਦੇ ਵਿੱਚ। ਉਹ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਸੀ, ਸ਼ਹੀਦ ਕਰਨਾ ਚਾਹੁੰਦੇ ਸੀ, ਲੇਕਿਨ 10 ਪਾਤਸ਼ਾਹ ਜਿਹੜੇ ਚੰਗੇ ਭਲੇ ਉੱਥੋਂ ਨਿਕਲ ਕੇ ਚਲੇ ਗਏ। 2 ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਸਿੰਘ ਸ਼ਹੀਦ ਹੋ ਗਏ। ਗੁਰੂ ਸਾਹਿਬ ਨੇ ਇਹ ਵੀ ਜਿਹੜਾ ਲਿਖਿਆ ਨਾ ਕਿ ਤੇਰੀ 10 ਲੱਖ ਫੌਜ ਮੇਰੇ 40 ਸਿੰਘਾਂ ਦਾ ਕੁਛ ਨਹੀਂ ਮੁਕਾਬਲਾ ਕਰ ਸਕੀ। ਇਹ ਗੁਰੂ ਸਾਹਿਬ ਨੇ ਸੱਚ ਲਿਖਿਆ ਸੀ। ਅੱਜ ਵੀ ਅਸੀਂ ਕੱਲ 12 ਤਰੀਕ ਨੂੰ ਸਾਰਾਗੜ੍ਹੀ ਦਾ ਮਨਾ ਕੇ ਹਟੇ ਆ ਜੀ 21 ਸਿੰਘਾਂ ਨੇ 10,000 ਪਠਾਨ ਜਿਹੜੇ ਆ ਉਹ ਢਾਲੇ। ਹਾਂਜੀ, ਇਹ ਚੀਨ ਦੀ ਲੜਾਈ ਤੇ ਇੱਕ ਸਿੰਘ ਨੇ 15 ਮਾਰ ਦਿੱਤੇ, ਨਵੇਂ ਮੁੰਡੇ ਨੇ। ਪੰਥ ਇੱਕ ਸਪਿਰਿਟ ਦਾ ਨਾਂ ਹੈ। ਪੰਥ ਇੱਕ ਉਹ ਸਪਿਰਿਟ ਜਿਹੜੀ ਹੈ ਨਾ, ਜਦੋਂ ਅਸੀਂ ਅੰਦਰ ਜਾਗਦੇ ਹਾਂ, ਜਗਾਉਂਦੇ ਹਾਂ ਤੇ ਫਿਰ ਬੰਦੇ ਨੂੰ ਡਰ ਲੱਗਣਾ ਹਟ ਜਾਂਦਾ। ਕੋਈ ਡਰ ਨਹੀਂ ਲੱਗਦਾ। ਕੀ ਹੋਣ ਲੱਗਾ? ਕੁਛ ਨਹੀਂ ਹੁੰਦਾ। ਇਹ ਗੱਲ ਜਿਹੜੀ ਹੈ, ਅਸੀਂ ਇੱਕ ਤਾਂ ਸਾਡੀ ਪ੍ਰਚਾਰ ਉਸ ਵੇਲੇ ਵੀ ਗਲਤ ਸੀ। ਅਸੀਂ ਰਾਜਨੀਤੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਪਾਤਸ਼ਾਹ ਨੇ ਥਾਪੜਾ ਦੇ ਕੇ ਭੇਜਿਆ ਨਾ, ਉਦੋਂ ਫਿਰ ਪੀਰੀ ਦੀ ਗੱਲ ਨਹੀਂ ਹੋਈ। ਜਿੱਥੇ 2 ਕਨਾਲ ਜਗ੍ਹਾ ਵੀ ਮਿਲੀ ਨਾ ਬਾਬਾ ਜੀ ਨੇ ਦਿੱਤੀ ਆ, ਉੱਥੇ ਨਿਸ਼ਾਨ ਸਾਹਿਬ ਕੱਟ ਦਿੱਤਾ, ਉੱਥੇ ਹੀ ਸਿੱਕਾ ਚਲਾ ਦਿੱਤਾ ਗੁਰੂ ਸਾਹਿਬ ਦੇ ਨਾਮ ਤੇ। ਉੱਥੇ ਸਾਡਾ ਰਾਜ ਕਾਇਮ ਹੋ ਗਿਆ, ਉੱਥੇ ਸਾਡੀ ਰਾਜਧਾਨੀ ਲੋਹਗੜ੍ਹ ਬਣ ਗਈ। ਇਹ ਮਿਸਲਾਂ ਨੇ ਵੀ ਅੱਗੇ ਚਲਾਇਆ। ਔਰ ਉਸ ਤੋਂ ਬਾਅਦ ਜਿਹੜੇ ਪ੍ਰਚਾਰ ਦੀ ਵਿਧੀ ਕੇਵਲ ਇਹੀ ਰਹੀ ਕਿ ਸਿੱਖ ਇੱਕ ਲਾਮਿਸਾਲ ਜਿਹੜਾ ਦੇਵਤਾ ਹੈ, ਜਿਵੇਂ ਮੈਂ ਕਿਹਾ ਗੁਰੂ ਦਾ ਹੁਕਮ ਹੈ, ਉਹ ਦੇਵਤੇ ਨੂੰ ਵੇਖ ਕੇ ਸਾਰੇ ਹੀ ਦੇਵਤਾ ਬਣ ਕੇ ਚਾਹਣਗੇ।
ਹੁਣ ਜੇ ਅਸੀਂ ਦੇਵਤੇ ਤੋਂ ਥੱਲੇ ਡਿੱਗ ਪਵਾਂਗੇ ਜੀ, ਹਾਂਜੀ, ਫਿਰ ਸਾਡੇ ਨਾਲ ਤਾਂ ਕਿਸੇ ਨੇ ਵੀ ਨਹੀਂ ਲੜਨਾ। ਕਿਰਦਾਰ ਪੱਖੋਂ ਥੱਲੇ ਹਾਂਜੀ ਜੀ। ਤੋ ਉਹ ਜਿਹੜੇ ਆ ਨਾ, ਅਸੀਂ ਗੁਫਤਾਰ ਦੇ ਗਾਜ਼ੀ ਆ, ਕਿਰਦਾਰ ਦੇ ਗਾਜ਼ੀ ਨਹੀਂ। ਜੀ। ਤੋ ਜਿਹੜੀਆਂ ਇਸ ਕਰਕੇ ਜਿਹੜੀ ਸਾਡੀ ਪ੍ਰਚਾਰ ਵਿਧੀ ਹੈ, ਉਹ ਗੁਰੂ ਸਾਹਿਬ ਨੇ ਤਾਂ ਹੋਰ ਅੰਕਿਤ ਕੀਤੀ ਹੈ, ਚਰਿੱਤਰ ਨਿਰਮਾਣ ਵੱਲ ਗੱਲ ਕੀਤੀ ਹੈ, ਬਹਾਦਰੀ ਵੱਲ ਗੱਲ ਕੀਤੀ ਹੈ, ਲੋਕਾਂ ਦੀਆਂ ਧੀਆਂ ਭੈਣਾਂ ਦੇ ਰੱਖਕ ਬਣ ਕੇ ਗੱਲ ਕੀਤੀ ਹੈ। ਅਸੀਂ ਕਈ ਵਾਰੀ ਲੜਦੇ ਕਿਹੜੀ ਗੱਲੋਂ ਹੈ ਜੀ, ਕਿ ਰੱਖੜੀ ਇੱਥੋਂ ਦਾ ਤਿਉਹਾਰ ਨਹੀਂ ਜੀ, ਝਗੜਾ ਹੋ ਜਾਂਦਾ ਜੀ। ਉਹ ਭਾਈ ਜਿੱਦਣ 1762 ਦੇ ਵਿੱਚ ਜਿਹੜਾ 1761 ਦੇ ਵਿੱਚ ਮਰਹੱਟਿਆਂ ਦੀਆਂ 22,000 ਔਰਤਾਂ ਅਪ੍ਰੈਲ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਿੱਖਾਂ ਲਈ ਛਡਾਈਆਂ, ਤੁਸੀਂ ਉਸ ਦਿਨ ਨੂੰ ਮਨਾਉਂਦੇ ਆ। ਕੀ ਤੁਹਾਡਾ ਔਰਤ ਸੁਰੱਖਿਆ ਦਿਵਸ ਉਸ ਦਿਨ ਮੰਨਦਾ? ਕੀ ਤੁਸੀਂ ਕੀ ਕੀਤਾ? ਕਿਸੇ ਅੰਤਰਰਾਸ਼ਟਰੀ ਲੈਵਲ ਤੇ ਗਏ ਕਿ ਅਸੀਂ ਭਾਈ ਔਰਤ ਜਿਹੜੀ ਵੂਮਨ ਪ੍ਰੋਟੈਕਸ਼ਨ ਡੇ ਸ਼ੁੱਡ ਬੀ ਔਨ April of every month, every year, ਉਹ ਡੇਟ ਆਪਾਂ ਲੱਭ ਲਈਏ। ਹਾਂਜੀ, 1761 ਤੋਂ ਲੈ ਕੇ ਅਸੀਂ ਆਪਣਾ ਕਿਰਦਾਰ ਲੋਕਾਂ 'ਚ ਲੈ ਕੇ ਗਏ। ਲੇਖਾ ਕੀ ਅਸੀਂ ਲੋਕਾਂ ਨੂੰ ਰਾਖੀ ਵਾਲਾ ਦੇਖੋ, ਅਸੀਂ ਸਾਡੇ ਕੋਲ ਤਾਂ ਇੰਨਾ ਖਜ਼ਾਨਾ ਆ ਕਿ ਅਸੀਂ ਨਾਲ ਦੇ ਗੁਆਂਢੀ ਨੂੰ ਨਹੀਂ ਦੱਸਦੇ ਵੀ ਸਿੱਖ ਕੌਣ ਹੁੰਦੇ ਆ, ਨਾ ਸਾਨੂੰ ਆਪ ਨੂੰ ਪਤਾ, ਨਾ ਵਿਚਾਰ ਦੀ ਗੱਲ ਕਰਦੇ ਆ। ਮੈਨੂੰ 51 ਸਾਲ ਹੋ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਿਆ ਜੀ। 9 ਸਾਲ ਦੀ ਉਮਰ 'ਚ ਪਿਤਾ ਜੀ ਨੇ ਅੰਮ੍ਰਿਤ ਛਕਾਤਾ ਸੀ, ਤੇ ਪਹਿਲਾਂ ਤਾਂ ਪਤਾ ਹੀ ਨਹੀਂ ਸੀ, ਸਿਰਫ ਇਹੋ ਹੀ ਪੜ੍ਹਿਆ ਸੀ 5 ਬਾਣੀਆਂ ਦਾ ਪਾਠ ਕਰਨਾ ਜੀ। ਹਾਂਜੀ, ਤੇ ਜਿਹੜਾ ਸ੍ਰੀ ਸਾਹਿਬ ਉਦੋਂ ਛੋਟੀ ਹੁੰਦੀ ਸੀ ਵੀ ਬੱਚੇ ਸਕੂਲ ਨੂੰ ਜਾਣਾ ਹੁੰਦਾ, ਤੇ ਹੁਣ ਵੱਡੀ ਪਾ ਕੇ ਜਾਈਦਾ। ਤੇ ਲੇਕਿਨ ਜਿਹੜਾ ਅਸਲ ਗੁਰਮਤਿ ਦਾ ਵਿਚਾਰਧਾਰਾ ਹੈ, 1969 'ਚ ਜਦੋਂ ਮੈਨੂੰ ਲਿਖਣ ਦਾ ਮੌਕਾ ਮਿਲਿਆ ਗੁਰੂ ਨਾਨਕ ਐਜ਼ ਏ ਰੈਵੋਲੂਸ਼ਨਰੀ ਰਾਈਟਰ, ਤਾਂ ਮੈਂ ਵੀ ਸਮਝਦਾ ਸੀ ਸੋਭਾ ਸਿੰਘ ਦੀ ਫੋਟੋ ਦੇਖ ਕੇ ਕਿ ਚਿੱਟੀ ਦਾੜੀ ਵਾਲੇ ਬਾਬੇ ਨੇ ਕੀ ਰੈਵੋਲੂਸ਼ਨ ਲਿਆਂਦਾ ਹੋਏਗਾ। ਪਰ ਮੈਂ ਤਾਂ ਸੋਚਿਆ ਮੈਨੂੰ ਅੱਜ ਤੱਕ 51 ਸਾਲ ਹੋ ਗਏ, ਆਈ ਕੈਨ ਗਿਵ ਯੂ ਇਨ ਰਾਈਟਿੰਗ ਅਜਨੌਰ ਸਾਹਿਬ, ਕਿ ਮੈਨੂੰ ਸਿੱਖੀ ਦਾ ਕੁਝ ਵੀ ਨਹੀਂ ਆਉਂਦਾ, ਮੈਨੂੰ ਸਿੱਖੀ ਦੀ ABC ਵੀ ਨਹੀਂ ਆਉਂਦੀ। ਇੰਨੇ ਸਾਲ ਹੋ ਗਏ ਕੋਈ ਦਿਨ ਪਾਠ ਨੂੰ ਮਿਸ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਤਾਬੇ ਬਹਿ ਕੇ 18, 20, 24, 30 ਅੰਗ ਰੋਜ਼ ਪਾਠ ਕਰੀਦਾ ਸਮੇਂ ਦੇ ਮੁਤਾਬਕ, ਜਦੋਂ ਇੱਕ ਵਾਰੀ ਬਹਿ ਜਾਈਏ। ਲੇਕਿਨ ਪੱਲੇ ਕੁਛ ਨਹੀਂ ਪਿਆ। ਹਾਂਜੀ, ਪੱਲੇ ਤਾਂ ਇਹ ਹੈ ਜਦੋਂ ਆਪਣੇ ਆਪ ਨੂੰ ਅੰਦਰ ਝਾਤੀ ਮਾਰੀ ਦੀ, ਰੋਜ਼ ਦੇਖੀਦਾ ਦੀਵਾ ਹਲੇ ਨਹੀਂ ਜਗਿਆ। ਹਾਂਜੀ, ਗੁਰੂ ਨਾਨਕ ਦੇ ਪਾਤਸ਼ਾਹ ਨੇ ਤੇ ਆਖਿਆ, ਪੋਥੀ ਪ੍ਰਾਣ ਕਮਾਈਆ ਭਾਵ ਵੱਟੀਏ ਤਨ ਪਾਈਆ, ਸੱਚ ਬੁੱਝਣ ਆਣ ਜਲਾਈਆ, ਬਿਨ ਤੇਲ ਦੀਵਾ ਇਉਂ ਜਲਾ। ਹਾਂਜੀ, ਤੇ ਕੀ ਗੁਰੂ ਸਾਹਿਬ ਕਹਿੰਦੇ ਆ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਹੁਣ ਆਪਣੇ ਅੰਦਰ ਝਾਤੀ ਮਾਰ ਲੈ ਯਾਰ, ਇੱਥੇ ਖਰੇ ਗੁਰਬਾਣੀ 'ਚ ਕਸਰ ਹੈ, ਆਪਣੇ ਅੰਦਰ ਕਸਰ ਹੈ, ਗੁਰਬਾਣੀ 'ਚ ਕੋਈ ਗੁਰਬਾਣੀ ਨਹੀਂ ਹੈ। ਹਾਂਜੀ, ਸੋ ਇਸ ਕਰਕੇ ਜਿਹੜਾ ਉਸ ਵੇਲੇ ਵੀ ਇਹ ਸਮੱਸਿਆ ਸੀ ਕਿ ਅਸੀਂ ਆਪਣੇ ਕਿਰਦਾਰ ਤੋਂ ਗਏ, ਅਸੀਂ ਆਪਣੇ ਢੰਗ ਨਾਲ ਗੁਰਬਾਣੀ ਨੂੰ ਬਣਾਤਾ। 6ਵੀਂ ਪਾਤਸ਼ਾਹੀ ਕੇਸਗੜ੍ਹ ਸਾਹਿਬ ਨੂੰ, ਅਕਾਲ ਤਖਤ ਸਾਹਿਬ ਨੂੰ ਛੱਡ ਕੇ ਤੇ ਕੀਰਤਪੁਰ ਸਾਹਿਬ ਆ ਗਿਆ। ਕੀਰਤਪੁਰ ਸਾਹਿਬ ਵੀ ਕੋਟ ਸਾਹਿਬ ਗੁਰਦੁਆਰਾ ਜਿੱਥੇ ਕਚਹਿਰੀ ਲੱਗਦੀ ਸੀ, ਅੱਜ ਵੀ ਹੈਗਾ। ਅੱਜ ਮੈਨੂੰ ਦੁੱਖ ਹੁੰਦਾ ਕਿ ਉੱਥੇ ਪ੍ਰਸ਼ਾਦ ਨਹੀਂ ਬਣਦਾ। ਕੀਰਤਪੁਰ ਸਾਹਿਬ ਹਰਮੰਦਰ ਸਾਹਿਬ ਗੁਰਦੁਆਰਾ ਵੀ ਹੈਗਾ। ਹਾਂਜੀ, ਦੁਨੀਆ ਭਰ ਕੀਰਤਪੁਰ ਸਾਹਿਬ 2 ਗੁਰੂ ਸਾਹਿਬਾਨ ਦਾ ਜਨਮ ਸਥਾਨ ਹੈ, ਉੱਥੇ ਪ੍ਰਸ਼ਾਦ ਨਹੀਂ ਬਣਦਾ। ਤੁਸੀਂ ਹੈਰਾਨ ਹੋਗੇ ਅਜਨੌਰ ਸਾਹਿਬ ਕਿ ਉੱਥੇ ਲੋਕਾਂ ਨੂੰ ਫੁੱਲੀਆਂ ਪਤਾਸੇ ਦਿੱਤੇ ਜਾਂਦੇ ਆ। ਹਾਂਜੀ, ਅਸੀਂ ਕੀ ਗੱਲਾਂ ਕਰਦੇ ਹਾਂ? ਅਸੀਂ ਤਾਂ ਰਾਹ ਨਹੀਂ ਬਣਾ ਸਕੇ ਨਹਿਰਾਂ ਦੇ ਉੱਤੇ ਦੀ। ਅਸੀਂ ਇਹਨੂੰ ਕਹਿੰਦੇ ਆ ਪੰਥਕ ਸਰਕਾਰਾਂ। ਅਸੀਂ ਧਰਮ ਨੂੰ ਰਾਜਨੀਤੀ ਦੀ ਪੌੜੀ ਦੀ ਤਰ੍ਹਾਂ ਵਰਤਿਆ। SGPC ਮੈਂਬਰ MLA ਬਣਦੇ ਆ, MLA SGPC ਮੈਂਬਰ ਬਣਦੇ ਆ। ਤੁਸੀਂ ਬਣੋ ਬਾਬਾ ਬੰਦਾ ਸਿੰਘ ਬਹਾਦਰ। ਹਾਂਜੀ, ਸੇਵਾ ਸਿੱਖ ਨੂੰ ਬਣਦੇ ਆ ਪੂਰਨ ਸਿੱਖ, ਬਿਲਕੁਲ। ਤੇ ਅਸੀਂ ਤੁਹਾਡੇ ਪਿੱਛੇ ਖੜਾਂਗੇ। ਮਨੂੰ ਸਾਡੀ ਦਾਤਰੀ, ਅਸੀਂ ਮਨੂੰ ਨਾਲ ਸਵਾਏ, ਜਿਉਂ ਮਨੂੰ ਕੱਢਦਾ ਸੀ ਦੂਣ ਸਵਾਏ ਹੋਏ। ਤੁਸੀਂ ਤਾਂ ਆਪਣੀ ਪਨੀਰੀ ਮਿੱਧੀ ਜਾਂਦੇ ਹੋ। ਇੱਕ ਗੱਲ ਮੈਨੂੰ ਇਹ ਦੱਸੋ ਵੀ 1925 'ਚ ਪਹਿਲਾ ਇਲੈਕਸ਼ਨ SGPC ਦਾ ਹੋਇਆ, ਉਸ ਤੋਂ ਲੈ ਕੇ ਸਵਾਏ ਇੱਕ ਵਾਰੀ ਛੱਡ ਕੇ ਜਦੋਂ ਕਾਂਗਰਸ ਨੇ ਧੱਕੇ ਨਾਲ ਪ੍ਰੇਮ ਸਿੰਘ ਜੀ ਨੂੰ ਪ੍ਰਧਾਨ ਬਣਾ ਦਿੱਤਾ ਸੀ 1956 'ਚ, ਕੈਰੋ ਸਾਹਿਬ ਨੇ ਜ਼ਬਰਦਸਤੀ, ਅੱਜ ਤਾਈਂ ਉਦੋਂ ਵੀ ਜਿਹੜਾ ਸਹਿਜਧਾਰੀ ਹੈ ਜਿਹਨੂੰ ਅਸੀਂ ਕਹਿੰਦੇ ਆ, ਉਹ ਪੰਥ ਦੇ ਨਾਲ ਰਿਹਾ।
ਇਸੇ ਕਰਕੇ ਕਦੇ ਅਕਾਲੀ ਦਲ ਹਾਰਿਆ ਨਹੀਂ ਜਦੋਂ ਇਹ ਪੰਥ ਦਾ ਰਾਹ ਲੈ ਕੇ ਚੱਲਦੇ ਸੀ। ਹੁਣ ਇਹਨਾਂ ਨੇ 10 ਸਾਲ ਪਹਿਲਾਂ ਕਰ ਦਿੱਤੇ ਜੀ ਸਹਿਜਧਾਰੀਆਂ ਨੂੰ ਕੱਢ ਦਿਓ, ਕਰ ਦਿਓ ਹੱਲ। ਹੁਣ ਉਹ ਸਿੰਧੀ ਆ ਜਿਹੜਾ ਬੰਦਾ ਗੁਰਬਾਣੀ ਦਾ, ਇੱਕ ਮੈਨੂੰ ਯਾਦ ਹੈ ਇੱਕ ਬਜ਼ੁਰਗ ਬੜੇ ਅੱਛੇ ਸੀ, ਉਹ ਗੁਰਬਾਣੀ ਦਾ ਪ੍ਰਚਾਰ ਕਰਦੇ ਸੀ ਬਹੁਤ ਜ਼ਿਆਦਾ, ਤੇ ਉਹਨਾਂ ਕੋਲ ਇੱਕ ਵਿਅਕਤੀ ਗਿਆ, ਖੈਰ ਮੈਂ ਨਾਂ ਨਹੀਂ ਲੈਣਾ, ਫਿਰ ਨਾਵਾਂ 'ਚ ਗੱਲਾਂ ਹੋਰ ਪਾਸੇ ਕਰ ਜਾਂਦੀਆਂ। ਉਹ ਉਹਨੂੰ ਆਖਣ ਲੱਗਾ, ਬਾਬਾ ਜੀ ਵੀ ਤੁਸੀਂ ਇਹਨਾਂ ਨੂੰ ਨਾ ਅੰਮ੍ਰਿਤ ਛਕਣ ਦੀ ਗੱਲ ਨਹੀਂ ਕਰਦੇ। ਉਹ ਆਖਣ ਲੱਗੇ ਕਿ ਸਿੰਘਾਂ ਗੱਲ ਇਹ ਹੈ ਕਿ ਮੈਂ ਇਹਨਾਂ ਨੂੰ ਬਾਣੀ ਪੜ੍ਹਾਈ ਜਾਂਦਾ, ਕੰਗੇ ਕੜੇ ਤੁਸੀਂ ਪਵਾਈ ਜਾਓ। ਕੰਗੇ ਮੈਂ ਤਾਂ ਬਾਣੀ ਪੜ੍ਹਾਈ ਜਾਂਦਾ, ਮੈਂ ਤਾਂ ਇਹਨਾਂ ਨੂੰ ਗੁਰੂ ਦੇ ਲੜ ਲਾਪਤਾ। ਹੁਣ ਖਾਲਸੇ ਬਣਾਉਣਾ ਤੁਹਾਡਾ ਕੰਮ ਹੈ, ਤੁਸੀਂ ਕਿਰਦਾਰ ਉੱਚਾ ਕਰੋ। ਮੇਰੇ ਗੱਲ ਸੀ ਬਾਣੀ ਪੜ੍ਹਾਉਣ ਦੀ, ਮੈਂ ਤਿਆਰ ਹਾਂ ਬਾਣੀ ਪੜ੍ਹਾਉਣ ਨੂੰ, ਹੁਣ ਤੁਹਾਡਾ ਕਿਰਦਾਰ ਕਿੱਥੇ ਹੈ? ਇਹ ਕਿਉਂ ਖਾਲਸੇ ਬਣ? ਇਹ ਇੱਕ ਪੰਥਕ ਸਵਾਲ ਹੈ। ਅਸੀਂ ਸਾਰਾ ਜਿਹੜੀਆਂ ਨਾ ਇਹ ਜਿਹੜੀਆਂ ਸੰਸਥਾਵਾਂ ਨੂੰ ਆਪਣੇ ਢੰਗ ਨਾਲ ਇਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਆਪਣੇ ਢੰਗ ਨਾਲ ਲੋਕਾਂ ਨੂੰ ਪ੍ਰੈਜ਼ੈਂਟ ਕਰਦੇ ਹਾਂ, ਲੋਕਾਂ ਦੀਆਂ ਭਾਵਨਾਵਾਂ ਨਾਲ ਅਠੇਲੀਆਂ ਕਰਦੇ ਹਾਂ। ਹੁਣ ਜਿਹੜੀਆਂ ਜੇ ਤਾਂ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇੱਕ ਸਰੂਪ ਦੀ, ਦੋ ਸਰੂਪਾਂ ਦੀ ਹੋਈ, ਤੇ ਭਾਈ ਚਤਰ ਸਿੰਘ ਜੀਵਨ ਸਿੰਘ ਦਾ ਮੂੰਹ ਕਾਲਾ ਕਰ ਦਿੱਤਾ ਗਿਆ ਉਹਨਾਂ ਦੇ ਬੱਚਿਆਂ ਦਾ ਉੱਥੇ ਅਕਾਲ ਤਖਤ ਦੇ ਸਾਹਮਣੇ ਦਰਬਾਰ ਸਾਹਿਬ। ਕੀ ਇਹ ਕਿਸੇ ਸਿੱਖ ਦਾ ਮੂੰਹ ਕਾਲਾ ਕਰਨ ਦਾ ਉੱਥੇ ਲਿਖਿਆ ਹੋਇਆ ਕਿਤੇ ਵਿਧਾਨ ਹੈ? ਅੱਜ ਤੱਕ ਸਿੱਖ ਇਤਿਹਾਸ 'ਚੋਂ ਕੋਈ ਇੱਕ ਗੱਲ ਦੱਸੋ, ਉਦੋਂ ਜਥੇਦਾਰ ਨਹੀਂ ਬੋਲਿਆ। ਤੇ ਹੁਣ 328 ਸਰੂਪ ਜਿਹੜੇ ਆ ਉਹ ਨਿਕਲ ਗਏ, ਇਸ ਤੋਂ ਬਾਅਦ ਹੋਰ ਕਿੰਨੇ ਗਏ? ਹੁਣ ਫੇਰ ਜਥੇਦਾਰ ਚੁੱਪ ਹੈ। ਇੱਕ ਬੰਦੇ ਨੂੰ ਡਿਸਮਿਸ ਕਰ ਦਿੱਤਾ ਇਸ ਕਰਕੇ ਨੌਕਰੀ 'ਚੋਂ ਕਿ ਇਹਨਾਂ ਨੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਦਾ ਸੰਸਕਾਰ ਕਰ ਦਿੱਤਾ। ਉਹ ਇਹਨਾਂ ਦਾ ਨੌਕਰੀ ਹੈ ਨਹੀਂ, ਉਹ ਤਾਂ ਨੌਕਰ ਬਾਬਾ ਨਰਿੰਦਰ ਸਿੰਘ ਦਾ ਸੀਗਾ ਜਿਹਨਾਂ ਦੀ ਡੈਥ ਹੋ ਚੁੱਕੀ। ਹੁਣ ਉਹਨਾਂ ਦਾ ਬੇਟਾ ਸੰਸਕਾਰ ਦਾ ਕੰਮ ਗੋਇੰਦਵਾਲ ਸਾਹਿਬ ਕਰਦਾ ਹੈ। ਜਿਹੜਾ ਤੁਹਾਡਾ ਨੌਕਰ ਹੀ ਨਹੀਂ ਉਹਨੂੰ ਤੁਸੀਂ ਡਿਸਮਿਸ ਕਰਤਾ। ਇਹ ਕੀ ਕਰਨ ਲੱਗੇ ਹੋ ਕਿ ਲੋਕਾਂ ਨੂੰ ਜਿਹੜਾ ਆਪਣਾ ਅੱਛਾ ਕਿਰਦਾਰ ਬਚਾਓ, ਅੱਛੇ ਸਿੱਖ ਬਣ ਗਏ, ਲੋਕ ਭੱਜ ਸਿੱਖੀ 'ਚ ਬਣ ਗਏ। ਗੁੱਸਾ ਨਾ ਕਰਿਓ, ਤੁਹਾਡੇ ਨਾਂ ਦੇ ਨਾਲ ਅਜਨੋਆ ਲੱਗਦਾ ਜੀ। ਸਰਦਾਰ ਗੁਰਦਿਆਲ ਸਿੰਘ ਅਜਨੋਆ ਵੀ ਮੇਰੇ ਪਿੰਡ ਦੇ ਸੀ ਜੀ, ਜੈਦਾਰ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਆ, ਜੈਦਾਰ ਜੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ। ਮੈਂ ਇਸ ਕਰਕੇ ਕੀਤੀ, ਮੇਰੀ ਗੱਲ ਪੂਰੀ ਕਰ ਲੈਂਦੇ ਹੋ। ਮੈਂ ਕਿਤਾਬ ਲਿਖ ਰਿਹਾ ਸੀ ਬ੍ਰਾਹਮਣ ਭਲਾ ਆਖੀਏ ਜੀ, ਤੇ ਮੈਂ ਦੇਖ ਰਿਹਾ ਸੀਗਾ ਵੀ ਜਿਹੜੀ ਰਾਮ ਲੀਲਾ ਅਲੀਗੜ੍ਹ 'ਚ ਹੋਈ ਨਾ ਪਹਿਲੀ ਵਾਰੀ 1935 ਜੀ, ਉਹ ਅਜਨੋਆ ਸਾਹਿਬ ਨੇ ਕਰਵਾਈ ਸੀ। ਅੱਛਾ, ਉਹ ਮੁਸਲਮਾਨ ਉੱਥੋਂ ਦੇ ਹੋਣ ਨਹੀਂ ਸੀ ਦਿੰਦੇ, ਉਹਨਾਂ ਨੇ ਅੱਗੇ ਵੀ ਬੈਂਡ ਲਾਇਆ, ਪਿੱਛੇ ਵੀ ਬੈਂਡ ਲਾਇਆ। ਕਹਿੰਦੇ ਅਜਨੋਆ ਸਾਹਿਬ ਨੇ ਲੱਖਾਂ ਲੋਕਾਂ ਨੂੰ ਬਤੌਰ ਪ੍ਰਚਾਰਕ, ਅਸੀਂ ਤਾਂ ਉਹਨਾਂ ਨੂੰ ਜਥੇਦਾਰ ਦੇ ਤੌਰ ਤੇ ਜਾਣਦੇ ਹਾਂ ਜੀ, ਬਤੌਰ ਪ੍ਰਚਾਰਕ, ਭੌਰਾ ਸਾਹਿਬ ਨੇ ਬਤੌਰ ਪ੍ਰਚਾਰਕ ਲੱਖਾਂ ਲੋਕਾਂ ਨੂੰ ਸਿੱਖ ਬਣਾਇਆ ਯੂਪੀ ਦੇ ਵਿੱਚ। ਹੁਣ ਉਹ ਗੱਲਾਂ ਰਹੀਆਂ ਜਿਹੜੀਆਂ ਉਹਨਾਂ ਲੋਕਾਂ ਦਾ ਕਿਰਦਾਰ ਸੀ ਭੌਰਾ ਸਾਹਿਬ ਦਾ, ਜਿਹੜੇ ਉਹਨਾਂ ਨੇ ਲੋਕਾਂ ਨੂੰ ਸਿੱਖੀ ਨਾਲ ਜੋੜਿਆ। ਕਿ ਅਸੀਂ ਉਸ ਕਿਰਦਾਰ ਦੇ ਲੋਕ ਹੈਗੇ ਹਾਂ। ਉਹਨਾਂ ਤੇ ਹਮਲੇ ਵੀ ਹੋਏ, ਹਜ਼ਾਰਾਂ ਲੋਕਾਂ ਨੇ ਜਿਹੜੇ ਆ ਉਹਨਾਂ ਦਾ ਸਾਥ ਦਿੱਤਾ, ਉਹਨਾਂ ਨੇ ਹਰ ਪਿੰਡ ਦੇ ਵਿੱਚ ਸਿੰਘ ਸਜਾ ਦਿੱਤਾ। ਹਾਂ, ਉਹ ਸਿੰਘ ਵਾਪਸ ਚਲੇ ਗਏ। ਕੀ ਅਸੀਂ ਭੌਰਾ ਸਾਹਿਬ ਦੀ ਉਹ ਜਿਹੜੀ ਸੋਚ ਸੀ ਉਹਨੂੰ ਲੈ ਸਕੇ? ਕੀ ਸਾਡੇ ਪ੍ਰਚਾਰਕ ਪਿੰਡਾਂ 'ਚ ਜਾ ਕੇ ਕਿਤੇ ਮਿਲਦੇ ਆ? ਕੋਈ ਦੇਖੋ, ਇਹ ਇੱਕ ਜਿਹੜੀ ਦਿਸ ਇਜ਼ ਏ ਸੈਡ ਪਾਰਟ ਆਫ ਦੀ ਸਿੱਖ ਐਡਮਿਨਿਸਟ੍ਰੇਸ਼ਨ ਹੀ ਹੈ। ਅਸੀਂ ਇੱਕ ਬੰਦਿਆਂ 'ਤੇ ਡਿਪੈਂਡੈਂਟ ਹੋ ਗਏ। ਉਹ ਬੰਦੇ ਅਸੀਂ ਪਾਰਲੀਮੈਂਟ ਦੇ ਸਦੱਸਿਆ ਹੈ, ਮੈਂਬਰ ਆ, ਜਿਨ੍ਹਾਂ ਦਾ ਕਦੇ ਸੈਸ਼ਨ ਹੀ ਨਹੀਂ ਹੋਇਆ। 95 ਸਾਲ ਪੁਰਾਣੀ ਸੰਸਥਾ 2 ਵਾਰੀ ਸਾਲ 'ਚ ਇਕੱਠੀ ਹੁੰਦੀ ਹੈ। ਇੱਕ ਵਾਰੀ ਹੁੰਦੀ ਹੈ ਜਿਹੜੀ ਆ ਪ੍ਰਧਾਨ ਚੁਣਨ ਲਈ, ਤੇ ਦੂਜੀ ਵਾਰੀ ਹੁੰਦੀ ਹੈ ਉਹ ਪਾਸ ਕਰਨ ਲਈ, ਆਪਣਾ ਬਜਟ ਪਾਸ ਕਰਨ ਲਈ। ਕੋਈ ਸਿੱਖ ਮਸਲੇ ਦਾ ਡਿਸਕਸ ਹੀ ਨਹੀਂ ਹੁੰਦੇ, ਮਤੇ ਪਹਿਲਾਂ ਲਿਖੇ ਹੁੰਦੇ ਆ। ਸੋ ਇਹ ਇੱਕ ਸਾਨੂੰ ਅੰਦਰਲੀ ਜਿਹੜਾ ਆਤਮ ਚਿੰਤਨ ਜਿਹੜਾ ਉਹ ਕਰਨ ਦੀ ਬਹੁਤ ਬਹੁਤ ਧੰਨਵਾਦ ਇਕਬਾਲ ਸਿੰਘ ਲਾਲਪੁਰਾ ਜੀ। ਤੁਸੀਂ ਸਾਡੇ ਨਾਲ ਗੱਲ ਕੀਤੀ, ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਆਵਾਮ ਤੱਕ, ਲੋਕਾਂ ਤੱਕ ਪਹੁੰਚਾਈਏ। ਦੋਸਤੋ, ਇਹ ਸਨ ਇਕਬਾਲ ਸਿੰਘ ਲਾਲਪੁਰਾ ਜੀ, ਜਿਹੜੇ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਇਹਨਾਂ ਦੀ ਸ਼ਖਸੀਅਤ ਦਾ ਮੈਂ ਕਿਵੇਂ ਆਪਣੇ ਦਰਸ਼ਕਾਂ ਨੂੰ, ਪਹਿਲਾਂ ਮੈਂ ਸਟਾਰਟਿੰਗ ਤਾਰਫ ਕਰਾਇਆ
ਸਮਾਜ ਦੇ ਵਿੱਚ ਬਾਣੀ ਤੇ ਬਾਣੇ ਦੇ ਧਾਰਨੀ, ਕਹਿਣੀ ਤੇ ਕਥਨੀ ਦੇ ਪੂਰੇ, ਸਮਾਜ ਦੇ ਵੱਖ-ਵੱਖ ਵਰਗਾਂ ਦੇ ਚਿੰਤਨ ਕਰਨ ਵਾਲੇ, ਚਿੰਤਾ ਕਰਨ ਵਾਲੇ, ਤੁਸੀਂ ਉਹਨਾਂ ਦੇ ਵਿਚਾਰ ਸੁਣੇ। ਅਸੀਂ ਕੋਸ਼ਿਸ਼ ਕਰਾਂਗੇ ਮੇਰੇ ਤਾਰਫ ਦੇ ਵਿੱਚ ਕਿਤੇ ਕੋਈ ਕਮੀ ਰਹਿ ਗਈ ਹੋਵੇ ਇਹਨਾਂ ਦੇ ਵਿੱਚ, ਤੁਸੀਂ ਆਪਣੇ ਕੋਲ ਉਹ ਜੋੜ ਕੇ ਆਪਣਾ ਇਹਨਾਂ ਦਾ ਤਾਰਫ ਆਪਣੇ ਜ਼ਿਹਨ ਦੇ ਵਿੱਚ ਵਸਾ ਲੈਣਾ। ਹੁਸ਼ਿਆਰਪੁਰ ਤੋਂ BBC ਪੰਜਾਬ ਲਈ ਦਲਜੀਤ ਅਜਨੋਹਾ।